ਤਾਂ ਚਲੋ ਜੀ ਧਿਆਨ ਦਿਓ ਟੌਪਿਕ ਦੇ ਉੱਪਰ। ਅੱਜ ਦਾ ਜਿਹੜਾ ਟੌਪਿਕ ਹੈ ਰਾਜੇ ਉਹ ਹੈਗਾ ਟਰਾਂਸਫਾਰਮਰ ਔਨ ਲੋਡ। ਜੇ ਇੱਕ ਟਰਾਂਸਫਾਰਮਰ ਦੇ ਉੱਪਰ ਅਸੀਂ ਲੋਡ ਪਾਉਣੇ ਆਗੇ ਤਾਂ ਉਸ ਲੋਡ ਪਾਉਣ ਦੇ ਨਾਲ ਕੀ ਕੁਝ ਹੁੰਦਾ ਹੈਗਾ। ਓਕੇ ਜੀ, ਟਰਾਂਸਫਾਰਮਰ ਔਨ ਲੋਡ। ਕੱਲ ਜਿਹੜੀ ਅਸੀਂ ਫੇਜ਼ਰ ਡਾਇਗਰਾਮ ਵੀ ਕੀਤੀ ਸੀਗੀ, ਫੇਜ਼ਰ ਡਾਇਗਰਾਮ ਦੇ ਵਿੱਚ ਸਿਰਫ E2 ਹੀ ਬਣਾਇਆ ਸੀਗਾ, ਨਾ ਕੋਈ I2 ਕਰੰਟ ਬਣਾਇਆ ਸੀਗਾ, ਕੁਝ ਨਹੀਂ ਬਣਾਇਆ ਸੀਗਾ। ਸਿਰਫ ਪ੍ਰਾਇਮਰੀ ਕਰੰਟ ਦੀ ਗੱਲ ਹੋਈ ਸੀਗੀ, ਸੈਕੰਡਰੀ ਕਰੰਟ ਨਹੀਂ ਬਣਾਇਆ ਸੀਗਾ ਅਸੀਂ। ਤਾਂ ਅੱਜ ਉਹਦੇ ਬਾਰੇ ਵੀ ਡਿਸਕਸ਼ਨ ਕਰਾਂਗੇ। ਬੜਾ ਹੀ ਇੰਟਰਸਟਿੰਗ ਜਿਹਾ ਪੁਆਇੰਟ ਹੈਗਾ ਰਾਜੇ ਇਹ। ਤਾਂ ਟਰਾਂਸਫਾਰਮਰ ਆਪਾਂ ਕਹਿੰਦੇ ਆ ਵੀ ਇੱਕ ਕਾਂਸਟੈਂਟ ਫਲਕਸ ਡਿਵਾਈਸ ਹੈਗਾ ਬੱਚੇ। ਤਾਂ ਸਪੋਜ਼ ਕਰੋ ਸਾਡੇ ਕੋਲੇ ਹਜੇ ਤੱਕ ਕੀ ਸੀਗਾ ਵੀ ਪ੍ਰਾਇਮਰੀ ਸੈਕੰਡਰੀ ਸਾਈਡ ਅਸੀਂ ਕੋਈ ਲੋਡ ਨਹੀਂ ਲਗਾਇਆ ਸੀਗਾ। ਜਦੋਂ ਸੈਕੰਡਰੀ ਸਾਈਡ ਅਸੀਂ ਕੋਈ ਨਾ ਕੋਈ ਰੈਜ਼ਿਸਟੈਂਸ ਲਗਾ ਦਾਂਗੇ, ਲੋਡ ਲਗਾਵਾਂਗੇ, ਤਾਂ ਲੋਡ ਦੇ ਇੰਕਰੀਜ਼ ਹੋਣ ਦੇ ਨਾਲ ਕਰੰਟ ਕੀ ਹੋਏਗਾ, ਸਾਡਾ ਇੰਕਰੀਜ਼ ਹੋਏਗਾ ਨਾ। ਤਾਂ ਜਿੱਥੇ ਵੀ ਕਰੰਟ ਹੁੰਦਾ, ਕਰੰਟ ਦੇ ਨਾਲ ਫਲਕਸ ਪੈਦਾ ਹੁੰਦੀ ਹੈ ਨਾ। ਤਾਂ ਜਿਹੜਾ ਇਹ I2 ਕਰੰਟ ਆ, I2 ਕਰੰਟ ਕਰਕੇ ਇਸ ਵਾਈਂਡਿੰਗ ਦੇ ਵਿੱਚ ਕੋਈ ਨਾ ਕੋਈ ਫਲਕਸ ਪੈਦਾ ਹੋਏਗੀ। ਤਾਂ ਉਸ ਫਲਕਸ ਕਰਕੇ ਜਿਹੜੀ ਟੋਟਲ ਫਲਕਸ ਹੈਗੀ ਉਹ ਕਿਉਂ ਨਹੀਂ ਵਧੇਗੀ, ਇਹ ਕੁਐਸਚਨ ਹੈਗਾ ਅੱਜ ਦਾ ਕੁਐਸਚਨ, ਜਿਹੜਾ ਅਸੀਂ ਜਿਹਦਾ ਆਨਸਰ ਅਸੀਂ ਲੱਭਣਾਗਾ। ਵੀ ਜਦ ਸਾਨੂੰ ਪਤਾ ਇਸ ਗੱਲ ਦਾ ਵੀ ਜਦੋਂ ਕਰੰਟ ਫਲੋ ਹੋਊਗਾ ਸੈਕੰਡਰੀ ਸਾਈਡ ਦੇ ਵਿੱਚ, ਸੈਕੰਡਰੀ ਸਾਈਡ ਦੇ ਕਰੰਟ ਫਲੋ ਹੋਣ ਨਾਲ ਇੱਥੇ ਕੋਈ ਫਲਕਸ ਵੀ ਪੈਦਾ ਹੋਊਗੀ। ਜਿਹੜੀ ਉਹ ਫਲਕਸ ਹੋਊਗੀ ਉਹ ਮੇਨ ਫਲਕਸ ਦੇ ਵਿੱਚ ਕੁਛ ਨਾ ਕੁਛ ਤਾਂ ਐਡ ਜਾਂ ਸਬਟਰੈਕਟ ਕਰੂਗੀ। ਤਾਂ ਜੇ ਐਡ ਜਾਂ ਸਬਟਰੈਕਟ ਕਰੂਗੀ ਤਾਂ ਅਸੀਂ ਕਿਉਂ ਕਹਿੰਦੇ ਆ ਕਿ ਵੀ ਇਹ ਫਲਕਸ ਆ ਜਿਹੜੀ ਸਾਡਾ ਇਹ ਕਾਂਸਟੈਂਟ ਫਲਕਸ ਡਿਵਾਈਸ ਹੈਗਾ। ਇਹ ਸਾਡਾ ਅੱਜ ਦਾ ਕੁਐਸਚਨ ਹੈਗਾ। ਕਿਸੇ ਨੂੰ ਪਤਾ ਤਾਂ ਦੱਸ ਸਕਦਾ ਜੀ ਕੋਈ। ਅਸੀਂ ਸਭ ਤੋਂ ਪਹਿਲਾਂ ਤਾਂ ਜਸਟ ਇੱਕ ਵਰਕਿੰਗ ਦੇਖਾਂਗੇ ਟਰਾਂਸਫਾਰਮਰ ਦੀ, ਵੀ ਜਦੋਂ ਅਸੀਂ ਟਰਾਂਸਫਾਰਮਰ ਨੂੰ ਲੋਡ ਦੇ ਉੱਪਰ ਪਾਉਣੇ ਆਗੇ ਤਾਂ ਕੀ ਹੁੰਦਾ ਹੈਗਾ। ਉਸ ਤੋਂ ਬਾਅਦ ਅਸੀਂ ਫੇਜ਼ਰ ਡਾਇਗਰਾਮ ਦੇਖਾਂਗੇ, ਫੇਜ਼ਰ ਡਾਇਗਰਾਮ ਦੇ ਵਿੱਚ ਕੀ ਫਰਕ ਪਿਆ ਹੈਗਾ। ਠੀਕ ਹੈ, ਦੋਨੇ ਚੀਜ਼ਾਂ ਦੇਖਣੇ ਨੇ। ਹੁਣ ਤੱਕ ਆਪਾਂ ਜਿਹੜੀ ਸੈਕੰਡਰੀ ਸੀਗੀ ਇਹਨੂੰ ਆਪਾਂ ਓਪਨ ਕਰਦੇ ਆਏ ਸੀਗੇ ਨਾ। ਪਹਿਲੀ ਵਾਰੀ ਇੱਥੇ ਮੈਂ ਇੱਕ ਰੈਜ਼ਿਸਟੈਂਸ ਲਗਾਉਣ ਲੱਗਿਆ ਜਦੋਂ ਦੀ ਕਲਾਸ ਸਟਾਰਟ ਹੋਈ। ਅੱਜ ਮੈਂ ਪਹਿਲੀ ਵਾਰੀ ਇੱਥੇ ਰੈਜ਼ਿਸਟੈਂਸ ਲਗਾ ਰਿਹਾ R। ਅੱਛਾ, ਇੱਕ ਪਾਸੇ ਮੈਨੂੰ ਇਹ ਗੱਲ ਦੱਸੋ ਵੀ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਲੋਡ ਦਾ ਵਧਣਾ ਕੀ ਹੁੰਦਾ, ਲੋਡ ਦਾ ਵਧਣਾ ਕੀ ਹੁੰਦਾ ਵੀ। ਤਾਂ ਜੀ ਠੀਕ ਹੈਗਾ, ਤੁਸੀਂ ਇੱਕ ਗੱਲ ਯਾਦ ਰੱਖਣੀ ਹੈ, ਲੋਡ ਵਧਣ ਦਾ ਮਤਲਬ ਸਿਰਫ ਕਰੰਟ ਦਾ ਵਧਣਾ ਕਹਿਣਾਗਾ ਵੀ ਕਰੰਟ ਵੱਧ ਗਿਆ। ਇਹ ਚੀਜ਼ ਆਪਦੇ ਦਿਮਾਗ ਦੀ, ਤਾਂ ਮੈਂ ਬਾਰ-ਬਾਰ ਕਦੇ ਵੀ ਕਹੂੰ ਨਾ ਵੀ ਲੋਡ ਵੱਧ ਗਿਆ, ਤੁਸੀਂ ਆਪਣੇ ਦਿਮਾਗ ਦੇ ਵਿੱਚ ਪਹਿਲੀ ਗੱਲ ਲੈ ਕੇ ਆਉਣੀ ਹੈ ਵੀ ਕਰੰਟ ਵਧਿਆਗਾ। ਯਾਦ ਰੱਖੋਗੇ ਇਹ ਗੱਲ ਨੂੰ। ਚਾਹੇ ਉਹ DC ਮਸ਼ੀਨ ਕੱਢ ਰਹੇ ਹੋਈਏ ਆਪਾਂ, ਚਾਹੇ ਅਸੀਂ ਸਿੰਕਰੋਨਸ ਮਸ਼ੀਨ ਪੜ੍ਹੀਏ, ਚਾਹੇ ਅਸੀਂ ਪੜ੍ਹੀਏ ਇੰਡਕਸ਼ਨ ਮੋਟਰ, ਚਾਹੇ ਅਸੀਂ ਟਰਾਂਸਫਾਰਮਰ ਪੜ੍ਹੀਏ, ਇਹਨਾਂ ਸਾਰਿਆਂ ਦੇ ਵਿੱਚ ਇੱਕ ਚੀਜ਼ ਕਾਮਨ ਇਹੀ ਆ ਵੀ ਜਦੋਂ ਚਾਹੇ DC ਸਰਕਟ ਵੀ ਪੜ੍ਹੀਏ ਵੀ ਲੋਡ ਦੇ ਵਧਣ ਦਾ ਮਤਲਬ ਕੀ ਹੁੰਦਾ ਵੀ ਕਰੰਟ ਦਾ ਵੱਧ ਜਾਣਾ। ਇਹਦੇ ਨਾਲ ਜਿਵੇਂ ਤੁਸੀਂ ਕਹਿ ਰਹੇ ਸੀ ਗੋਲਡੀ ਜੀ ਵੀ ਹਨਾ ਆਪਣੇ ਕੋਲੇ ਜਿਹੜੀ ਵੋਲਟੇਜ ਆ ਉਹ ਹਮੇਸ਼ਾ ਘਟਦੀ ਹੈਗੀ, ਇਹ ਗੱਲ ਨਹੀਂ ਅਸੀਂ ਕਹਿਣੀ ਹੈਗੀ। ਇਹ ਗੱਲ ਨਹੀਂ ਕਹਿਣੀ ਹੈ, ਤਾਂ ਅਸੀਂ ਪੜਾਂਗੇ ਡਿਫਰੈਂਟ ਹਨਾ। ਹਰੇਕ ਮਸ਼ੀਨ ਦੇ ਵਿੱਚ ਆਪੋ ਆਪਣਾ, ਹਰੇਕ ਮਸ਼ੀਨ ਦਾ ਆਪੋ ਆਪਣਾ ਬਿਹੇਵੀਅਰ ਆ। ਕਿਸੇ ਦੇ ਵਿੱਚ ਕੁਝ ਹੋਏਗਾ, ਕਿਸੇ ਦੇ ਵਿੱਚ ਵੋਲਟੇਜ ਡ੍ਰੌਪ ਹੋਏਗਾ, ਕਿਸੇ 'ਚ ਨਹੀਂ ਹੋਏਗਾ। ਪਰ ਇੱਕ ਚੀਜ਼ ਫਿਕਸ ਹੈਗੀ, ਉਹ ਫਿਕਸ ਕਿਹੜੀ ਚੀਜ਼ ਆ ਵੀ ਜਦੋਂ ਵੀ ਲੋਡ ਵੱਧਦਾ ਉਹਦਾ ਮਤਲਬ ਸਿਰਫ ਇੱਕੋ ਹੀ ਹੁੰਦਾ ਵੀ ਕਰੰਟ ਸਾਡਾ ਵੱਧ ਜਾਂਦਾ ਹੈਗਾ। ਜਾਂ ਫਿਰ ਕਰੰਟ ਉਸ ਵੇਲੇ ਕਿਉਂ ਵੱਧਦਾ ਹੋਊਗਾ, ਉਸ ਵੇਲੇ ਜਿਹੜੀ ਲੋਡ ਦੀ ਰੈਜ਼ਿਸਟੈਂਸ ਹੋਊਗੀ ਉਹ ਘਟ ਜਾਂਦੀ ਹੋਊਗੀ, ਤਾਂ ਹੀ ਕਰੰਟ ਵੱਧਦਾ ਹੁੰਦਾ ਨਾ ਜਿੱਥੇ ਵੀ ਰੈਜ਼ਿਸਟੈਂਸ ਘਟਦੀ ਹੁੰਦੀ ਆ। ਤੇ ਇਹ ਕਿਵੇਂ ਹੋ ਸਕਦਾ ਵੀ ਲੋਡ ਦੀ ਰੈਜ਼ਿਸਟੈਂਸ ਘਟ ਜਾਵੇ। ਉਹ ਇਦਾਂ ਹੋ ਸਕਦਾ ਵੀ ਇੱਕ ਰੈਜ਼ਿਸਟੈਂਸ ਤੁਹਾਡੇ ਕੋਲ ਇੱਕ ਬਲਬ ਲੱਗਿਆ ਜਿਹਦੀ ਰੈਜ਼ਿਸਟੈਂਸ 2 ਓਮ ਆ। ਇੱਕ ਬਲਬ ਜਦੋਂ ਅਸੀਂ ਹੋਰ ਪੈਰਲਲ ਚਲਾਵਾਂਗੇ ਤਾਂ ਇਹ ਟੋਟਲ ਰੈਜ਼ਿਸਟੈਂਸ ਕੀ ਹੋ ਜਾਊਗੀ। ਜਿਹਨਾਂ ਨੇ DC ਸਰਕਟ ਪੜ੍ਹਿਆ ਹੈਗਾ 2 ਓਮ ਸੀਗੀ ਨਾ, ਜੇ ਹੁਣ 1 ਓਮ ਹੋ ਗਈ ਨਾ ਤਾਂ ਇਧਰੋਂ ਜਾਣ ਵਾਲਾ ਕਰੰਟ ਜਿਹੜਾ, ਜੇ ਇੱਧਰ 2 ਐਂਪੀਅਰ ਜਾ ਰਹੇ ਸੀਗਾ ਪਹਿਲਾਂ ਇਕੱਲਾ, ਤਾਂ ਇੱਧਰ 2 ਐਂਪੀਅਰ ਇੱਧਰ ਵੀ ਤਾਂ ਜਾਏਗਾ, ਤਾਂ ਟੋਟਲ ਕਰੰਟ 2 ਐਂਪੀਅਰ ਦੀ ਥਾਂ ਤੇ 4 ਐਂਪੀਅਰ ਹੋ ਜਾਏਗਾ ਨਾ। ਤਾਂ ਦੇਖੋ ਰੈਜ਼ਿਸਟੈਂਸ ਕੀ ਹੋਈ ਹੈ ਸਾਡੀ, ਰੈਜ਼ਿਸਟੈਂਸ ਸਾਡੀ 2 ਓਮ ਤੋਂ 1 ਓਮ ਹੋਈ ਹੈਗੀ ਤੇ ਕਰੰਟ ਸਾਡਾ 2 ਐਂਪੀਅਰ ਤੋਂ 4 ਐਂਪੀਅਰ ਹੋਇਆਗਾ। ਕਲੀਅਰ ਹੋਈ ਬੱਚੇ ਗੱਲ ਇਹ। ਤਾਂ ਲੋਡ ਦਾ ਵਧਣਾ ਕੀ ਹੁੰਦਾ ਰਾਜੇ। ਹਾਂਜੀ ਸਰ, ਮੈਂ ਉਹ ਗ੍ਰਿਡ ਦੇ ਤਰੀਕੇ ਨਾਲ ਕਹਿ ਰਿਹਾ ਸੀ, ਜਿਵੇਂ ਹੁਣ ਆਪਾਂ ਜਿਵੇਂ ਲੋਡ ਜ਼ਿਆਦਾ ਹੁੰਦੇ ਸਰ ਵੋਲਟੇਜ ਘਟ ਜਾਂਦੀ। ਮੇਰੀ ਗੱਲ ਸੁਣੋ ਰਾਜੇ, ਮੈਂ ਨਹੀਂ ਕਹਿਣਾ ਵੀ ਤੁਸੀਂ ਗਲਤ ਬੋਲਿਆ ਹੈਗਾ। ਮੈਂ ਕਹਿਣਾ ਵੀ ਜਦੋਂ ਅਸੀਂ ਮਸ਼ੀਨਾਂ ਪੜ੍ਹ ਰਹੇ ਹੋਵਾਂਗੇ, ਅਸੀਂ ਲੋਡ ਦੇ ਵਧਣ ਦਾ ਅੰਦਾਜ਼ਾ ਸਿਰਫ ਇਹੀ ਲਾਉਣਾ ਹੈਗਾ ਵੀ ਲੋਡ ਦਾ ਵਧਣਾ ਕੀ ਹੈਗਾ ਬੱਚੇ, ਸਿਰਫ ਔਰ ਸਿਰਫ ਕਰੰਟ ਦਾ ਵਧਣਾ ਹੈਗਾ। ਬਾਕੀ ਬਿਹੇਵੀਅਰ ਅਸੀਂ ਅਲੱਗ-ਅਲੱਗ ਮਸ਼ੀਨਾਂ ਦੇ ਹਿਸਾਬ ਨਾਲ ਦੇਖਾਂਗੇ ਵੀ ਕਿਹੜੀ ਮਸ਼ੀਨ 'ਚ ਕੀ ਚੀਜ਼ ਹੋ ਰਹੀ ਹੈ। ਠੀਕ ਹੈ, ਠੀਕ ਹੈ। ਉਹ ਵੋਲਟੇਜ ਰੈਗੂਲੇਸ਼ਨ ਦਾ ਟੌਪਿਕ ਆਊਗਾ, ਉਹਦੇ ਵਿੱਚ ਤੁਹਾਨੂੰ ਇਹ ਗੱਲ ਕਲੀਅਰ ਹੋ ਜਾਏਗੀ ਵੀ ਅਸੀਂ ਯੂਨੀਵਰਸਲੀ ਅਸੈਪਟ ਨਹੀਂ ਕਰਨਾ ਹੈਗਾ ਵੀ ਲੋਡ ਦੇ ਵਧਣ ਦਾ ਮਤਲਬ ਸਿਰਫ ਵੀ ਵੋਲਟੇਜ ਦਾ ਕੀ ਰਿਲੇਸ਼ਨ ਹੁੰਦਾ, ਉਹ ਅਲੱਗ-ਅਲੱਗ ਹੁੰਦਾ ਹੈਗਾ। ਲਓ ਜੀ, ਟਰਾਂਸਫਾਰਮਰ ਦੇ ਵਿੱਚ ਅਸੀਂ ਲੋਡ ਪਾਇਆ ਦਾ ਮਤਲਬ ਕੀ ਹੈ, ਸੈਕੰਡਰੀ ਸਾਈਡ ਤੇ ਅਸੀਂ ਕੋਈ ਨਾ ਕੋਈ ਰੈਜ਼ਿਸਟੈਂਸ ਨੂੰ ਕਨੈਕਟ ਕਰ ਲਿਆ। ਜੋ ਅਸੀਂ ਸੈਕੰਡਰੀ ਸਾਈਡ ਦੇ ਵਿੱਚ ਕੋਈ ਨਾ ਕੋਈ ਰੈਜ਼ਿਸਟੈਂਸ ਕਨੈਕਟ ਕੀਤੀ ਹੈਗੀ, ਤਾਂ ਸਭ ਤੋਂ ਪਹਿਲਾਂ ਅਸੀਂ ਹੁਣ ਦੁਬਾਰੇ ਇਹਨੂੰ ਸਟਾਰਟਿੰਗ ਕਰਦੇ ਆਂਗੇ
ਵੀ ਪਹਿਲੇ ਨੰਬਰ ਦੇ ਉੱਪਰ ਅਸੀਂ ਕੀ ਕਰਦੇ ਹੁੰਦੇ ਆਂਗੇ, ਅਸੀਂ ਸਪਲਾਈ ਵੋਲਟੇਜ ਦਿੰਦੇ ਆਂਗੇ, ਸਪਲਾਈ ਵੋਲਟੇਜ ਅਪਲਾਈ ਕਰਦੇ ਆਂਗੇ। ਸਪਲਾਈ ਵੋਲਟੇਜ ਜਿਹੜੀ ਹੁੰਦੀ ਹੈਗੀ ਉਹਨੂੰ ਅਸੀਂ ਅਪਲਾਈ ਕਰਦੇ ਆਂ ਜੀ, ਹੈ ਨਾ। V1 ਜਿਹੜੀ ਵੋਲਟੇਜ ਹੁੰਦੀ ਆ, ਆਹ ਇੱਥੇ ਅਸੀਂ ਇੱਕ ਵੋਲਟੇਜ ਲਗਾਤੀ ਜਿਹਦੇ ਕਰਕੇ ਕਰੰਟ ਫਲੋ ਹੋਣ ਲੱਗ ਗਿਆ। ਸਭ ਤੋਂ ਪਹਿਲਾਂ ਕਿਹੜਾ ਕਰੰਟ ਫਲੋ ਹੁੰਦਾ ਪਤਾ ਜੀ? ਜਿਹੜਾ ਮੈਗਨੇਟਾਈਜ਼ਿੰਗ ਕਰੰਟ ਹੁੰਦਾ ਗਾ। ਇਸ ਤੋਂ ਬਾਅਦ IM ਫਲੋ ਹੋਣ ਲੱਗੇਗਾ ਜਿਹੜਾ ਕਿ 90 ਡਿਗਰੀ ਲੈਗ ਕਰਦਾ ਹੁੰਦਾ ਗਾ, ਕਿਉਂਕਿ ਜਿਹਨੇ ਚੁੰਬਕ ਬਣਾਉਣੀ ਹੁੰਦੀ ਹੈ ਉਹ ਕਰੰਟ ਹਮੇਸ਼ਾ ਲੈਗ ਕਰਦਾ 90 ਡਿਗਰੀ। ਓਕੇ ਜੀ, ਤਾਂ 90 ਡਿਗਰੀ ਕਰੰਟ ਆ ਜਿਹੜਾ ਸਾਡਾ, ਉਹ ਲੈਗ ਕਰਨ ਵਾਲਾ ਕਰੰਟ IM ਇਹਦੇ ਵਿੱਚ ਫਲੋ ਹੋਣ ਲੱਗ ਜੂਗਾ। IM ਜਦੋਂ ਇਹਦੇ ਵਿੱਚ ਫਲੋ ਹੋਏਗਾ ਰਾਜੇ ਕੀ ਹੋਏਗਾ? IM ਹੁੰਦਾ ਮੈਗਨੇਟਾਈਜ਼ਿੰਗ ਕਰੰਟ। ਇਹਨੇ ਮੈਗਨੇਟ ਬਣਾਉਣੀ ਹੈ। ਮੈਗਨੇਟ ਕਿਹਦੇ ਵਿੱਚ ਬਣਾਉਣੀ ਹੈ ਰਾਜੇ? ਇਸ ਟਰਾਂਸਫਾਰਮਰ ਦੀ ਕੋਰ ਦੇ ਵਿੱਚ ਇਹਨੇ ਮੈਗਨੇਟ ਬਣਾਉਣੀ ਹੈ। ਇੱਥੇ ਇਸ ਟਰਾਂਸਫਾਰਮਰ ਦੀ ਪੂਰੀ ਕੋਰ ਦੇ ਵਿੱਚ ਮੈਗਨੇਟ ਬਣ ਜਾਏਗੀ ਬੱਚੇ। ਇੱਥੇ ਇਹ ਪੂਰੀ ਟਰਾਂਸਫਾਰਮਰ ਦੀ ਜਿਹੜੀ ਇਹ ਕੋਰ ਹੈਗੀ ਇਹਦੇ ਵਿੱਚ ਇੱਕ ਮੈਗਨੇਟ ਬਣ ਜਾਏਗੀ। ਠੀਕ ਹੈ ਜੀ, ਇਹ ਗੱਲ ਕਲੀਅਰ ਹੋ ਗਈ। ਤਾਂ ਇੱਥੇ ਸਾਡੇ ਕੋਲ ਇੱਕ ਫਲਕਸ ਬਣ ਗਈ। ਹੁਣ ਸਾਨੂੰ ਪਤਾ ਵੀ ਜਿਹੜੀ ਇਹ ਫਲਕਸ ਬਣੀ ਆ, ਇਸ ਫਲਕਸ ਦਾ ਨਾਂ ਅਸੀਂ ਕੀ ਦਿੰਦੇ ਹੁੰਦੇ ਆਂਗੇ? φm, ਮੈਕਸਿਮਮ ਫਲਕਸ ਬਣ ਗਈ। ਹੁਣ ਇਹ ਫਲਕਸ ਕਿਹਦੇ ਤੇ ਡਿਪੈਂਡ ਕਰ ਰਹੀ ਆ? IM ਦੇ ਉੱਪਰ। ਤਾਂ IM ਕੀ? IM ਦੀ ਨੇਚਰ ਕੀ ਆ? ਕਿਉਂਕਿ IM ਜਿਹੜਾ ਸਾਡਾ, ਅਸੀਂ ਕਿਹੜੀ ਸਪਲਾਈ ਦਿੱਤੀ ਹੋਈ ਹੈ? AC ਸਪਲਾਈ। ਤਾਂ ਮੈਗਨੇਟਾਈਜ਼ਿੰਗ ਕਰੰਟ ਸਾਡਾ ਇਦਾਂ ਚੱਲ ਰਿਹਾ। ਇਦਾਂ ਚੱਲਣ ਦਾ ਮਤਲਬ ਕੀ ਹੈਗਾ? ਵੱਧ ਵੀ ਰਿਹਾ ਗਾ ਤੇ ਉਹ ਘਟ ਵੀ ਰਿਹਾ ਗਾ। ਕਿਸੇ ਇੱਕ ਪੁਆਇੰਟ ਦੇ ਉੱਪਰ ਉਹ ਮੈਕਸਿਮਮ ਹੁੰਦਾ, ਫਿਰ ਉਹ 0 ਹੋ ਜਾਂਦਾ ਗਾ, ਫਿਰ ਉਹ ਵੱਧ ਕੇ ਫਿਰ ਘਟਦਾ ਗਾ। ਇਹਦਾ ਮਤਲਬ ਕੀ ਹੋ ਰਿਹਾ ਹੈਗਾ? ਮੈਗਨੇਟਾਈਜ਼ਿੰਗ ਕਰੰਟ ਸਾਡਾ ਵੇਰੀ ਕਰ ਰਿਹਾ ਹੈਗਾ। ਜੇ ਮੈਗਨੇਟਾਈਜ਼ਿੰਗ ਕਰੰਟ ਸਾਡਾ ਵੇਰੀ ਕਰ ਰਿਹਾ ਹੈਗਾ ਤਾਂ ਜਿਹੜੀ ਮੈਕਸਿਮਮ ਫਲਕਸ ਹੈਗੀ ਇਹ ਵੀ ਸਾਡੀ ਵੇਰੀ ਕਰ ਰਹੀ। ਤਾਂ φm ਆ ਜਿਹੜੀ ਸਾਡੀ, ਇਹ ਵੱਧਦੀ ਘਟ ਰਹੀ ਹੈਗੀ ਵਿਦ ਰਿਸਪੈਕਟ ਟੂ IM ਕਰੰਟ। AC ਸਪਲਾਈ ਦੇ ਹੋਣ ਕਰਕੇ ਵਿਦ ਰਿਸਪੈਕਟ ਟੂ ਟਾਈਮ ਇਹ ਵੱਧ ਘਟ ਰਹੀ ਆ। ਇਸ ਕਰਕੇ ਇੱਥੇ ਇੱਕ ਵੋਲਟੇਜ ਪੈਦਾ ਹੋਈ ਆ ਰਹੀ ਸੈਕੰਡਰੀ ਸਾਈਡ ਦੇ ਵਿੱਚ। ਉਸ ਵੋਲਟੇਜ ਦਾ ਨਾਂ ਕੀ ਹੈਗਾ? E2 ਵੋਲਟੇਜ। ਹੁਣ ਕਿਉਂਕਿ ਆਹ ਰੈਜ਼ਿਸਟੈਂਸ ਜਿਹੜੀ ਸਾਡੀ ਆ ਦੋ ਟਰਮੀਨਲਾਂ ਦੇ ਵਿੱਚ ਕਨੈਕਟ ਕੀਤੀ ਹੋਈ ਹੈਗੀ, ਤਾਂ ਜਦੋਂ ਅਸੀਂ ਕਦੇ E2 ਜਿਹੜੀ ਅਸੀਂ ਲਗਾਈ ਹੋਈ ਹੈ ਡਿਵਾਈਡ ਬਾਈ ਜਿਹੜੀ ਇਸ ਰੈਜ਼ਿਸਟੈਂਸ ਦੀ ਜਿਹੜੀ ਵੈਲਿਊ ਆ ਗਈ, ਉਸ ਰੈਜ਼ਿਸਟੈਂਸ ਦੇ ਹਿਸਾਬ ਨਾਲ ਇੱਕ ਕਰੰਟ ਫਲੋ ਹੋਊਗਾ, ਜਿਸ ਕਰੰਟ ਦਾ ਨਾਂ ਹੋਏਗਾ I2 ਕਰੰਟ। ਇੱਥੇ ਕਰੰਟ ਫਲੋ ਹੋ ਰਿਹਾ ਰਾਜੇ, I2 ਕਰੰਟ ਫਲੋ ਹੋ ਰਿਹਾ ਹੈਗਾ। ਹੁਣ ਕੁਐਸਚਨ ਇਹ ਹੈਗਾ ਵੀ ਜਿਹੜਾ I2 ਕਰੰਟ ਹੈਗਾ ਇਹ ਕਿੱਥੇ ਫਲੋ ਕਰਦਾ ਹੁੰਦਾ ਹੈਗਾ? ਹਾਂਜੀ ਬੱਚੇ, ਜਿਹੜਾ ਸਾਡਾ ਇਹ ਕਰੰਟ ਹੈਗਾ I2, ਇਹ ਸਾਡਾ ਕਰੰਟ ਰਾਜੇ ਕਿੱਦਾਂ ਦਾ? ਇਹ ਕਰੰਟ ਜਿਹੜਾ ਇਸ ਵੋਲਟੇਜ ਤੋਂ ਕੀ ਕਰੇਗਾ? ਕਿਵੇਂ ਪਤਾ ਲੱਗਦਾ ਹੁੰਦਾ ਵੀ ਜਿਹੜਾ ਕਰੰਟ ਫਲੋ ਹੋ ਰਿਹਾ ਉਹਦੀ ਵੈਲਿਊ ਤਾਂ ਪਤਾ ਲੱਗ ਗਈ ਆਪਾਂ ਨੂੰ, ਉਹ ਇਸ ਵੋਲਟੇਜ ਤੋਂ ਲੈਗ ਕਰੇਗਾ, ਲੀਡ ਕਰੇਗਾ, ਕਿਵੇਂ ਪਤਾ ਲੱਗਦਾ ਹੁੰਦਾਗਾ? ਪਤਾ ਜੀ, ਇਹਨੂੰ ਆਪਾਂ ਲੋਡ ਨਹੀਂ ਕਵਾਂਗੇ, ਇਹਨੂੰ ਆਪਾਂ ਕਵਾਂਗੇ ਨੇਚਰ ਆਫ ਲੋਡ, ਹਨਾ। ਇੱਕ ਜੇ ਇੱਕ ਸ਼ਬਦ ਦੇ ਵਿੱਚ ਅਸੀਂ ਕਹਿਣਾ ਹੋਵੇ, ਆਪਾਂ ਕਵਾਂਗੇ ਨੇਚਰ ਆਫ ਲੋਡ ਕੀ ਹੈਗਾ। ਓਕੇ ਜੀ, ਨੇਚਰ ਆਫ ਲੋਡ ਕੀ ਆ? ਵੀ ਸਾਡਾ ਲੋਡ ਆ ਜਿਹੜਾ ਉਹ ਇੰਡਕਟਿਵ ਇਨ ਨੇਚਰ ਹੈਗਾ, ਕੈਪੈਸਿਟਿਵ ਜਿਹੜਾ ਤੁਸੀਂ ਕਹਿ ਰਹੇ ਹੋ ਠੀਕ ਹੈਗਾ ਵੀ ਕੈਪੈਸਿਟਿਵ ਇਨ ਨੇਚਰ ਆ ਕਿ ਰੈਜ਼ਿਸਟਿਵ ਇਨ ਨੇਚਰ ਆ। ਜੇ ਸਾਡਾ ਸਰਕਟ ਰੈਜ਼ਿਸਟਿਵ ਹੋਇਆ ਮਤਲਬ ਉਹਦੇ ਵਿੱਚ ਇਕੱਲੀ ਰੈਜ਼ਿਸਟੈਂਸ ਲੱਗੀ ਹੋਈ, ਤੇ ਇਹਦਾ ਮਤਲਬ ਕੀ ਆ ਰਾਜੇ? ਇਹਦਾ ਕੀ ਮਤਲਬ ਹੈਗਾ? ਜੇ ਇਕੱਲੀ ਰੈਜ਼ਿਸਟੈਂਸ ਹੋਈ ਇਹਦਾ ਮਤਲਬ ਕੀ ਵੀ ਜਿਹੜਾ ਕਰੰਟ ਹੈਗਾ ਉਹ ਇਨ ਫੇਜ਼ ਚ ਹੋਊਗਾ ਰਾਜੇ, ਕਿਹਦੇ? ਵੋਲਟੇਜ ਦੇ। ਉਹ ਇਨ ਫੇਜ਼ ਚ ਹੋਊਗਾ ਵੋਲਟੇਜ ਦੇ। ਓਕੇ, ਤੇ ਜੇ ਸਾਡਾ ਕਰੰਟ ਹੈ ਜਿਹੜਾ ਉਹ ਰੈਜ਼ਿਸਟਿਵ ਇੰਡਕਟਿਵ ਹੈਗਾ, ਤਾਂ ਜਿਹੜਾ ਉਹਦਾ ਕਰੰਟ ਹੈਗਾ ਉਹ ਲੈਗ ਕਰੇਗਾ, ਕਰੰਟ ਲੈਗ ਕਰੇਗਾ। ਤੇ ਜੇ ਕੈਪੈਸਿਟਿਵ ਹੈਗਾ ਤਾਂ ਕਰੰਟ ਲੀਡ ਕਰੇਗਾ। ਠੀਕ ਹੈ ਜੀ। ਤਾਂ ਇਸ ਦੇ ਵਿੱਚ ਦੂਜੀ ਗੱਲ ਅਸੀਂ ਲਿਖਣ ਲੱਗੇ ਆਂਗੇ ਵੀ ਜਿਹੜਾ ਸਾਡਾ ਲੋਡ ਕਰੰਟ ਹੈਗਾ IL, ਲੋਡ ਕਰੰਟ will flow in secondary winding। ਦੂਜੀ ਗੱਲ ਇਹ ਹੈਗੀ ਵੀ ਲੋਡ ਕਰੰਟ ਫਲੋ ਕਰੇਗਾ ਇਧਰਲੇ ਪਾਸੇ ਰਾਜੇ ਜਿਹੜਾ I2 ਹੈਗਾ। ਠੀਕ ਹੈ ਜੀ, ਉਹ ਡਿਪੈਂਡ ਕਰੇਗਾ ਉਹਦੇ ਦਾ ਲੋਡ ਕਰੰਟ ਦਾ ਜਿਹੜਾ ਐਂਗਲ ਆ I2 ਦਾ ਜਿਹੜਾ ਐਂਗਲ ਹੈਗਾ ਉਹ ਡਿਪੈਂਡ ਕਰੇਗਾ ਰਾਜੇ ਨੇਚਰ ਦੇ ਉੱਪਰ। ਫਿਲਹਾਲ ਅਸੀਂ ਨੇਚਰ ਮੰਨ ਕੇ ਚੱਲਦੇ ਹਾਂ ਵੀ ਜਿਹੜੇ ਅਸੀਂ ਇੱਥੇ ਲੱਗਿਆ ਹੋਇਆ ਇਹ ਸਾਡਾ ਰੈਜ਼ਿਸਟੈਂਸ ਲੱਗਿਆ ਹੋਇਆ RL, ਲੋਡ ਰੈਜ਼ਿਸਟੈਂਸ ਲੱਗਿਆ ਹੋਇਆ। ਤਾਂ ਅਸੀਂ ਕਹਿ ਸਕਦੇ ਹਾਂਗੇ ਵੀ ਇਫ ਲੋਡ ਇਜ਼ ਰੈਜ਼ਿਸਟਿਵ, ਜੇ ਰੈਜ਼ਿਸਟਿਵ ਲੋਡ ਹੈਗਾ ਅਸੀਂ ਕਹਿ ਸਕਦੇ ਹਾਂਗੇ ਜਿਹੜਾ ਸਾਡਾ ਕਰੰਟ I2 ਹੈਗਾ ਤੇ ਜਿਹੜੀ ਸਾਡੀ ਵੋਲਟੇਜ E2 ਆ, ਇਹ ਦੋਨੇ ਆਪਸ ਦੇ ਵਿੱਚ ਐਂਗਲ ਕਿੰਨਾ ਇਹਨਾਂ ਦਾ? 0 ਹੈਗਾ। ਅਸੀਂ ਇਹ ਗੱਲ ਕਹਿ ਸਕਦੇ ਹਾਂਗੇ। ਇਹ ਗੱਲ ਕਲੀਅਰ ਹੋਈ ਜੀ? ਆ ਤਿੰਨ ਚੀਜ਼ਾਂ ਨੋਟ ਕਰ ਲਈਆਂ ਬੱਚੇ ਵੀ ਸਪਲਾਈ ਵੋਲਟੇਜ ਦੇਵਾਂਗੇ V1, ਉਹਦੇ ਨਾਲ IM ਕਰੰਟ ਫਲੋ ਹੋਊਗਾ, IM ਕਰੰਟ ਫਲੋ ਹੋਊਗਾ। ਉਸ ਤੋਂ ਬਾਅਦ ਸਾਡੇ ਕੋਲੇ ਲੋਡ ਕਰੰਟ ਫਲੋ ਹੋਊਗਾ ਸੈਕੰਡਰੀ ਸਾਈਡ ਦੇ ਵਿੱਚ। ਇਹ ਜਿਹੜਾ ਕਰੰਟ ਹੈਗਾ ਉਹ ਕਿੱਥੇ ਹੋਊਗਾ? ਇਹ ਡਿਪੈਂਡ ਕਰੂਗਾ ਵੀ ਨੇਚਰ ਆਫ ਲੋਡ ਕੀ ਹੈਗੀ। ਇੰਨੀਆਂ ਗੱਲਾਂ ਨੋਟ ਕਰ ਲਈਆਂ ਹੁਣ ਤਾਂ ਅਸੀਂ ਅੱਗੇ ਚੱਲਦੇ ਹਾਂ। ਕਰ ਲਈਆਂ ਬੱਚੇ? ਹਾਂਜੀ ਸਰ।
ਹਾਂਜੀ ਸਰ। ਠੀਕ ਹੈ ਜੀ। ਹੁਣ ਦੇਖੋ ਧਿਆਨ ਨਾਲ ਅਜੇ, ਹੁਣ ਦੇਖੋ ਕਹਾਣੀ ਕੀ ਬਣੂਗੀ ਇੱਥੇ। ਹੁਣ ਇੱਕ ਲੈਂਸ ਲਾ ਹੈਗਾ, ਲੈਂਸ ਲਾ ਕੀ ਕਹਿੰਦਾ ਹੈਗਾ, ਲੈਂਸ ਲਾ ਕੀ ਕਹਿੰਦਾ, ਲੈਂਸ ਲਾ ਕਹਿੰਦਾ ਵੀ ਜਿਹੜੀ ਕੋਈ ਵਾ ਜਿਹੜਾ ਤੁਹਾਡਾ ਕਰੰਟ ਹੈਗਾ ਜਾਂ ਫਿਰ ਜਿਹੜੀ ਤੁਹਾਡੀ ਵੋਲਟੇਜ ਹੈਗੀ, ਇਹ ਹਮੇਸ਼ਾ ਜਦੋਂ ਪੈਦਾ ਹੁੰਦੀਆਂ ਨੇਗੀਆਂ ਕਾਹਦੇ ਕਰਕੇ, ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਕਰਕੇ, ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਕਰਕੇ ਪੈਦਾ ਹੋਈਆਂ ਜਿਹੜੀਆਂ ਹੁੰਦੀਆਂ ਨੇ ਇੰਡਕਸ਼ਨ ਕਰਕੇ, ਚਾਹੇ ਵੋਲਟੇਜ ਪੈਦਾ ਹੋਵੇ ਜਿਹਨੂੰ ਆਪਾਂ EMF ਕਹਿੰਦੇ ਹਾਂ, ਚਾਹੇ ਕਰੰਟ ਫਲੋ ਹੋਵੇ, ਇਹ ਹਮੇਸ਼ਾ ਬੱਚੇ ਅਪੋਜ਼ ਕਰਦੀਆਂ ਹੁੰਦੀਆਂ ਨੇਗੀਆਂ। ਵੋਲਟੇਜ ਤੇ ਕਰੰਟ ਅਪੋਜ਼ ਕਰਦਾ ਹੁੰਦਾ ਕਿਹਨੂੰ, ਜਿਹਦੇ ਕਰਕੇ ਇਹ ਪੈਦਾ ਹੋ ਰਿਹਾ। ਕਿਹਦੇ ਕਰਕੇ ਪੈਦਾ ਹੋ ਰਿਹਾ ਰਾਜੇ, ਇਹ ਫਲਕਸ ਦੇ ਵਧਣ ਘਟਣ ਕਰਕੇ, ਫਲਕਸ ਜਦੋਂ ਵੱਧ ਘਟ ਰਹੀ ਹੈ, ਜਾਂ ਫਿਰ ਅਸੀਂ ਕਹਿ ਸਕਦੇ ਕਿਹਦੇ ਕਰਕੇ ਪੈਦਾ ਹੋ ਰਿਹਾ ਹੈ, V1 ਕਰਕੇ। ਇਹਦਾ ਮਤਲਬ ਜਿਹੜੀ ਸਾਡੀ ਵੋਲਟੇਜ ਅਪਲਾਈ ਕੀਤੀ ਅਸੀਂ, ਇਸ ਵੋਲਟੇਜ ਦੇ ਆਪੋਜ਼ਿਟ ਦੇ ਵਿੱਚ ਹੋਊਗਾ ਨਾ ਜਿਹੜਾ ਸਾਡਾ E2 ਬਣੂਗਾ ਜਾਂ ਫਿਰ I2 ਬਣੂਗਾ, ਇਹ ਆਪੋਜ਼ਿਟ ਹੋਣਗੇ ਕਿਹਦੇ ਹੋਏ ਤੋਂ, ਇਹ 180 ਡਿਗਰੀ ਆਪੋਜ਼ਿਟ ਹੋਣਗੇ। ਕਿਉਂਕਿ ਅਸੀਂ ਕੀ ਕਿਹਾ, ਲੈਂਸ ਲਾ ਸਾਡਾ ਕੀ ਕਹਿੰਦਾ ਹੈਗਾ ਵੀ ਪੈਦਾ ਹੋਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਹਮੇਸ਼ਾ ਅਪੋਜ਼ ਕਰਦੀਆਂ ਨੇ ਕਿਹਨੂੰ, ਜਿਹਦੇ ਕਰਕੇ ਇਹ ਪੈਦਾ ਹੁੰਦੀਆਂ ਨੇਗੀਆਂ। ਤਾਂ ਸਾਡਾ ਕਰੰਟ I2 ਆ, ਜਿਹੜਾ ਸਾਡਾ ਕਰੰਟ I2 ਕਰੰਟ ਤੇ E2 ਵੋਲਟੇਜ ਕਿਹਦੇ ਕਰਕੇ ਪੈਦਾ ਹੋਈਆਂ ਰਾਜੇ, ਵੋਲਟੇਜ ਜਿਹੜੀ ਪ੍ਰਾਇਮਰੀ ਵੋਲਟੇਜ ਦਿੱਤੀ ਹੋਈ ਹੈ, ਕਿਉਂਕਿ ਇਹ ਵੋਲਟੇਜ ਵੱਧ ਘਟ ਰਹੀ ਸੀਗੀ, ਇਸ ਵੋਲਟੇਜ ਦੇ ਵਧਣ ਕਰਕੇ ਕਰੰਟ ਵੱਧ ਘਟਿਆ, ਇਹਦੇ ਵਧਣ ਘਟਣ ਕਰਕੇ ਫਲਕਸ ਵਧੀ ਘਟੀ, ਫਲਕਸ ਦੇ ਵਧਣ ਘਟਣ ਕਰਕੇ ਇਹ ਪੈਦਾ ਹੋਈਆਂ ਨੇਗੀਆਂ। ਤਾਂ ਇਹ ਅਪੋਜ਼ ਕਰਨਗੀਆਂ ਬੱਚੇ ਕਿਹਨੂੰ, V1 ਨੂੰ ਅਪੋਜ਼ ਕਰਨਗੀਆਂ। ਤਾਂ ਹੁਣ ਜਦੋਂ ਸੈਕੰਡਰੀ ਸਾਈਡ ਦੇ ਵਿੱਚ ਜਿਹੜਾ ਇੰਨੀ ਗੱਲ ਪਤਾ ਲੱਗੀ ਨਾ ਅਪੋਜ਼ ਕਰਨਗੀਆਂ, ਤਾਂ ਇਹ ਸੈਕੰਡਰੀ ਸਾਈਡ ਦੇ ਵਿੱਚ ਕਰੰਟ ਦੀ ਡਾਇਰੈਕਸ਼ਨ ਆ ਉਹ ਇਦਾਂ ਜਾ ਰਿਹਾ, ਦੇਖੋ ਇਦਾਂ ਜਾ ਰਿਹਾ, ਮੰਨ ਲਓ ਆਹ ਕਰੰਟ ਦੀ ਡਾਇਰੈਕਸ਼ਨ ਹੈਗੀ ਇਦਾਂ, ਇਹਦੇ ਵਿੱਚ ਇਦਾਂ ਘੁੰਮ ਰਿਹਾ ਕਰੰਟ। ਹੁਣ ਜਦੋਂ ਇਹ ਸੈਕੰਡਰੀ ਸਾਈਡ ਦੇ ਵਿੱਚ ਕਰੰਟ ਘੁੰਮਣਾ ਸ਼ੁਰੂ ਹੋਊਗਾ ਤਾਂ ਸੈਕੰਡਰੀ ਸਾਈਡ ਦੇ ਵਿੱਚ ਕਰੰਟ ਦੇ ਫਲੋ ਹੋਣ ਦੇ ਨਾਲ ਇਹਦੀ ਵਾਈਂਡਿੰਗ ਦੇ ਵਿੱਚ ਇੱਕ ਫਲਕਸ ਪੈਦਾ ਹੋਊਗੀ। ਤਾਂ ਇਹਦੇ ਵਿੱਚ ਇੱਕ ਨਵੀਂ ਫਲਕਸ ਫਲੋ ਹੋਏਗੀ ਰਾਜੇ, ਇਹ ਕਰੰਟ ਕਰਕੇ, ਜਿਹੜਾ ਕਰੰਟ ਸੈਕੰਡਰੀ ਸਾਈਡ ਦੇ ਵਿੱਚ ਫਲੋ ਹੋ ਰਿਹਾ ਹੈਗਾ ਸੈਕੰਡਰੀ ਸਾਈਡ ਦੀ, ਇਹਦੇ ਕਰਕੇ ਕਰੰਟ ਕਰਕੇ ਸੈਕੰਡਰੀ ਸਾਈਡ ਦੀ ਵਾਈਂਡਿੰਗ ਦੇ ਵਿੱਚ ਕਰੰਟ ਕਰਕੇ ਇੱਕ ਨਵੀਂ ਫਲਕਸ ਪੈਦਾ ਹੋ ਜੂਗੀ, ਜਿਹੜੀ ਫਲਕਸ ਦਾ ਨਾਲ ਹੋਏਗਾ ਬੱਚੇ φ2। ਹੁਣ φ2 ਜਿਹੜੀ ਫਲਕਸ ਹੈਗੀ, ਜਾਂ ਫਿਰ ਆਪਾਂ ਇਹ ਕਿਹਦੇ ਇਨਫੇਸ ਚ ਹੋਏਗੀ ਰਾਜੇ, φ2 ਫਲਕਸ ਕਿਹਦੇ ਇਨਫੇਸ ਚ ਹੁੰਦੀ ਹੈਗੀ, ਇਨਫੇਸ ਵਿਦ, ਇਨਫੇਸ ਕੀ ਹੋਏਗੀ ਰਾਜੇ ਦੱਸਿਓ ਮੈਨੂੰ, ਇਹ I2 ਦੇ ਇਨਫੇਸ ਚ ਹੋਏਗੀ, IM ਦੇ ਇਨਫੇਸ ਚ, ਹਾਂਜੀ I2 ਦੇ, I2 ਨੇ ਇਹਨੂੰ ਪੈਦਾ ਕੀਤਾ ਤਾਂ I2 ਦੇ ਇਨਫੇਸ ਚ ਹੋਏਗੀ। ਪਰ ਅਸੀਂ ਇਹ ਦੇਖਿਆ ਹੈਗਾ ਵੀ ਇਹ I2 ਆ ਜਿਹੜਾ, ਇਹ ਤਾਂ ਆਊਟ ਆਫ ਫੇਸ ਹੈਗਾ ਸਾਡਾ ਕਿਹਦੇ, V1 ਦੇ। ਇਹਦਾ ਮਤਲਬ ਤਾਂ ਇਹ ਹੋ ਗਿਆ ਵੀ φm ਨੂੰ ਪੈਦਾ ਕਿਹਨੇ ਕੀਤਾ ਸੀਗਾ, ਸਾਡੇ ਵੋਲਟੇਜ ਨੇ ਪੈਦਾ ਕੀਤਾ ਸੀਗਾ, V1 ਨੇ। ਪਰ ਜਿਹੜੀ ਪੈਦਾ ਹੋਈ ਹੈਗੀ ਇਹ, ਜਿਹੜੀ ਸਾਡੀ ਇਹ ਫਲਕਸ ਪੈਦਾ ਹੋਈ ਆ I2 ਕਰਕੇ, ਆਊਟ ਆਫ ਫੇਸ ਆ ਗਈ ਜੀ, ਇਹ ਫਲਕਸ ਤਾਂ ਆਊਟ ਆਫ ਫੇਸ ਆ ਗਈ। ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਸਾਡੀ ਫਲਕਸ ਦੇ ਵਿੱਚੋਂ ਰਾਜੇ φ2 ਫਲਕਸ ਘਟੂਗੀ, ਉਹ ਸਾਡੀ ਟੋਟਲ ਫਲਕਸ ਹੋਊਗੀ। ਹੁਣ ਸਾਡੀ ਫਲਕਸ ਟੋਟਲ ਫਲਕਸ ਇਹ ਰਹਿ ਜੂਗੀ। ਓਕੇ ਜੀ, ਤਾਂ ਸਾਡੇ ਕੋਲੇ ਕੀ, ਤਾਂ ਇਹਦਾ ਮਤਲਬ ਤਾਂ ਇਹ ਹੋ ਗਿਆ ਰਾਜੇ ਵੀ ਸਾਡੀ ਜਿਹੜੀ φ2 ਫਲਕਸ ਆ ਨਾ, ਉਹ ਸਾਡੀ ਮੇਨ ਫਲਕਸ ਨੂੰ ਘਟਾਵੇਗੀ, ਫਲਕਸ ਸਾਡੀ ਘਟ ਜਾਏਗੀ। ਤਾਂ ਹੁਣ ਜਿਹੜੀ ਮੇਨ ਫਲਕਸ ਹੈਗੀ ਬੱਚੇ, ਜਿਹੜੀ ਆਹ ਮੇਨ ਫਲਕਸ ਆ, ਇਹ ਪੈਦਾ ਹੋ ਰਹੀ ਸੀ ਕੀ ਚੋਂ, ਸਪਲਾਈ ਚੋਂ ਪੈਦਾ ਹੋ ਰਹੀ, ਜਿਹੜੀ ਸਾਡੀ φm ਆ ਮੈਕਸਿਮਮ ਫਲਕਸ ਹੈ ਜਿਹੜੀ ਸਾਡੀ, ਇਹ ਜਿਹੜੀ ਪੈਦਾ ਹੋ ਰਹੀ ਸੀ ਇਹ ਸਪਲਾਈ ਵੋਲਟੇਜ ਚੋਂ ਪੈਦਾ ਹੋ ਰਹੀ ਸੀ ਨਾ, ਸਪਲਾਈ ਵਾਲੇ ਪਾਸਿਓਂ। ਇਹਦਾ ਮਤਲਬ ਇਹਦੇ ਕੋਲ ਤਾਂ ਇੱਕ ਭੰਡਾਰ ਨਹੀਂ ਪਿਆ ਹੈਗਾ, ਇਹਦੇ ਕੋਲੇ ਤਾਂ ਭੰਡਾਰ ਆ ਜੀ, ਇਹਦੀ ਮਰਜ਼ੀ ਆ ਕਿੰਨਾ ਮਰਜ਼ੀ ਕਰੰਟ ਲਵੇ ਇਹ ਪ੍ਰਾਇਮਰੀ ਸਾਈਡ ਵੱਲੋਂ ਸਪਲਾਈ ਦੇ ਵਿੱਚੋਂ। ਤਾਂ ਇਹ ਕੀ ਕਰੇਗੀ ਬੱਚੇ, ਜਿੰਨੀ ਕੁ ਫਲਕਸ ਘਟੀ ਹੈਗੀ ਆਹ, ਜਿੰਨੀ ਕੁ ਫਲਕਸ ਜਿਹੜੀ ਇਹਦੇ ਵਿੱਚੋਂ ਆ ਘਟੀ ਹੈਗੀ ਸਾਡੀ, ਇੰਨੀ ਕੁ ਫਲਕਸ ਇਹ ਪੈਦਾ ਕਰਨ ਵਾਸਤੇ ਇਧਰਲੇ ਪਾਸੋਂ ਇੱਕ ਵੱਖਰਾ ਕਰੰਟ ਫਲੋ ਕਰਵਾਵੇਗੀ। ਉਸ ਕਰੰਟ ਦਾ ਬਿਲਕੁਲ ਉਹ ਕਰੰਟ ਬਰਾਬਰ ਹੋਏਗਾ ਜਿੰਨਾ ਸਾਡੀ ਫਲਕਸ ਕਿੰਨੀ ਘਟੀ ਹੈਗੀ, ਸਾਡੀ ਕਿੰਨੀ ਫਲਕਸ ਘਟੀ ਹੈ, ਜਿੰਨੀ ਕਿ ਸਾਡੀ φ2 ਪੈਦਾ ਹੋਈ ਹੈਗੀ, ਜਿੰਨੀ φ2 ਪੈਦਾ ਹੋਈ ਹੈ। ਇਹਦਾ ਮਤਲਬ ਜਿੰਨਾ ਕੁ φ2 ਪੈਦਾ ਹੋਇਆਗਾ ਉਹਨਾਂ ਸਾਨੂੰ ਪ੍ਰਾਇਮਰੀ ਸਾਈਡ ਦੇ ਉੱਪਰ ਕਰੰਟ ਚਾਹੀਦਾ ਹੈਗਾ ਵਾਧੂ, ਜਿਹਦਾ ਨਾਂ ਹੈਗਾ ਗਾ ਰਾਜੇ ਇੱਥੇ ਸਾਡੇ ਕੋਲੇ ਇੱਕ ਹੋਰ ਕਰੰਟ ਫਲੋ ਹੋਣ ਲੱਗ ਜਾਏਗਾ, ਜਿਹੜੇ ਕਰੰਟ ਦਾ ਨਾਂ ਹੈਗਾ I2 ਡੈਸ਼। ਡੈਸ਼ ਅਸੀਂ ਕਿਉਂ ਲਿਖਿਆ ਹੈਗਾ, ਉਹ ਤਾਂ ਲਿਖਿਆ ਹੈਗਾ ਵੀ ਸਾਡਾ I2 ਕਰੰਟ ਤੇ I2 ਡੈਸ਼ ਕਰੰਟ ਮੈਗਨੀਟਿਊਡ ਵਾਈਜ਼ ਇੱਕ ਦੂਜੇ ਦੇ ਇਕੁਅਲ ਹੈਗਾ, ਕਿਉਂਕਿ ਇਸ I2 ਕਰੰਟ ਨੇ ਹੀ ਦਿੱਕਤ ਪੈਦਾ ਕੀਤੀ ਹੈਗੀ ਵੀ ਇਹਨੇ ਇੱਕ ਫਲਕਸ ਪੈਦਾ ਕੀਤੀ ਹੈ, ਜਿਹੜੀ ਫਲਕਸ ਘਟੀ ਹੈਗੀ ਜਿਹੜੀ।
ਤਾਂ ਇਹਦਾ ਮਤਲਬ ਇੱਕ ਕੋਰ ਦੇ ਵਿੱਚ ਤਾਂ ਫਲਕਸ ਉਨੀ ਕੇ ਬਣਦੀ ਹੁੰਦੀ ਹੈ, ਜਿੰਨੀ ਕੁ ਉਹਨੂੰ ਲੋੜ ਆ ਉਨੀ ਕੁ ਤਾਂ ਫਲਕਸ ਉਹ ਬਣਾਵੇਗੀ। ਤਾਂ ਉਨੀ ਫਲਕਸ ਬਣਾਉਣ ਵਾਸਤੇ ਉਹ ਪ੍ਰਾਇਮਰੀ ਸਾਈਡ ਦੇ ਵਿੱਚ ਇੱਕ ਵੱਖਰਾ ਕਰੰਟ ਲੈਣ ਲੱਗ ਜੂ, ਜਿਹੜੇ ਕਰੰਟ ਦਾ ਨਾਂ ਕੀ ਆ ਬੱਚੇ, I2 ਇਹਦਾ ਮਤਲਬ ਲੋਡ ਪਾਉਣ ਦੇ ਨਾਲ ਸਾਡਾ ਕਰੰਟ ਪ੍ਰਾਇਮਰੀ ਸਾਈਡ ਵਾਲੇ ਪਾਸਿਓਂ ਵੀ ਵੱਧ ਗਿਆ। ਲੋਡ ਪਾਉਣ ਦੇ ਨਾਲ ਕਰੰਟ ਤਾਂ ਵਧਿਆ ਸੀਗਾ ਸਾਡਾ ਸੈਕੰਡਰੀ ਸਾਈਡ ਤੇ, ਪਰ ਉਹਨੇ ਫਲਕਸ ਨੂੰ ਘਟਾਤਾ, ਜਿਹਦੇ ਕਰਕੇ ਪ੍ਰਾਇਮਰੀ ਸਾਈਡ ਦੇ ਵਿੱਚੋਂ ਵੀ ਇੱਕ ਵੱਖਰਾ ਕਰੰਟ ਖਿੱਚਿਆ ਗਿਆ। ਉਹ ਕਰੰਟ ਕਿੰਨਾ ਕੁ ਖਿੱਚਿਆ ਗਿਆ ਹੈਗਾ, ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਜੀ। ਜਿਹੜਾ ਸਾਡਾ I2 ਕਰੰਟ ਹੈ ਡਾਇਰੈਕਟਲੀ ਪ੍ਰੋਪੋਰਸ਼ਨਲ ਹੈਗਾ, I2 ਹੈ ਜਿਹੜਾ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਕਿਹਦੇ ਰਾਜੇ, I2 ਦੇ, ਜਿੰਨਾ ਕੁ I2 ਕਰੰਟ ਪੈਦਾ ਹੋਇਆ। ਇਹਦਾ ਮਤਲਬ ਜਿਉਂ-ਜਿਉਂ ਅਸੀਂ ਲੋਡ ਨੂੰ ਸੈਕੰਡਰੀ ਸਾਈਡ ਦੇ ਵਿੱਚ ਲੋਡ ਨੂੰ ਵਧਾਈ ਜਾਵਾਂਗੇ ਤਾਂ ਲੋਡ ਦੇ ਵਧਾਉਣ ਦੇ ਨਾਲ I2 ਸਾਡਾ ਕਰੰਟ ਆ ਜਿਹੜਾ ਉਹ ਵਧੀ ਜਾਊਗਾ। ਜਦੋਂ I2 ਕਰੰਟ ਸਾਡਾ ਵਧੀ ਜਾਊਗਾ, ਸਾਡੀ φ2 ਫਲਕਸ ਆ ਜਿਹੜੀ ਉਹ ਵੀ ਵਧੂਗੀ, ਜਿਹਦੇ ਕਰਕੇ ਰਾਜੀ ਸਾਡੀ ਮੈਕਸਿਮਮ ਫਲਕਸ ਥੋੜੀ ਜਿਹੀ ਘਟੂਗੀ। ਇਹਦੀ ਪੂਰਤੀ ਕਰਨ ਵਾਸਤੇ ਇੱਕ ਨਵਾਂ ਕਰੰਟ ਪੈਦਾ ਹੋਊਗਾ, ਜਿਹੜਾ ਕਿ ਇਹਨੂੰ ਮਾਰਨ ਵਾਸਤੇ ਕਹਿ ਲਓ, ਚਾਹੇ ਇਹਦੀ ਪੂਰਤੀ ਕਰਨ ਵਾਸਤੇ ਕਹਿ ਲਓ। ਉਸ ਕਰੰਟ ਦਾ ਨਾਂ ਹੋਊਗਾ I2 ਇਹਦਾ ਮਤਲਬ ਇੱਕ ਨਵਾਂ ਕਰੰਟ ਫਲੋ ਹੋਣ ਲੱਗ ਜੂਗਾ। ਕਲੀਅਰ ਹੋਈ ਬੱਚੇ ਗੱਲ ਮੇਰੀ? ਇਹ ਸਪੋਜ਼ ਕਰੋ ਮੈਂ ਇੱਕ ਐਗਜ਼ਾਮਪਲ ਲੈਣਾਗਾ, ਇੱਕ ਬੰਦਾ ਹੈਗਾ ਬੱਚੇ, ਇਹਦੀ ਸੈਲਰੀ ਹੈਗੀ ਬੱਚੇ 10,000, ਠੀਕ ਹੈ ਜੀ। ਚਲੋ ਇਹ ਆਪਦੇ ਜੇਬ ਦੇ ਵਿੱਚ ਨਾ 10,000 ਰੁਪਏ ਲੱਗਦਾ, ਇਹਦੀ ਪੋਕਟ ਦੇ ਵਿੱਚ 10,000 ਰਹਿੰਦਾ ਹੈਗਾ। ਫਾਈਨੈਂਸ਼ੀਅਲੀ ਇਹ ਹੈਗਾ, ਇਹਦੇ ਕੋਲੇ ਪੈਸਾ ਹੈਗਾ, ਇਹ 10,000 ਰੁਪਏ ਆਪਦੀ ਜੇਬ 'ਚ ਰੱਖਦਾ ਹੈਗਾ। ਹੁਣ ਇਹਦੇ ਕੋਲ ਇੱਕ ਵੱਖਰਾ ਸੇਵਿੰਗ ਅਕਾਊਂਟ ਹੈਗਾ, ਜਿਹਦੇ ਵਿੱਚ ਇਹਨੇ ਆਪਣੇ ਕੁਛ ਨਾ ਕੁਛ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਰੱਖੀ ਹੋਈ ਹੈਗੀ, 50,000, ਲੱਖ, 2 ਲੱਖ, ਕੁਛ ਮਰਜ਼ੀ ਕਹਿ ਲਓ। ਸਪੋਜ਼ ਕਰੋ ਇਹਦੇ ਬੱਚੇ ਨੇ ਅਪੋਜ਼ ਕਰਦੇ ਕੌਣ ਹੁੰਦੇ ਹੈਗੇ, ਬੱਚੇ ਹਿਸਾਬ ਨਾਲ ਜਿਹੜੇ ਪੈਦਾ ਹੁੰਦੇ ਹੈਗੇ ਉਹ ਅਪੋਜ਼ ਕਰਦੇ ਆ ਨਾ ਇਹਨੂੰ। ਤਾਂ ਮੰਨ ਲਓ ਇਹਦੇ ਬੱਚਿਆਂ ਦੇ ਖਰਚੇ ਸੀ ਕੁਛ, ਜਿਹਦੇ ਕਰਕੇ 2,000 ਰੁਪਏ ਦਾ ਚੱਲ ਗਿਆ। ਤਾਂ ਜਦੋਂ 2,000 ਰੁਪਏ ਚੱਲ ਗਿਆ, ਇਹਦੇ ਕੋਲੇ ਕੁੱਲ ਇਹਦੀ ਜੇਬ 'ਚ ਕਿੰਨੇ ਰੁਪਏ ਰਹਿ ਗਏ ਰਾਜੇ, 8,000। ਤਾਂ ਇਹਨੂੰ ਖਜ਼ਾਨੇ ਦੇ ਵਿੱਚੋਂ, ਆਪਦੇ ਖਜ਼ਾਨੇ ਦੇ ਵਿੱਚੋਂ ਕਿੰਨੇ ਰੁਪਏ ਹੋਰ ਕੱਢਣੇ ਪੈਣੇ ਹੈਗੇ? ਹਾਂਜੀ, 2,000 ਹੀ ਕੱਢਣਾ ਪਊਗਾ ਨਾ, ਕਿਉਂਕਿ 2,000 ਘਟਿਆ ਹੈਗਾ, ਕਿਉਂਕਿ ਉਹ ਜੇਬ 'ਚ ਕਿੰਨਾ ਰੱਖਦਾ ਹੈਗਾ, 10,000 ਆ ਉਹਦੀ ਜੇਬ 'ਚ ਰੱਖਣ ਵਾਲਾ, ਜਿਹੜਾ ਜਿੰਨਾ ਵੀ ਉਹ ਹੈਗਾ। ਤਾਂ ਸਾਡੇ ਕੋਲੇ ਇੱਥੇ 10,000 ਕੀ ਸੀਗਾ ਜਿਹੜਾ ਉਹ ਜੇਬ 'ਚ ਰੱਖਦਾ ਸੀਗਾ, 10,000 ਆ ਸਾਡੀ ਮੈਕਸਿਮਮ ਫਲਕਸ। ਜਿਹੜੀ ਘਟਾਈ ਹੈਗੀ, ਜਿਹੜੀ ਘਟ ਗਈ, 2,000 ਰੁਪਏ ਜਿਹੜਾ ਘਟ ਗਿਆ, ਜਿਹੜੇ ਖਰਚੇ ਹੋ ਗਏ, ਉਸ ਫਲਕਸ ਦਾ ਨਾਂ ਕੀ ਹੈ ਸਾਡਾ, φ2 ਫਲਕਸ। ਇਹ ਜਿਹੜੇ ਖਰਚੇ ਆ ਹਮੇਸ਼ਾ ਇਹਦੇ ਵਿੱਚੋਂ ਮਾਈਨਸ ਹੋਣਗੇ ਨਾ ਸਾਡੀ ਪੂਰੀ ਤਨਖਾਹ 'ਚੋਂ, ਜਿਹੜੇ ਸਾਡੇ ਰੁਪਈਏ ਜੇਬ 'ਚ ਪਏ ਹੈਗੇ। ਤਾਂ ਉਸ ਤੋਂ ਬਾਅਦ ਸਾਡੇ ਕੋਲੇ ਰਹਿ ਗਿਆ ਜਿਹੜਾ ਸਾਡਾ, ਉਸ ਰਹਿ ਗਏ ਦੇ ਵਿੱਚ ਕਿੰਨਾ ਹੋਰ ਜੁੜੂਗਾ, ਜਿੰਨੀ ਕਿ ਇਹਨੇ ਕੀਤੀ ਹੈਗੀ, ਜਿੰਨੇ ਖਰਚੇ ਕੀਤੇ ਹੈਗੇ। ਤੇ ਖਰਚੇ ਦਾ ਬਰਾਬਰ ਨਹੀਂ ਹੋਣਗੇ। ਇੱਧਰਲੇ ਪਾਸੇ ਸਾਡਾ ਕਿੰਨਾ ਖਿੱਚਿਆ ਜਾਊਗਾ, ਤੁਹਾਨੂੰ 2,000 ਰੁਪਇਆ ਜਿਹੜੀ ਸੇਵਿੰਗ ਖਾਤਾ ਪਿਆ ਹੈਗਾ, ਜਿਹੜਾ ਇਸ ਸੇਵਿੰਗ ਖਾਤੇ 'ਚ 2,000 ਰੁਪਇਆ ਹੋਰ ਜਮਾ ਕਰੂਗਾ, ਤੇ ਕੁੱਲ ਫੇਰ ਹਰ ਵਕਤ ਆਪਣੀ ਜੇਬ ਦੇ ਵਿੱਚ ਇਹਨੇ ਕਿੰਨਾ ਰੱਖਣਾ ਹੈਗਾ, 10,000 ਰੁਪਏ ਰੱਖਣਾ ਹੈ। ਕੀ ਮੈਂ ਆਪਣੀ ਗੱਲ ਨੂੰ ਕਲੀਅਰ ਕਰ ਪਾਇਆਗਾ? ਵੀ ਜਿੰਨਾ ਸਾਡੇ ਕੋਲੇ ਲੋਡ ਵਧੂਗਾ, ਉਹਨਾਂ ਲੋਡ ਵਧਣ ਦੇ ਨਾਲ ਜਿੰਨਾ ਸਾਡੇ ਕੋਲੇ ਲੋਡ ਵਧੇਗਾ, ਓਨੀ ਹੀ ਪ੍ਰਾਇਮਰੀ ਸਾਈਡ ਦੇ ਵਿੱਚ ਇੱਕ ਵੱਖਰਾ ਕਰੰਟ ਫਲੋ ਹੋਣ ਲੱਗ ਜਾਏਗਾ। ਜਿੰਨਾ ਕਰੰਟ ਉਹ ਵੱਖਰਾ ਕਰੰਟ ਫਲੋ ਹੋਵੇਗਾ, ਜਿਹਦਾ ਨਾਂ ਹੈਗਾ I2, ਇਹ ਉਨੀ ਕੁ ਜਿੰਨੀ ਕੁ ਫਲਕਸ ਇਹਨੇ ਘਟਾਈ ਸੀਗੀ, ਉਨੀ ਕੁ ਫਲਕਸ ਦੁਬਾਰੇ ਫੇਰ ਬਣਾ ਦੂਗਾ। ਇਹ ਜਿੰਨੀ ਕੁ ਫਲਕਸ ਘਟਾਈ ਸੀਗੀ, ਦੁਬਾਰੇ ਫੇਰ ਉਨੀ ਕੁ ਫਲਕਸ ਇਹਦੇ ਵਿੱਚ ਇਹ ਬਣਾ ਦੇਗਾ ਰਾਜੇ, ਜਿਹਦੇ ਨਾਲ ਸਾਡੇ ਕੋਲੇ ਪਹਿਲਾਂ ਜਿੰਨੀ ਫਲਕਸ ਸਾਡੀ ਫੇਰ ਬਣ ਜੂਗੀ, ਜਿਹਦਾ ਨਾਂ ਕੀ ਰਹਿ ਜਾਏਗਾ, φm। ਇਹਦਾ ਮਤਲਬ ਸਾਡੇ ਕੋਲੇ ਕਾਰਨ ਹੁੰਦਾ ਹੈਗਾ ਵੀ ਕਦੇ ਵੀ ਮੈਕਸਿਮਮ ਫਲਕਸ ਸਾਡੀ ਜਿਹੜੀ ਕੋਰ ਦੇ ਅੰਦਰ ਬਣਨੀ ਹੈਗੀ, ਉਹ ਘਟਦੀ ਨਹੀਂ ਹੈਗੀ। ਓਕੇ ਜੀ, ਇੱਕ ਤੁਹਾਨੂੰ ਐਗਜ਼ਾਮਪਲ ਹੋਰ ਦਿੰਦਾ ਰਾਜੇ। ਤੁਹਾਡੀਆਂ ਜਿਹੜੀਆਂ ਮੋਟਰਾਂ ਨੇਗੀਆਂ, ਟਿਊਬਵੈਲ ਆ, ਦੁਆ ਜੇਈ ਬਣਨਾ ਤੁਸੀਂ, ਤੁਹਾਡਾ ਜਿਹੜਾ ਵਾਹ ਪਊਗਾ ਉਹ ਟਿਊਬਵੈਲ ਮੋਟਰਾਂ ਨਾਲ ਹੀ ਪਊਗਾ, ਹਨਾ। ਮੋਟਰਾਂ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਇੱਕ ਚਵੱਚਾ ਬਣਿਆ ਹੁੰਦਾ ਗਾ ਏਦਾਂ ਦਾ, ਇਹਦੇ ਉੱਪਰ ਇੱਕ ਪਾਈਪ ਟਿਕਿਆ ਹੁੰਦਾ ਗਾ ਏਦਾਂ, ਤੇ ਪਾਣੀ ਪੈ ਰਿਹਾ ਹੁੰਦਾ ਗਾ ਇਹਦੇ ਅੰਦਰ, ਹਨਾ। ਓਕੇ ਜੀ, ਤੁਸੀਂ ਦੇਖੋਗੇ ਇਹਦੇ ਇੱਥੇ ਇੱਕ ਜਦੋਂ ਇਹ ਪਾਣੀ ਸਭ ਤੋਂ ਪਹਿਲਾਂ ਕੀ ਹੁੰਦਾ ਬੱਚੇ, ਇੰਨਾ ਕੁਛ ਨਾ ਕੁਛ ਇੱਕ ਇੱਥੇ ਕਿ ਨਾ ਇੱਥੇ ਉਹ ਡੂੰਘਾ ਛੱਡਿਆ ਹੁੰਦਾ, ਵੀ ਜਿਹੜਾ ਜਦੋਂ ਅੱਜ ਬੱਚਾ ਭਰ ਜਾਂਦਾ, ਇਹਨੂੰ ਔਲੋ ਵੀ ਕਹਿੰਦੇ ਆ ਕੁਛ ਇਲਾਕੇ ਦੇ ਵਿੱਚ, ਇਹਨੂੰ ਮੇਨ ਟੈਂਕ ਰਿਜ਼ਰਵਾਇਰ ਕਹਿ ਲਓ, ਕੁਛ ਮਰਜ਼ੀ ਕਹਿ ਲਓ।
ਵੀ ਜਦੋਂ ਇਹ ਇੰਨਾ ਭਰ ਜਾਂਦਾ, ਇਸ ਭਰਨ ਤੋਂ ਬਾਅਦ ਚੋਂ ਫਿਰ ਇਹਦੇ ਵਿੱਚ ਪਾਣੀ ਗਿਰਨਾ ਬਾਹਰਲੇ ਪਾਸੇ ਸ਼ੁਰੂ ਹੁੰਦਾ ਹੈਗਾ। ਪਹਿਲਾਂ ਇੰਨਾ ਭਰਦਾ ਹੈਗਾ ਇਹ, ਹਨਾ, ਫਿਰ ਉਸ ਤੋਂ ਬਾਅਦ ਸਾਡਾ ਪਾਣੀ ਜਿਹੜਾ ਅੱਗੇ ਜਾਣਾ ਸ਼ੁਰੂ ਹੁੰਦਾ ਹੈਗਾ। ਸਪੋਜ਼ ਕਰੋ ਕਿਸੇ ਕਾਰਨ ਕਰਕੇ ਇੱਥੇ ਨਾ ਥੋੜਾ ਜਿਹਾ ਇਹਦੇ ਹੇਠਾਂ ਹੋਲ ਵੀ ਹੁੰਦਾ, ਬਾਈ ਚਾਂਸ ਕਦੇ ਸਫਾਈ ਕਰਨੀ ਹੋਵੇ ਨਾ ਤਾਂ ਇੱਥੋਂ ਦੀ ਅਸੀਂ ਪਾਣੀ ਸਾਰਾ ਕੱਢ ਦਿੰਦੇ ਆ। ਸਪੋਜ਼ ਕਰੋ ਆਹ ਹੋਲ ਹੈਗਾ, ਇਸ ਹੋਲ ਨੇ ਆਹ ਪਾਣੀ ਨੂੰ ਘਟਾਤਾ ਰਾਜੇ, ਆਹ ਪਾਣੀ ਨੂੰ, ਤਾਂ ਜਦੋਂ ਰਾਜੇ ਆਹ ਪਾਣੀ ਘਟ ਜਾਏਗਾ ਸਾਡਾ, ਤਾਂ ਕੀ ਆਹ ਜਿਹੜਾ ਚਵੱਚਾ ਹੈਗਾ ਜਾਂ ਫਿਰ ਜਿਹੜਾ ਆਲੂ ਇਹਦੇ ਵਿੱਚ ਕੀ ਪਾਣੀ ਦਾ ਲੈਵਲ ਆ ਜਿਹੜਾ ਉਹ ਥੱਲੇ ਆ ਜਾਊਗਾ, ਇੰਨਾ ਥੱਲੇ ਆ ਜਾਊਗਾ। ਜੇ ਇੱਥੋਂ ਪਾਣੀ ਆਹ ਘਟ ਗਿਆ, ਇਹਦੇ ਪਾਸੇ ਕੁਛ ਨਾ ਕੁਛ ਲੀਕੇਜ ਹੋ ਗਈ, ਛੋਟੀ ਪਾਈਪ ਹੀ ਲੱਗੀ ਹੁੰਦੀ ਹੈ ਇੱਥੇ ਜਿਹੜਾ, ਤਾਂ ਇਸ ਪਾਈਪ ਦੇ ਕਰਕੇ ਰਾਜੇ ਕਦੇ ਪਾਣੀ ਆਹ ਘਟ ਜਾਊਗਾ, ਕਿਉਂਕਿ ਭੰਡਾਰ ਆ ਰਾਜੇ, ਭੰਡਾਰ ਆ, ਕਿਉਂਕਿ ਭੰਡਾਰ ਆ ਸਾਡੇ ਕੋਲੇ। ਕਾਹਦਾ ਭੰਡਾਰ ਹੈਗਾ? ਪਾਣੀ ਦਾ ਭੰਡਾਰ ਆ, ਕਿਉਂਕਿ ਲਗਾਤਾਰ ਸਾਡੇ ਕੋਲੇ ਇੱਕ ਨਵਾਂ ਪਾਣੀ ਆਈ ਜਾਂਦਾ। ਉਹ ਪਾਣੀ ਪਹਿਲਾਂ ਇਹਦੀ ਪੂਰਤੀ ਕਰੂਗਾ ਰਾਜੇ, ਉਹ ਪਾਣੀ ਪਹਿਲਾਂ ਇਹਦੀ ਪੂਰਤੀ ਕਰੂਗਾ, ਫਿਰ ਬਾਹਰ ਜਾਏਗਾ। ਤਾਂ ਜਦੋਂ ਕਿਸੇ ਵੀ ਚੀਜ਼ ਕੋਲੇ ਕੋਈ ਭੰਡਾਰ ਹੁੰਦਾ ਹੈਗਾ, ਤਾਂ ਉਹ ਪਹਿਲਾਂ ਜਿਹੜੇ ਆਪਦੇ ਖਰਚੇ ਆ ਉਹ ਆਪਦੇ ਪਹਿਲਾਂ ਉੱਥੋਂ ਪੂਰੇ ਕਰਦਾ। ਤਾਂ ਸਾਡੇ ਕੋਲੇ ਭੰਡਾਰ ਕੀ ਹੈਗਾ? V1, ਜਿਹੜੀ ਸਾਡੀ ਸਪਲਾਈ ਹੈਗੀ, ਜਿਹੜੀ ਸਾਡੀ ਇਹ ਸਪਲਾਈ ਸਾਡੀ ਪੂਰਤੀ ਕਰ ਰਹੀ ਹੈ। ਕਿੰਨਾਂ ਦੀ ਪੂਰਤੀ ਕਰ ਰਹੀ ਹੈਗੀ? ਸਭ ਕਾਹੇ ਦੀ ਪੂਰਤੀ ਇਹੀ ਕਰ ਰਹੀ ਹੈ ਸੈਕੰਡਰੀ ਸਾਈਡ ਦੇ ਵਿੱਚ, ਚਾਹੇ ਕੋਈ ਕਰੰਟ ਆ ਚਾਹੇ ਕੁਛ ਮਰਜ਼ੀ ਹੈਗਾ। ਓਕੇ ਜੀ, ਤਾਂ ਇਹ ਕਾਰਨ ਆ ਰਾਜੇ। ਬੇਸ਼ੱਕ ਸਾਡਾ ਕਰੰਟ ਫਲੋ ਹੋਣ ਦੇ ਨਾਲ ਫਲਕਸ ਵੱਧਦੀ ਘਟਦੀ ਆ ਮਾੜੀ ਮੋਟੀ, ਪਰ ਫਲਕਸ ਫੇਰ ਉੱਥੇ ਹੀ ਆ ਜਾਂਦੀ ਹੈਗੀ। ਇਸ ਕਰਕੇ ਅਸੀਂ ਟਰਾਂਸਫਾਰਮਰ ਨੂੰ ਕਹਿੰਦੇ ਆਂਗੇ ਵੀ ਲੋਡ ਦੇ ਵਧਣ ਦੇ ਨਾਲ ਤੇ ਲੋਡ ਦੇ ਘਟਣ ਦੇ ਨਾਲ ਸਾਡੀ ਜਿਹੜੀ ਫਲਕਸ ਹੈਗੀ ਇਹ ਕੀ ਹੁੰਦਾ ਬੱਚੇ? ਕਾਂਸਟੈਂਟ ਰਹਿੰਦੀ ਹੈਗੀ। ਓਕੇ ਜੀ, ਤਾਂ ਕਰਕੇ ਇੱਕ ਟਰਾਂਸਫਾਰਮਰ ਨੂੰ ਕਾਂਸਟੈਂਟ ਫਲਕਸ ਡਿਵਾਈਸ ਕਿਹਾ ਜਾਂਦਾ ਹੈ। ਹੁਣ ਕੁਐਸਚਨ ਪੁੱਛੋ, ਫਿਰ ਮੈਂ ਫੇਜ਼ਰ ਡਾਇਗਰਾਮ ਕਰਵਾਉਂਗਾ। ਫਲਕਸ ਸਰ ਡਿਪੈਂਡ ਕਰਦੀ ਹੈ ਨਾ, ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਕਰੰਟ ਹੈ। ਕਿਹੜੀ ਫਲਕਸ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਕਰੰਟ ਹੈ ਜੀ? φ2 ਜਿਹੜੀ ਨਵੀਂ ਫਲਕਸ ਪੈਦਾ ਹੋਈ ਹੈਗੀ, ਇਹ ਪ੍ਰੋਪੋਰਸ਼ਨਲ, ਇਹ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਕਰੰਟ ਹੈਗੀ ਰਾਜੇ। ਪਰ ਜਿਹੜੀ ਮੈਕਸਿਮਮ ਫਲਕਸ ਜਿਹੜੀ ਹੁੰਦੀ ਹੈਗੀ, ਇਹ ਡਿਪੈਂਡ ਕਰਦੀ ਹੁੰਦੀ ਹੈ ਵੀ ਕੋਰ ਜਿਹੜੀ ਅਸੀਂ ਪਾਈ ਆ ਕੰਸਟਰਕਸ਼ਨ ਦੇ ਟਾਈਮ, ਉਸ ਕੋਰ ਫਲਕਸ ਡੈਂਸਿਟੀ ਕਿੰਨੀ ਹੈਗੀ, ਇਹ ਤਾਂ ਉਹਦੇ ਉੱਪਰ ਡਿਪੈਂਡ ਕਰਦੀ ਹੁੰਦੀ ਹੈ। ਤਾਂ ਕੋਰ ਦੇ ਵਿੱਚ ਕਿੰਨੀ ਫਲਕਸ ਜਮਾ ਹੋ ਕੇ ਰਹੇਗੀ, ਇਹ ਤਾਂ ਕੋਰ ਦੀ ਪਰਮੀਏਬਿਲਿਟੀ ਦੇ ਉੱਪਰ ਤੇ ਕੋਰ ਦੇ ਏਰੀਆ ਦੇ ਉੱਪਰ, ਕੋਰ ਦੀ ਪਰਮੀਏਬਿਲਿਟੀ ਤੇ ਕੋਰ ਦੇ ਏਰੀਆ ਦੇ ਉੱਪਰ ਆਪਣੇ ਕੋਲੇ ਫਲਕਸ ਡੈਂਸਿਟੀ ਕੀ ਹੁੰਦੀ ਹੈ ਰਾਜੇ? B φ/A। ਵੀ ਫਲਕਸ ਦੇ ਉੱਪਰ ਤੇ ਏਰੀਆ ਦੇ ਉੱਪਰ ਡਿਪੈਂਡ ਕਰੂਗੀ ਇਹ ਤਾਂ ਵੀ ਕਿੰਨੀ ਹੋਊਗੀ ਮੈਕਸਿਮਮ ਫਲਕਸ। ਤਾਂ ਇਹ ਤਾਂ ਕੰਸਟਰਕਸ਼ਨ ਜਦੋਂ ਆਪਾਂ ਬਣਾਈ ਆ, ਅਸੀਂ ਮਸ਼ੀਨ ਕਿੰਨੀ ਕੁ ਬਣਾਈ ਆ, ਉਹ ਮਸ਼ੀਨ ਦੇ ਵਿੱਚ ਜਿੰਨੀ ਕੁ ਅਸੀਂ ਮਸ਼ੀਨ ਬਣਾਈ ਆ ਉਹਦੇ ਵਿੱਚ ਕਿੰਨੀ ਕੁ ਫਲਕਸ ਬਣਦੀ ਹੁੰਦੀ ਹੈਗੀ, ਇਹ ਤਾਂ ਉਹਤੇ ਡਿਪੈਂਡ ਕਰੂਗੀ ਬੱਚੇ। ਤਾਂ ਲੋਡ ਦੇ ਵਧਣ ਘਟਣ ਦੇ ਨਾਲ ਤਾਂ ਸਿਰਫ ਸਾਡੇ ਕੋਲੇ φ2 ਫਲਕਸ ਵਧੀ ਘਟੀ ਹੈਗੀ। ਜੇ φ2 ਫਲਕਸ ਵਧੀ ਘਟੀ ਹੈਗੀ, ਜਿੰਨਾ ਕਿ ਇਹਨੇ ਮੇਨ ਫਲਕਸ ਨੂੰ ਘਟਾਇਆਗਾ, ਉਨੀ ਕੁ ਸਾਡੀ ਫਲਕਸ ਨਵੀਂ ਆ ਗਈ। ਉਨੀ ਕੁ ਫਲਕਸ ਨਵੀਂ ਆਉਣ ਦੇ ਨਾਲ ਕੀ ਹੋ ਗਿਆ ਬੱਚੇ? ਸਾਡੇ ਕੋਲੇ ਫਲਕਸ ਫਿਰ ਉੱਥੇ ਆ ਗਈ ਆਪਦੀ ਓਰੀਜਨਲ ਪੋਜੀਸ਼ਨ ਦੇ ਉੱਪਰ। ਠੀਕ ਹੈ ਜੀ ਸਰ ਜੀ, ਇਹ ਜਿਹੜਾ I2 ਡੈਸ਼ ਨੂੰ I1 ਵੀ ਕਹਿ ਸਕਦੇ ਆਪਾਂ ਜੀ? ਨਹੀਂ, ਕਹਿਣਾ ਨਹੀਂ ਹੈਗਾ ਰਾਜੇ ਹਜੇ। ਨਹੀਂ ਜੀ, ਨਹੀਂ, ਹਜੇ ਨਹੀਂ ਕਹਿਣਾ ਹੈਗਾ। ਠੀਕ ਹੈ, ਹਜੇ ਉਹਦਾ ਨਾਂ ਉਹੀ ਯਾਦ ਰੱਖਣਾ। ਉਹ ਫੇਜ਼ਰ ਦੇ ਵਿੱਚ ਸਮਝਾਉਂਗਾ ਰਾਜੇ ਤੁਹਾਨੂੰ, ਮੈਂ ਜਾਣ ਬੁੱਝ ਕੇ ਨਹੀਂ ਕਰਾਇਆ। ਆ ਫੇਜ਼ਰ ਬਣਾਉਣ ਲੱਗਿਆ ਮੈਂ, ਇੱਥੋਂ ਪਤਾ ਲੱਗੂ ਵੀ ਕਿਉਂ ਨਹੀਂ ਕਹਿਣਾ ਹੈਗਾ। ਉਹਨੂੰ ਭੁੱਲ ਕੇ ਵੀ ਨਹੀਂ ਕਹਿਣਾ, ਅਸੀਂ ਉਹਨੂੰ I2 ਡੈਸ਼ ਹੀ ਕਹਿਣਾਗਾ। ਡੈਸ਼ ਤਾਂ ਕਿ ਸਾਨੂੰ ਪਤਾ ਲੱਗ ਜੇ ਵੀ ਹੈਗਾ ਕਿਹੜਾ, ਉਹ I2 ਦੇ ਕਰਕੇ ਫਲੋ ਹੋਇਆ, ਪਰ ਡੈਸ਼ ਤਾਂ ਲਾਇਆ ਵੀ ਇਹ ਪ੍ਰਾਇਮਰੀ ਦਾ ਹੈਗਾ, ਸੈਕੰਡਰੀ ਦਾ ਨਹੀਂ ਹੈਗਾ। ਇਹ ਵੀ ਚਾਹੀਦਾ ਤਾਂ ਕਿਹਨੂੰ ਸੀਗਾ? ਚਾਹੀਦਾ ਸੈਕੰਡਰੀ ਨੂੰ ਸੀਗਾ, ਪਰ ਖਿੱਚਿਆ ਕਿੱਥੋਂ ਗਿਆ ਇਹ ਪ੍ਰਾਇਮਰੀ ਚ, ਤਾਂ ਕਰਕੇ ਇਹਦੇ ਉੱਪਰਲੇ ਪਾਸੇ ਅਸੀਂ ਡੈਸ਼ ਲਾਈ ਹੋਈ ਹੈਗੀ। ਓਕੇ ਸਰ। ਸਰ ਇਹ ਰੇਸ਼ੋ ਚ ਹੀ ਵੱਧਦਾ ਹੋਣਾ ਜੀ ਡਾਇਰੈਕਟਲੀ, ਜਿੱਦਾਂ ਹੀ ਰੇਸ਼ੋ ਦੇ I2 ਤੇ ਜਿਹੜਾ I2 ਦੇ ਵਿੱਚ ਹੀ ਤੇ I1 ਆਪਣਾ I1 ਜਿੰਨਾ ਰਾਜੀ I2 ਹੋਏਗਾ ਉਨੀ ਸਾਡਾ I1 ਹੋਏਗਾ। ਓਕੇ ਸਹੀ, ਡਾਇਰੈਕਟਲੀ ਪ੍ਰੋਪੋਰਸ਼ਨਲ ਬਿਲਕੁਲ ਡਾਇਰੈਕਟਲੀ ਪ੍ਰੋਪੋਰਸ਼ਨਲ ਹੈਗਾ। ਕਿਉਂਕਿ ਪਤਾ ਕੀ ਹੈਗਾ, ਜਿਹੜਾ I2 ਆ ਉਸੇ ਕਰਕੇ ਤਾਂ ਸਾਡੀ ਫਲਕਸ ਘਟ ਰਹੀ ਆ। ਅਸੀਂ ਉਹ I2 ਕਰੰਟ ਨੂੰ ਮਾਰਨਾ ਹੈ, ਮੰਨ ਕੇ ਚੱਲੋ ਵੀ I2 ਕਰੰਟ ਨੂੰ ਅਸੀਂ ਮਾਰਨਾਗਾ। ਜਦੋਂ I2 ਕਰੰਟ ਨੂੰ ਮਾਰਤਾ ਸੀ, ਇਹਦਾ ਮਤਲਬ ਕੀ ਆ? ਪੁਰਾਣਾ ਪਹਿਲਾਂ ਜਿੰਨਾ ਸਾਡਾ ਰਹਿ ਗਿਆ ਕਰੰਟ। ਓਕੇ ਸਰ ਜੀ। ਤਾਂ ਚਲੋ ਜੀ, ਮੈਂ ਹੁਣ ਫੇਜ਼ਰ ਡਾਇਗਰਾਮ ਪੁੱਛਣਾ ਕੁਝ ਬੱਚੇ? E1 ਸਰ ਮਤਲਬ ਕਿ ਵੀ ਉਹ ਵੀ B1 ਦੇ ਉਲਟ ਹੋਊਗਾ ਜੀ, ਉਹਦੇ ਕਰਕੇ ਫਲਕਸ ਪੈਦਾ ਬਿਲਕੁਲ ਹੋਊਗਾ। ਰਾਜੇ, ਬਿਲਕੁਲ ਜੀ ਬਿਲਕੁਲ। ਉਹ ਵੀ ਬੱਚੇ ਪੁੱਠਾ ਹੀ ਹੁੰਦਾ, ਕਿਉਂਕਿ ਜਿਹੜਾ ਪੈਦਾ ਹੋਣ ਵਾਲੀ ਵੋਲਟੇਜ ਹੁੰਦੀ ਆ ਉਹ ਕਿਹਦੇ ਪੁੱਠੀ ਹੁੰਦੀ ਆ? ਜਿਹਦੇ ਕਰਕੇ ਉਹ ਪੈਦਾ ਹੋ ਰਹੀ ਆ, ਫਿਰ ਉਹ ਵੀ ਘਟਾਊਗੀ ਜੀ। ਉਹ ਕਿਹਨੂੰ ਘਟਾਊਗੀ ਰਾਜੇ? ਆਪਣਾ ਜਿਹੜਾ ਕਰੰਟ ਹੈ ਉਹਦੇ ਆਪਣਾ। ਕਰਕੇ, ਹਾਂ ਉਹਦੇ ਕਰਕੇ ਕੀ ਹੋਊਗਾ ਰਾਜੇ? ਜਿਹੜੀ ਇਹ ਸੈਲਫ ਇੰਡਿਊਸਡ ਈਐਮਐਫ ਹੁੰਦੀ ਹੈਗੀ, ਇਹਦੇ ਕਰਕੇ ਇੱਕ ਰਿਐਕਟੈਂਸ ਪੈਦਾ ਹੁੰਦੀ ਜਿਹੜੀ ਆਪਾਂ ਇੰਡਕਟੈਂਸ ਨਹੀਂ ਕਹਿੰਦੇ, ਸੈਲਫ ਇੰਡਿਊਸਡ ਈਐਮਐਫ ਕਰਕੇ ਪੈਦਾ ਹੁੰਦੀ ਹੈ ਇੰਡਕਟੈਂਸ। ਇੰਡਕਟੈਂਸ ਦਾ ਮਤਲਬ ਹੈ L1।
ਤੇ L1 ਨੂੰ ਜਦੋਂ ਅਸੀਂ ਮਲਟੀਪਲਾਈ ਕਰਦੇ ਹਾਂ 2πfl ਦੇ ਨਾਲ, ਸਾਡੇ ਕੋਲ ਇਹ ਬਣ ਜਾਂਦੀ ਹੈ ਰਿਐਕਟੈਂਸ। ਤਾਂ ਇਹਦੇ ਕਰਕੇ ਥੋੜੀ ਜਿਹੀ ਵੋਲਟੇਜ ਦਾ ਡ੍ਰੌਪ ਹੁੰਦਾ ਗਾ, ਡ੍ਰੌਪ। ਅਸੀਂ ਇਹ ਨਹੀਂ ਕਹਿ ਸਕਦੇ ਹੈਗੇ ਵੀ ਸਾਡੇ ਕੋਲੇ ਅਸੀਂ 200 ਵੋਲਟ ਦਿੱਤੀ ਤੇ ਪੁੱਠੇ ਪਾਸੇ ਵੀ 200 ਵੋਲਟ ਬਣ ਗਈ ਤੇ ਜ਼ੀਰੋ ਬਣਾਤਾ। ਨਹੀਂ, ਵੱਧ ਤੋਂ ਵੱਧ ਕੀ ਹੋਊਗੀ ਸਾਡੀ ਜੇ ਇੰਡਕਟੈਂਸ ਰਹੇ, ਜੇ ਸਾਡੀ ਪ੍ਰਾਇਮਰੀ ਦੀ ਇੰਡਕਟੈਂਸ ਬਹੁਤ ਜ਼ਿਆਦਾ ਹੈਗੀ, ਇੰਡਕਟੈਂਸ ਕੋਇਲਾਂ ਨੰਬਰ ਆਫ ਟਰਨਾਂ ਬਹੁਤ ਜ਼ਿਆਦਾ ਨੇਗੀਆਂ, ਤਾਂ ਹੋ ਸਕਦਾ ਫਿਰ ਤੇ ਇਹਦੇ ਵਿੱਚ ਵੋਲਟੇਜ ਜਿਹੜੀ ਉਹ ਸੈਕੰਡਰੀ ਸਾਈਡ ਦੇ ਵਿੱਚ ਵੋਲਟੇਜ ਡ੍ਰੌਪ ਜ਼ਿਆਦਾ ਹੋਊਗਾ। ਜੇ ਸਾਡੇ ਕੋਲ ਇੰਡਕਟੈਂਸ ਜਿੰਨੀ ਕੁ ਵਾਈਂਡਿੰਗ ਦੀਆਂ ਟਰਨਾਂ ਨੇ ਉਸ ਹਿਸਾਬ ਨਾਲ ਇੰਡਕਟੈਂਸ ਘੱਟ ਹੋਈ ਤਾਂ ਇੰਡਕਟੈਂਸ ਕਰਕੇ ਜਿਹੜੇ ਵੋਲਟੇਜ ਡ੍ਰੌਪ ਹੋਣਗੇ ਉਹ ਘੱਟ ਹੋਣਗੇ। ਤਾਂ ਮਤਲਬ ਕਿੰਨਾ ਕੁ ਵੋਲਟੇਜ ਡ੍ਰੌਪ ਹੁੰਦਾ ਜਿਹੜਾ ਅਸੀਂ ਕਹਿੰਦੇ E2 ਕਰਕੇ ਕਿੰਨਾ ਕੁ ਵੋਲਟੇਜ ਡ੍ਰੌਪ ਹੁੰਦਾ ਜਿੰਨੀ ਕਿ ਸਾਡੀ ਰਿਐਕਟੈਂਸ ਹੁੰਦੀ ਹੈਗੀ, ਜਿਹੜੀ ਸਾਡੀ Ix1 ਹੁੰਦੀ। ਲਓ ਬੱਚੇ, ਇੱਥੇ ਅਸੀਂ ਬਣਾਉਣੇ ਆਗੇ ਫੇਜ਼ਰ ਡਾਇਗਰਾਮ। ਫੇਜ਼ਰ ਡਾਇਗਰਾਮ ਦੇ ਵਿੱਚ ਅਸੀਂ ਸਟੈਪ ਬਣਾਉਣੇ ਆ। ਸਭ ਤੋਂ ਪਹਿਲੇ ਸਟੈਪ ਦੇ ਵਿੱਚ ਅਸੀਂ ਕਿਉਂਕਿ ਵੋਲਟੇਜ ਦਿੰਨੇ ਹੁੰਦੇ ਆ ਨਾ V1, ਤਾਂ ਅਸੀਂ ਮੰਨ ਲਓ ਵੋਲਟੇਜ ਬਣਾ ਲਈ V1 ਇੱਥੇ। ਇਹਨੂੰ ਬਹੁਤ ਚੰਗੀ ਤਰ੍ਹਾਂ ਸਮਝਣਾ ਰਾਜੇ। ਇੱਥੇ ਬਣਾ ਲਈ ਅਸੀਂ V1 ਵੋਲਟੇਜ। ਉਸ ਤੋਂ ਬਾਅਦ ਸਾਡੇ ਕੋਲੇ ਕਰੰਟ ਫਲੋ ਹੁੰਦਾ ਇੱਕ IM, ਜਿਹੜਾ ਕਿ ਇਸ ਕੋਰ ਨੂੰ ਮੈਗਨੇਟਾਈਜ਼ ਕਰਦਾ ਹੈਗਾ। ਤਾਂ ਸਾਡੇ ਕੋਲ ਜਿਹੜਾ φm ਕਰੰਟ ਆ ਉਹ ਹਮੇਸ਼ਾ 90 ਡਿਗਰੀ ਪਿੱਛੇ ਹੁੰਦਾ। ਇਹ ਗੱਲ ਸਾਰਿਆਂ ਨੂੰ ਪਤਾ ਬੱਚੇ। ਇੱਥੇ ਹੋਏਗਾ ਸਾਡਾ IM ਕਰੰਟ। ਇਸ IM ਕਰੰਟ ਕਰਕੇ ਜਿਹੜੀ ਫਲਕਸ ਬਣੂਗੀ ਉਹਦਾ ਨਾਮ ਹੁੰਦਾ φm। ਉਹ ਵੀ ਸਾਡੀ ਇੱਥੇ ਹੋਈ ਹੋਏਗੀ, ਇਨ ਡਾਇਰੈਕਸ਼ਨ ਦੇ ਵਿੱਚ ਹੋਏਗੀ, ਇਸੇ ਡਾਇਰੈਕਸ਼ਨ 'ਚ। ਇਸ ਤੋਂ ਬਾਅਦ ਬੱਚੇ ਸਾਡੇ ਕੋਲੇ ਜਦੋਂ ਇਹ ਟਰਾਂਸਫਾਰਮਰ ਸਾਡਾ ਚੱਲਣ ਲੱਗ ਗਿਆ, ਕਿਉਂਕਿ ਇਹ ਟਰਾਂਸਫਾਰਮਰ ਕਿਹੜਾ ਟਰਾਂਸਫਾਰਮਰ ਹੈਗਾ, ਪ੍ਰੈਕਟੀਕਲ ਟਰਾਂਸਫਾਰਮਰ। ਅਸੀਂ ਅਸਲ ਦੇ ਵਿੱਚ ਜਿਹੜਾ ਟਰਾਂਸਫਾਰਮਰ ਹੁੰਦਾ ਉਹਦੀ ਗੱਲ ਕਰ ਰਹੇ ਹਾਂ। ਤਾਂ ਪ੍ਰੈਕਟੀਕਲ ਟਰਾਂਸਫਾਰਮਰ ਦੇ ਵਿੱਚ ਬੱਚੇ ਕੋਰ ਲਾਸ ਵੀ ਹੋਣਗੇ, ਠੀਕ ਹੈ, ਤੇ ਕਾਪਰ ਲਾਸ ਵੀ ਹੋਣਗੇ। ਤਾਂ ਕੋਰ ਲਾਸ ਜਿਹੜੇ ਹੁੰਦੇ ਹੈਗੇ ਉਹ ਕੋਰ ਲਾਸ ਕਰਕੇ ਰਹੇ ਸਾਡੇ ਕੋਲ ਇੱਕ ਕਰੰਟ ਫਲੋ ਹੁੰਦਾ ਜਿਹੜਾ ਨਾਂ ਕੀ ਹੁੰਦਾ ਬੱਚੇ ਉਹਦਾ, ਕੱਲ ਕੀਤਾ ਸੀਗਾ ਵੈਰੀ ਗੁੱਡ ਜੀ, IW। ਤਾਂ ਇਹਨਾਂ ਦੋਨਾਂ ਦਾ ਇੱਕ ਰਿਜ਼ਲਟੈਂਟ ਪੈਦਾ ਹੋਏਗਾ ਬੱਚੇ IW ਦਾ ਤੇ IM ਦਾ। ਇਹਦੇ ਕਰਕੇ ਮੇਨ ਕਰੰਟ ਸਾਡਾ ਜਿਹੜਾ ਨੋ ਲੋਡ ਦੇ ਵਿੱਚ ਕਰੰਟ ਫਲੋ ਹੋ ਰਿਹਾ, ਉਸ ਕਰੰਟ ਦਾ ਨਾਮ ਰਾਜੇ I0। ਤਾਂ ਇੱਥੋਂ ਇੱਕ ਕਰੰਟ ਫਲੋ ਹੋ ਰਿਹਾ I0 ਕਦੋਂ ਤੱਕ, ਜਦੋਂ ਤੱਕ ਸਾਡਾ ਇੱਧਰਲੇ ਪਾਸੇ I2 ਕੋਈ ਕਰੰਟ ਹਜੇ ਫਲੋ ਨਹੀਂ ਹੋਇਆ। ਜਦੋਂ ਇਹ ਫਲਕਸ ਸੈਟਅਪ ਕੀਤੀ ਹੈ φm, ਕਿਉਂਕਿ ਫਲਕਸ ਵੱਧ ਘਟ ਰਹੀ ਹੈ, ਤਾਂ ਸੈਕੰਡਰੀ ਸਾਈਡ ਦੇ ਉੱਪਰ ਇੱਕ ਵੋਲਟੇਜ ਪੈਦਾ ਹੋਊਗੀ ਜਿਹਦਾ ਨਾਮ ਹੈਗਾ ਬੱਚੇ E2। ਇਹ ਤਾਂ ਹੇਠਲੇ ਪਾਸੇ ਸਾਡੀ E2 ਹੋਏਗੀ, ਕਿਉਂਕਿ E2 ਆ ਜਿਹੜੀ ਲੈਂਸ ਲਾ ਕਹਿੰਦਾ ਵੀ E2 ਜਿਹੜੀ ਹੁੰਦੀ ਆ -d∅dt ਹੁੰਦੀ ਆ। ਮਾਈਨਸ ਦਾ ਮਤਲਬ ਹੁੰਦਾ ਰਾਜੇ 180 ਡਿਗਰੀ। ਆਪਾਂ ਫੇਜ਼ਰ ਅਲਜੈਬਰੇ ਦੇ ਵਿੱਚ ਪੜ੍ਹਿਆ, ਮਾਈਨਸ ਦਾ ਮਤਲਬ ਹੁੰਦਾ ਵੀ 180 ਡਿਗਰੀ ਡਿਸਪਲੇਸਮੈਂਟ। ਉੱਪਰ ਵਾਲੇ ਦੇ ਵਿੱਚ ਤੇ ਹੇਠਲੇ ਵਿੱਚ ਆ ਦੇਖੋ ਰਾਜੇ 180 ਆ ਨਾ, ਜਿਹਨਾਂ ਨੇ ਟ੍ਰਿਗਨੋਮੈਟਰੀ ਜਿਹਨਾਂ ਨੇ ਪੜ੍ਹੀ ਹੋਈ ਆ ਪਤਾ ਲੱਗ ਰਿਹਾ ਉਹ ਸਾਫ਼ ਆ ਵੀ 180 ਡਿਗਰੀ ਆ ਇਹ। ਤਾਂ ਜਿਹੜਾ E1 ਆਗਾ ਸਾਡਾ ਉਹ E1 ਵੀ ਇੱਥੇ ਹੀ ਆ ਰਾਜੇ। ਆਹ ਡਾਇਗਰਾਮ ਦੇਖ ਕੇ ਦੱਸ ਸਕਦੇ ਹੋ ਵੀ ਇਹ ਸਟਾਰ ਟਰਾਂਸਫਾਰਮਰ ਸਟੈਪ ਅਪ ਆ ਕਿ ਸਟੈਪ ਡਾਊਨ ਆ। E2 ਆ ਜਿਹੜੀ ਇਹ ਛੋਟੀ ਆ ਰਾਜੇ, E2 ਜਿਹੜੀ ਸਾਡੀ ਇਹ ਛੋਟੀ ਆ E1 ਤੋਂ। ਤੇਰਾ ਮਤਲਬ ਇਹ ਸਟੈਪ ਡਾਊਨ ਟਰਾਂਸਫਾਰਮਰ ਆ। ਠੀਕ ਹੈ ਬੱਚੇ, ਬਿਲਕੁਲ ਸਹੀ ਗੱਲ ਆ। ਤੇਰਾ ਮਤਲਬ ਕੀ ਰਾਜੇ ਸਟੈਪ ਡਾਊਨ ਟਰਾਂਸਫਾਰਮਰ ਸਾਨੂੰ ਸਾਫ਼-ਸਾਫ਼ ਪਤਾ ਲੱਗ ਰਿਹਾ ਹਨਾ। ਤਾਂ ਇਹਨਾਂ ਦਾ ਪਤਾ ਲੱਗ ਗਿਆ ਹਨਾ। ਹੁਣ ਆ ਗਈ ਗੱਲ ਕਰੰਟ ਦੀ ਬੱਚੇ। ਹੁਣ ਆ ਗਈ ਗੱਲ ਸਾਡੇ ਕਰੰਟ ਦੀ। ਜਿਹੜਾ ਕਰੰਟ ਸਾਡਾ ਫਲੋ ਹੋਏਗਾ ਸੈਕੰਡਰੀ ਸਾਈਡ ਦੇ ਵਿੱਚ, ਉਸ ਕਰੰਟ ਦਾ ਨਾਮ ਹੈਗਾ I2। ਤਾਂ I2 ਕਿਉਂਕਿ ਇੱਥੇ ਰੈਜ਼ਿਸਟਿਵ ਲੋਡ ਲਾਇਆ ਗਿਆ ਤਾਂ I2 ਵੀ ਇਨ ਫੇਜ਼ 'ਚ ਹੋਏਗਾ ਰਾਜੇ। ਕਿਹਦੇ ਇਨ ਫੇਜ਼ 'ਚ ਹੋਏਗਾ? ਹਾਂਜੀ, ਕਿਹਦੇ ਇਨ ਫੇਜ਼ 'ਚ ਹੋਏਗਾ ਬੱਚੇ? ਉਹ E2 ਦੇ ਇੱਥੇ ਹੋਏਗਾ ਰਾਜੇ, E2 ਦੇ ਜੀ ਇੱਥੇ ਹੋਏਗਾ ਰਾਜੇ। ਤਾਂ ਲੈਂਥ ਦੇ ਵਿੱਚ ਜਿੰਨੀ ਲੈਂਥ ਸਾਡੀ I2 ਦੀ ਹੈਗੀ, ਇਹਦੇ ਕਰਕੇ ਫਲਕਸ ਪੈਦਾ ਹੋਈ ਹੈ। ਫਲਕਸ ਨੂੰ ਮਾਰਨ ਵਾਸਤੇ ਪ੍ਰਾਇਮਰੀ ਸਾਈਡ ਦੇ ਵਿੱਚ ਇੱਕ ਕਰੰਟ ਡਰਾ ਹੋਏਗਾ। ਉਹ ਕਰੰਟ ਰਾਜੇ I2 ਦੇ ਬਰਾਬਰ ਕਿਹੜਾ ਕਰੰਟ ਹੋਏਗਾ? ਉਹ I2 ਉਹ ਪਤਾ ਕਿੱਥੇ ਹੋਏਗਾ? ਉਹ ਰਾਜੇ ਉੱਪਰ ਹੋਏਗਾ। ਜਿੰਨੀ ਲੈਂਥ ਰਾਜੇ ਹੇਠਲੇ ਪਾਸੇ ਇਹਦੀ ਹੈ ਨਾ, ਉਨੀ ਲੈਂਥ ਸਾਡੀ ਇੱਥੇ ਹੋਏਗੀ, ਇੱਥੇ। ਤੇ ਇਹ ਕਰੰਟ ਦਾ ਨਾਮ ਹੈਗਾ ਸਾਡੇ ਦਾ I2। ਤਾਂ ਹੁਣ ਸਾਡੇ ਕੋਲੇ ਪ੍ਰਾਇਮਰੀ, ਇਹਦਾ ਮਤਲਬ ਇੱਥੋਂ ਇੱਕ ਕਰੰਟ ਖਿੱਚਿਆ ਗਿਆ ਹੈਗਾ, ਜਿਹੜੇ ਕਰੰਟ ਦਾ ਨਾਮ ਹੈਗਾ ਬੱਚੇ I2। ਹੁਣ ਪ੍ਰਾਇਮਰੀ ਸਾਈਡ ਦੇ ਵਿੱਚ ਸਾਡੇ ਕੋਲੇ ਦੋ ਕਰੰਟ ਹੋ ਗਏ ਬੱਚੇ। ਇਹਨੂੰ ਧਿਆਨ ਨਾਲ ਦੇਖੋ ਡਾਇਗਰਾਮ ਨੂੰ। ਪ੍ਰਾਇਮਰੀ ਸਾਈਡ ਦੇ ਵਿੱਚ ਜਿਹੜੇ ਪ੍ਰਾਇਮਰੀ ਸਾਈਡ ਤੋਂ ਕਰੰਟ ਆ ਰਹੇ ਹੈਗੇ, ਉਹ ਸਾਡੇ ਕੋਲੇ ਦੋ ਕਰੰਟ ਹੋ ਗਏ। ਕਿਹੜਾ ਕਰੰਟ ਆ? ਇੱਕ ਤਾਂ I0 ਕਰੰਟ ਆ ਇਹ ਵਾਲਾ, ਇੱਕ ਕਰੰਟ ਸਾਡਾ ਹੈਗਾ I2। ਦੋ ਕਰੰਟ ਹੋ ਗਏ ਨਾ। ਤਾਂ ਸਾਡੇ ਕੋਲੇ ਆ ਦੋ ਕਰੰਟ ਹੋ ਗਏ ਬੱਚੇ। ਇਹ ਗੱਲ ਸਹੀ ਹੋ ਗਈ ਜੀ? ਬਰਾਬਰ ਨਹੀਂ ਹੈਗੇ, ਦੋ ਕਰੰਟ ਹੋ ਗਏ ਰਾਜੇ ਪ੍ਰਾਇਮਰੀ ਸਾਈਡ ਤੋਂ। ਤਾਂ ਜਦੋਂ ਕਦੇ ਵੀ ਇੱਕ ਵਾਇਰ ਦੇ ਵਿੱਚੋਂ ਦੋ ਕਰੰਟ ਲੰਘਦੇ ਹੁੰਦੇ ਹੈਗੇ, ਤਾਂ ਉਹਨਾਂ ਦਾ ਕੀ ਨਿਕਲਦਾ ਹੁੰਦਾ ਬੱਚੇ? ਰਿਜ਼ਲਟੈਂਟ।
ਅਸੀਂ ਰਿਜ਼ਲਟ ਕੱਢਦੇ ਹੁੰਦੇ ਆ, ਰਿਜ਼ਲਟੈਂਟ ਕੱਢਦੇ ਹੁੰਦੇ ਆਂਗੇ। ਤਾਂ ਰਿਜ਼ਲਟੈਂਟ ਕਿਵੇਂ ਨਿਕਲਦਾ ਹੁੰਦਾਗਾ, ਇਹਦੇ ਸਿਰੇ ਤੋਂ ਰਾਜੇ ਆਹ ਜਿਹੜਾ ਕਰੰਟ I2 ਡੈਸ਼, ਇਹਦੇ ਸਿਰੇ ਤੋਂ ਇਹਦੇ ਪੈਰਲ ਚ ਇੱਕ ਲਾਈਨ, ਉਹ ਕਿੱਧਰ ਨੂੰ ਖਿੱਚੀ ਜਾਏਗੀ, ਇੱਧਰ ਨੂੰ। ਤਾਂ ਇਹਦੇ ਸਿਰੇ ਤੋਂ I0 ਦੇ ਸਿਰੇ ਤੋਂ ਇਹਦੇ ਪੈਰਲ ਚ ਇੱਕ ਲਾਈਨ, ਜੇ ਉਹ ਕਿੱਧਰ ਨੂੰ ਖਿੱਚੀ ਜਾਏਗੀ, ਇੱਧਰ ਨੂੰ। ਤੁਹਾਡੇ ਕੋਲੇ ਨੈਟ ਕਰੰਟ ਜਿਹੜਾ ਸਾਡਾ ਹੈਗਾ ਉਹ ਕਿੱਥੇ ਫਲੋ ਹੋਏਗਾ ਬੱਚੇ, ਇੱਥੇ। ਇਸ ਕਰੰਟ ਦਾ ਨਾਮ ਹੈਗਾ ਬੱਚੇ I1 ਕਰੰਟ। ਪ੍ਰਾਇਮਰੀ ਸਾਈਡ ਤੋਂ ਸਾਡਾ ਇਹ ਕਰੰਟ ਫਲੋ ਹੋ ਰਿਹਾ ਹੈਗਾ, ਆਹ I1 ਕਰੰਟ। ਤਾਂ I1 ਜਿਹੜਾ ਕਰੰਟ ਹੁੰਦਾ ਹੈਗਾ, I1 ਕਰੰਟ ਜਿਹੜਾ ਹੁੰਦਾ ਹੈਗਾ, I1 ਦੀ ਜੇ ਅਸੀਂ ਗੱਲ ਕਰੀਏ, ਇਟ ਇਜ਼ ਦਾ ਰਿਜ਼ਲਟੈਂਟ ਆਫ I0 ਵੈਕਟਰ ਪਲੱਸ I2 ਡੈਸ਼ ਵੈਕਟਰ। ਇਹ ਹੁੰਦਾ ਰਾਜੇ ਮੋਸਟ ਇੰਪੋਰਟੈਂਟ ਚੀਜ਼। ਇਹਦੇ ਵਿੱਚ ਮੈਂ ਤੁਹਾਨੂੰ ਇੱਕ ਜਿਹੜੀ ਸਮਝਾਉਣ ਲੱਗਿਆ, ਹੁਣ ਇਸ ਚੀਜ਼ ਨੂੰ ਧਿਆਨ ਨਾਲ ਸਮਝੋ ਬੱਚੇ। ਪਹਿਲਾਂ ਸਾਡੇ ਕੋਲੇ ਕਰੰਟ ਜਦੋਂ ਲੋਡ ਨਹੀਂ ਹੈਗਾ ਸੀਗਾ, ਉਸ ਵੇਲੇ ਸਾਡੇ ਕੋਲੇ ਇਕੱਲਾ ਕਰੰਟ ਫਲੋ ਹੁੰਦਾ ਸੀਗਾ, ਜਿਹਦਾ ਨਾਂ ਸੀਗਾ ਬੱਚੇ I0। ਤਾਂ I0 ਦਾ ਆਹ ਕਰੰਟ ਦਾ ਤੇ ਆਹ ਸਾਡੀ ਜਿਹੜੀ ਵੋਲਟੇਜ ਸੀਗੀ, ਇਹਦਾ ਇੱਕ ਐਂਗਲ ਸੀਗਾ ਰਾਜੇ, ਇਹਦਾ ਬਣ ਸੀਗਾ φ0, ਇਹਦਾ ਨਾਂ ਸੀਗਾ ਨਾ φ0। ਪਰ ਜਦੋਂ ਹੀ ਸਾਡਾ I2 ਕਰੰਟ ਫਲੋ ਹੋਣ ਲੱਗਿਆ, I2 ਕਰੰਟ ਫਲੋ ਹੋਣ ਕਰਕੇ ਹੁਣ ਸਾਡੇ ਕੋਲੇ ਜਿਹੜਾ ਨਵਾਂ ਕਰੰਟ ਫਲੋ ਹੋ ਰਿਹਾ I1, ਹੁਣ ਸਾਡੀ ਪ੍ਰਾਇਮਰੀ ਦੇ ਵਿੱਚ ਇੱਕ V1 ਵੋਲਟੇਜ ਹੈਗੀ, ਇੱਕ I1 ਕਰੰਟ ਆ। ਇਹਨਾਂ ਦੋਨਾਂ ਦਾ ਜਿਹੜਾ ਐਂਗਲ ਆ ਰਾਜੇ, ਇਸ ਐਂਗਲ ਦਾ ਨਾਂ ਸਾਡਾ ਹੋਣਾ φ1। ਤਾਂ ਪਹਿਲਾਂ ਨਾਲੋਂ ਰਾਜੇ ਸਾਡਾ ਐਂਗਲ ਆ ਜਿਹੜਾ ਪਾਵਰ ਫੈਕਟਰ ਐਂਗਲ ਹੈਗਾ ਜਿਹੜਾ ਸਾਡਾ, ਉਹ ਵਧਿਆਗਾ ਕਿ ਘਟਿਆਗਾ? ਪਾਵਰ ਫੈਕਟਰ ਐਂਗਲ ਘਟੇਗਾ ਜੀ, ਇਨ ਫੇਸ ਆ ਗਈ ਥੋੜਾ ਜਿਹਾ ਹੋਰ ਘਟਿਆ ਰਾਜੇ, ਘਟਿਆਗਾ ਰਾਜੇ। ਜੇ ਇਹ ਪਾਵਰ ਫੈਕਟਰ ਐਂਗਲ ਘਟ ਗਿਆ, ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਸਾਡਾ ਪਾਵਰ ਫੈਕਟਰ ਕੀ ਹੋਇਆਗਾ, ਪਾਵਰ ਫੈਕਟਰ ਕੀ ਹੋਇਆ ਸਾਡਾ, ਇੰਪਰੂਵ ਹੋ ਗਿਆ ਪਾਵਰ ਫੈਕਟਰ। ਇੰਪਰੂਵ ਹੋਣ ਦਾ ਕਾਰਨ ਕੀ ਹੈਗਾ? ਉਹਦਾ ਮੇਨ ਕਾਰਨ ਇਹ ਹੈ ਵੀਰੇ, ਸਾਡਾ ਕੀ ਹੈ, ਲੋਡ ਸਾਡਾ ਵਧਿਆ ਹੈਗਾ, ਲੋਡ ਸਾਡਾ ਇੰਕਰੀਜ਼ ਹੋਇਆ। ਕਿਉਂਕਿ ਪਹਿਲਾਂ ਜਿਹੜਾ ਸਾਡਾ ਟਰਾਂਸਫਾਰਮਰ ਦੇ ਵਿੱਚ ਵੱਡਾ ਹਿੱਸਾ ਸੀਗਾ, ਉਹ ਕਿਹੜਾ ਸੀਗਾ? IM ਦਾ ਹਿੱਸਾ ਵੱਡਾ ਸੀਗਾ, ਜਿਹੜਾ ਕਿ ਕਰੰਟ, ਜਿਹੜਾ ਕਿ ਸਿਰਫ ਔਰ ਸਿਰਫ ਮੈਗਨੇਟਾਈਜ਼ਿੰਗ ਫੋਰਸਾਂ ਪੈਦਾ ਕਰਦਾ ਸੀਗਾ, ਜਿਹੜਾ ਕਿ 90 ਡਿਗਰੀ ਲੈਗ ਕਰਦਾ ਸੀ, ਜਿਹੜਾ ਕਿ ਪੂਰੇ ਟਰਾਂਸਫਾਰਮਰ ਦੇ ਵਿੱਚ ਰਿਐਕਟਿਵ ਪਾਵਰ ਨੂੰ ਅਬਜ਼ਰਵ ਕਰ ਰਿਹਾ ਸੀ, ਕਿਉਂਕਿ ਉਹਨੇ ਸਿਰਫ ਚੁੰਬਕ ਬਣਾਉਣੀ ਸੀਗੀ। ਪਰ ਹੁਣ ਜਿਹੜਾ ਸਾਡਾ I2 ਕਰੰਟ ਆ, I2 ਕਰੰਟ ਬੇਸ਼ੱਕ ਇਹਦੀ ਫਲਕਸ ਨੇ ਮੇਨ ਫਲਕਸ ਨੂੰ ਘਟਾਇਆ ਹੋਵੇ, ਪਰ I2 ਕਰੰਟ ਕਿਉਂਕਿ ਇਨ ਫੇਸ ਦੇ ਵਿੱਚ ਹੈਗਾ, ਉਹ ਵੋਲਟੇਜ ਇਨ ਫੇਸ 'ਚ ਆ, ਤਾਂ ਇਹ ਸਾਰੇ ਦਾ ਸਾਰਾ ਜਿਹੜਾ ਕਰੰਟ ਹੈਗਾ, ਇਹ ਵਾਟ ਫੁੱਲ ਕੰਪੋਨੈਂਟ ਆ, ਜਿਹੜਾ ਅਸੀਂ ਕੱਲ ਗੱਲ ਕਰ ਰਹੇ ਸੀਗੇ ਨਾ, ਵਾਟ ਫੁੱਲ ਕੰਪੋਨੈਂਟ ਹੈਗਾ ਇਹ। ਤਾਂ ਜਿੰਨਾ ਵਾਟ ਫੁੱਲ ਕੰਪੋਨੈਂਟ I2 ਕਰੰਟ ਜਿਹੜਾ ਸਾਡਾ ਜਿੰਨਾ ਵੱਡਾ ਹੋਈ ਜਾਊਗਾ ਰਾਜੇ, ਓਨਾ ਉਹਦੇ ਵਿੱਚ ਪਾਵਰ ਫੈਕਟਰ ਸਾਡਾ ਇੰਪਰੂਵ ਹੋਈ ਜਾਊਗਾ। ਇਹ ਗੱਲ ਕਲੀਅਰ ਹੋ ਗਈ ਜੀ? ਮੈਂ ਤੁਹਾਨੂੰ ਇੱਕ ਬੜੀ ਹੀ ਇੰਟਰਸਟਿੰਗ ਚੀਜ਼ ਤੁਹਾਨੂੰ ਇੱਥੇ ਬਣਾ ਕੇ ਦਿਖਾਉਣਾਗਾ। ਧਿਆਨ ਨਾਲ ਇੱਕ ਡਾਇਗਰਾਮ ਹੋਰ ਦੇਖੋ ਮੇਰੇ ਪਿੱਛੇ ਪਿੱਛੇ। ਦੇਖੋ ਤੁਹਾਡੀ ਅੱਖਾਂ ਦੇ ਸਾਹਮਣੇ ਬਣੂਗਾ ਸਾਰਾ ਕੁਝ। ਜਿਹੜੇ ਅਸੀਂ ਕੁਐਸਚਨ ਨਹੀਂ ਦੇਖਦੇ ਹੈ ਵੀ ਕੁਐਸਚਨ ਪਤਾ ਨਹੀਂ ਜੀ ਕਿੱਥੋਂ ਆ ਗਏ, ਇਹਨਾਂ ਨੂੰ ਰੱਟਾ ਕਿਵੇਂ ਲਾਈਏ, ਉਹ ਕੁਐਸਚਨ ਅਜੇ ਕਿਤੋਂ ਨਹੀਂ ਆਏ ਹੁੰਦੇ ਹੈਗੇ। ਉਹ ਕੁਐਸਚਨ ਸਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਜੇ ਬਣ ਜਾਣਗੇ ਨਾ ਸਾਡੇ, ਫੇਰ ਤਾਂ ਠੀਕ ਆ। ਸਾਨੂੰ ਮੈਥਡ ਆਉਣਾ ਚਾਹੀਦਾ ਵੀ ਉਹ ਕੁਐਸਚਨ ਡਰਾਈਵ ਕਿੱਥੋਂ ਹੁੰਦੇ ਨੇਗੇ। ਆਹ ਦੇਖੋ ਇੱਥੇ ਕਰੰਟ ਸੀਗਾ I2, ਬਿਲਕੁਲ ਇੱਥੇ ਇੱਕ ਕਰੰਟ ਪਹਿਲਾਂ ਜਿਹੜਾ ਕਰੰਟ ਸੀਗਾ ਰਾਜੇ IW ਤੇ IM, ਇਹਦੇ ਕਰਕੇ ਕਿਹੜਾ ਕਰੰਟ ਬਣ ਰਿਹਾ ਸੀ ਸਾਡਾ I0, ਉਹ ਇੱਥੇ ਬਣ ਰਿਹਾ ਸੀਗਾ ਨਾ ਸਾਡਾ। ਤਾਂ ਹੁਣ ਜਦੋਂ I2 ਫਲੋ ਹੋਣ ਲੱਗਿਆ ਲੋਡ ਕਰਕੇ, ਤਾਂ ਇੱਥੇ I2 ਡੈਸ਼ ਸਾਡਾ ਇੱਥੇ ਫਲੋ ਹੋਣ ਲੱਗ ਗਿਆ ਨਾ I2 ਡੈਸ਼, ਤਾਂ ਇਹਦੇ ਕਰਕੇ ਜਿਹੜਾ ਰਿਜ਼ਲਟੈਂਟ ਨਿਕਲਿਆ ਰਾਜੇ ਸਾਡਾ, ਉਹ ਇਹਦੇ I0 ਦੇ ਪੈਰਲ ਦੇ ਵਿੱਚ, ਦੇਖੋ ਪੈਰਲ ਚ ਲਾਈਨ ਖਿੱਚਣੀ ਉੱਪਰ ਨੂੰ, ਤੇ I0 ਦੇ ਸਿਰੇ ਤੋਂ ਲਾਈਨ ਇਹਦੇ ਪੈਰਲ ਦੇ ਵਿੱਚ ਇੱਥੇ ਖਿੱਚਣੀ ਹੈਗੀ। ਤਾਂ ਸਾਡੇ ਕੋਲ ਜਿਹੜਾ I1 ਕਰੰਟ ਆ ਸਾਡਾ, ਉਹ ਇੱਥੇ ਫਲੋ ਹੋਣ ਲੱਗਿਆ ਸੀਗਾ, I1 ਕਰੰਟ ਆ। ਤਾਂ ਪਹਿਲਾ ਐਂਗਲ ਸੀਗਾ ਸਾਡਾ ਇੰਨਾ, ਹੁਣ ਐਂਗਲ ਰਹਿ ਗਿਆ ਵੋਲਟੇਜ ਦੇ ਕਰੰਟ ਦਾ ਇੰਨਾ। ਤਾਂ ਪਾਵਰ ਫੈਕਟਰ ਸਾਡਾ ਇੰਪਰੂਵ ਹੋਇਆ ਸੀਗਾ ਨਾ। ਹੁਣ ਅਸੀਂ ਕੀ ਕਰਦੇ ਹਾਂ, ਉਹ ਕਹਿੰਦਾ ਲੋਡ ਜਿਹੜਾ ਸੀਗਾ ਪਹਿਲਾਂ 50% ਸੀਗਾ, ਹੁਣ 50% ਤੋਂ 80% ਜਾਂ 90% ਕਰਦਾ ਸੀ ਲੋਡ। ਇਹਦਾ ਮਤਲਬ ਯਾਰ ਇਹ ਲੋਡ ਦੇ ਵਧਾਉਣ ਦਾ ਕੀ ਮਤਲਬ ਹੈ? ਜਦੋਂ ਲੋਡ ਵਧੇਗਾ ਸਾਡਾ 50% ਤੋਂ 90% ਕੀਤਾ ਸੀ, ਸਾਡੇ ਕੋਲੇ ਕੀ ਵੱਧੇਗਾ? I2 ਵਧੇਗਾ ਨਾ I2। ਤਾਂ ਜਿਹੜਾ ਇਹ I2 ਇੱਥੇ ਆ ਰਿਹਾ ਜੀ, ਇਹ I2 ਨੂੰ ਥੋੜਾ ਜਿਹਾ ਵਧਾ ਕੇ ਇੰਨਾ ਕਰ ਲਓ, ਆਹ ਸਾਡਾ I2 ਆ ਬਣ ਜਾਏਗਾ। ਓਕੇ ਜੀ।
ਤਾਂ ਜਦੋਂ I2 ਵਧੂਗਾ ਰਾਜੇ, ਆਹ ਕਿਸੇ ਨੇ ਗਲਤੀ ਨਹੀਂ ਫੜੀ ਹੈਗੀ ਰਾਜੇ, ਉੱਪਰ I2 ਡੈਸ਼ ਲੱਗਣਾ ਸੀ, ਇੱਥੇ ਲਵਾਇਆ ਕਿਉਂ ਨਹੀਂ। ਤਾਂ ਜਦੋਂ ਰਾਜੇ I2 ਸਾਡਾ ਕਰੰਟ ਪਹਿਲਾਂ ਨਾਲੋਂ ਵੱਧ ਜੂਗਾ ਤਾਂ ਸਾਡਾ ਜਿਹੜਾ I2 ਡੈਸ਼ ਇੱਥੇ ਸੀਗਾ ਇਹ ਵੀ ਪਹਿਲਾਂ ਨਾਲੋਂ ਵਧੂਗਾ ਨਾ। ਹੁਣ ਇਹਦਾ ਮਤਲਬ ਹੁਣ ਰਾਜੇ ਆਹ ਸਿਰੇ ਤੋਂ I2 ਡੈਸ਼ ਹੁਣ ਇੰਨਾ ਵੱਧ ਗਿਆ, ਤਾਂ ਆਹ ਸਿਰੇ ਤੋਂ ਲਾਈਨ ਖਿੱਚੀ ਜਾਊਗੀ ਰਾਜੇ ਇੱਥੋਂ, ਦੇਖੋ ਏਦਾਂ ਪੈਰਲਲ ਦੇ ਵਿੱਚ, ਕਿਹਦੇ, ਇਹਦੇ I0 ਦੇ, ਤਾਂ ਇੱਥੋਂ ਇੱਥੇ ਖਿੱਚੀ ਜਾਊਗੀ। ਹੁਣ ਸਾਡੇ ਕੋਲੇ ਲਾਈਨ ਜਿਹੜੀ ਮਿਲੂਗੀ ਰਾਜੇ ਉਹ ਕਿੱਥੇ ਮਿਲੂਗੀ, I1 ਕਰੰਟ ਜਿਹੜਾ ਸਾਡਾ ਹੋਊਗਾ ਹੁਣ ਉਹ ਸਾਡਾ ਇੱਥੇ ਹੋਊਗਾ। ਪਹਿਲਾ ਐਂਗਲ ਇੰਨਾ ਸੀਗਾ ਬੱਚੇ φ1, ਹੁਣ φ2 ਕਰੰਟ ਜਿਹੜਾ ਇਹਦਾ ਐਂਗਲ ਆ ਉਹ ਹੋਰ ਵੀ ਘਟ ਗਿਆ, ਤਾਂ ਪਾਵਰ ਫੈਕਟਰ ਪਹਿਲਾਂ ਨਾਲੋਂ ਹੋਰ ਇੰਪਰੂਵ ਹੋ ਗਿਆ। ਤਾਂ ਹਮੇਸ਼ਾ ਲੋਡ ਦੇ ਪਾਉਣ ਦੇ ਨਾਲ ਟਰਾਂਸਫਾਰਮਰ ਦੀ ਪ੍ਰਾਇਮਰੀ ਸਾਈਡ ਦੇ ਉੱਪਰ ਪਾਵਰ ਫੈਕਟਰ ਹਮੇਸ਼ਾ ਇੰਪਰੂਵ ਹੁੰਦਾ। ਬਿੱਟੂ ਜੀ ਪੁੱਛਣਾ ਚਾਹੁੰਦੇ ਹੋ ਕੁਝ? ਤਾਂ ਪਾਵਰ ਫੈਕਟਰ ਇਹ ਸਾਡਾ ਇੰਪਰੂਵ ਹੁੰਦਾ ਹੈਗਾ। ਇੱਕ ਗੱਲ ਯਾਦ ਰੱਖਿਓ ਬੱਚੇ, ਜਿਹੜੀ ਆਹ ਇੱਕ ਮੈਂ ਲਾਈਨ ਖਿੱਚ ਰਿਹਾ ਦੇਖਿਓ, ਆਹ ਇਸ ਲਾਈਨ ਤੋਂ ਹੇਠਾਂ ਵਾਲੇ ਪਾਸੇ ਜਿਹੜੀਆਂ ਵੀ ਵੈਲਿਊਜ਼ ਨੇਗੀਆਂ, ਆਹ ਹੇਠਾਂ ਵਾਲੇ ਪਾਸੇ, ਚਾਹੇ ਉਹ E1 ਹੋਵੇ, ਚਾਹੇ ਉਹ E2 ਹੋਵੇ, ਚਾਹੇ I1 ਹੋਵੇ, ਚਾਹੇ ਆਹ ਹੋਵੇ, ਇਹ ਸਾਰੀਆਂ ਵੈਲਿਊ ਸਾਡੀਆਂ ਹੈਗੀਆਂ ਰਾਜੇ ਸੈਕੰਡਰੀ ਸਾਈਡ ਦੀਆਂ। E1 ਨੂੰ ਛੱਡ ਕੇ, E1 ਵੀ ਆਪਾਂ ਉੱਪਰ ਬਣਾ ਲਾਂਗੇ, ਕੋਈ ਗੱਲ ਨਹੀਂ, ਇਹ ਸੈਕੰਡਰੀ ਸਾਈਡ ਦੀਆਂ ਨੇਗੀਆਂ। ਜਿਵੇਂ E2 ਆ ਸਾਡਾ, ਇਹ ਵੀ ਸੈਕੰਡਰੀ ਸਾਈਡ ਵੱਲ ਫਲੋ ਹੁੰਦਾ ਨਾ, I2 ਵੀ ਸੈਕੰਡਰੀ ਸਾਈਡ ਵੱਲ ਫਲੋ ਹੁੰਦਾ। ਤਾਂ ਜੇਕਰ ਤੁਹਾਨੂੰ ਸੈਕੰਡਰੀ ਸਾਈਡ ਦਾ ਪਾਵਰ ਫੈਕਟਰ ਪੁੱਛ ਲੇ ਤਾਂ ਸੈਕੰਡਰੀ ਸਾਈਡ ਦੀ E2 ਤੇ I2 ਦਾ ਰਿਲੇਸ਼ਨ ਦੇਖਣਾਗਾ। ਜੇ ਸਾਨੂੰ ਪ੍ਰਾਇਮਰੀ ਸਾਈਡ ਦਾ ਪਾਵਰ ਫੈਕਟਰ ਪੁੱਛ ਲੇ ਤਾਂ ਇਸ ਲਾਈਨ ਤੋਂ ਉੱਪਰਲੇ ਪਾਸੇ ਜਿੰਨੀਆਂ ਵੈਲਿਊਜ਼ ਹੁੰਦੀਆਂ ਨੇ ਇਹ ਸਾਰੀਆਂ ਬੱਚੇ ਸਾਡੀਆਂ ਪ੍ਰਾਇਮਰੀ ਦੀਆਂ ਟਰਮਸ ਹੁੰਦੀਆਂ ਨੇ, ਇਹ ਸਾਡੀਆਂ ਪ੍ਰਾਇਮਰੀ ਦੀਆਂ ਟਰਮਸ ਨੇਗੀਆਂ। ਚਾਹੇ ਉਹ ਸਾਡਾ I2 ਡੈਸ਼ ਕਰੰਟ ਹੋਵੇ, ਇਹ ਵੀ ਪ੍ਰਾਇਮਰੀ 'ਚ ਫਲੋ ਹੁੰਦਾ, ਚਾਹੇ ਸਾਡਾ I1 ਕਰੰਟ ਹੋਵੇ, ਇਹ ਵੀ ਪ੍ਰਾਇਮਰੀ 'ਚ ਹੁੰਦਾ, ਚਾਹੇ ਸਾਡਾ I0 ਕਰੰਟ ਹੋਵੇ, ਇਹ ਵੀ ਪ੍ਰਾਇਮਰੀ 'ਚ ਹੁੰਦਾ, ਚਾਹੇ ਸਾਡੀ V1 ਵੋਲਟੇਜ ਹੋਵੇ ਜਿਹੜੀ ਅਸੀਂ ਦਿੱਤੀ ਸੀ ਉਹ ਵੀ ਪ੍ਰਾਇਮਰੀ 'ਚ ਹੁੰਦੀ ਹੈਗੀ, ਚਾਹੇ ਸਾਡਾ ਜਿਹੜਾ ਹੈਗਾ IM ਇਹ ਵੀ ਸਾਡਾ ਪ੍ਰਾਇਮਰੀ 'ਚ ਹੁੰਦਾ। ਇਹ ਤਾਂ ਸਾਰੀਆਂ ਜਿਹੜੀਆਂ ਕੰਪੋਨੈਂਟਸ ਨੇਗੇ, ਉੱਪਰ ਵਾਲੇ ਕੰਪੋਨੈਂਟਸ ਇਹ ਪ੍ਰਾਇਮਰੀ ਦੇ ਨੇਗੇ ਤੇ ਹੇਠਾਂ ਵਾਲੇ ਕੰਪੋਨੈਂਟਸ ਸੈਕੰਡਰੀ ਦੇ ਨੇਗੇ। ਤਾਂ ਸਿਰਫ ਇਸ ਚੀਜ਼ ਨੂੰ ਡਿਸਟਿੰਗੁਇਸ਼ ਕਰਨ ਵਾਸਤੇ ਤੁਹਾਡੀਆਂ ਬਹੁਤੀਆਂ ਕਿਤਾਬਾਂ ਦੇ ਵਿੱਚ ਜਿਹੜਾ E1 ਹੁੰਦਾ ਉਹਨੂੰ ਹੇਠਾਂ ਨਹੀਂ ਲਿਖਿਆ ਹੁੰਦਾ, ਉਹਨੂੰ ਰਾਜੇ ਆਪਾਂ ਉੱਪਰ ਲਿਖ ਦਿੰਦੇ ਆ, ਬਟ ਇਹਦੇ ਅਗਲੇ ਪਾਸੇ ਮਾਈਨਸ ਲਗਾ ਦਿੰਦੇ ਆ ਦੱਸਣ ਵਾਸਤੇ ਵੀ ਇਹਦੀ ਅਸਲ ਪੋਜੀਸ਼ਨ ਇਹ ਨਹੀਂ ਹੈਗੀ। ਇਹਦੀ ਅਸਲ ਪੋਜੀਸ਼ਨ ਦਾ ਮਾਈਨਸ ਲਾਉਣ ਦਾ ਮਤਲਬ ਕਿੰਨਾ ਹੁੰਦਾ, 180 ਹੇਠਾਂ ਗਈ ਇੱਥੇ ਅਸਲ ਪੋਜੀਸ਼ਨ ਦਾ। ਪਰ ਸਿਰਫ ਇਸ ਕਰਕੇ ਵੀ ਸੈਕੰਡਰੀ ਸਾਈਡ ਦੀ ਚੀਜ਼ਾਂ ਬਣਾਉਣੀਆਂ ਨੇ ਅਸੀਂ ਇੱਧਰਲੇ ਪਾਸੇ ਸਾਰੇ ਕੰਪੋਨੈਂਟ ਸੈਕੰਡਰੀ ਸਾਈਡ ਦੇ ਹੋਣੇ ਚਾਹੀਦੇ ਆ, ਸਿਰਫ ਇਸ ਡਾਇਗਰਾਮ ਨੂੰ ਸੈਟੀਸਫਾਈ ਕਰਵਾਉਣ ਵਾਸਤੇ ਇਹਨੂੰ ਆਪਾਂ ਉੱਪਰਲੇ ਪਾਸੇ ਪ੍ਰੈਜ਼ੈਂਟ ਕਰ ਦਿੰਦੇ ਆਂਗੇ। ਪਰ ਪ੍ਰੈਜ਼ੈਂਟ ਕਰਨ ਵੇਲੇ ਸਾਨੂੰ ਪਹਿਲਾਂ ਮਾਈਨਸ ਲਗਾਉਣਾ ਪੈਂਦਾ। ਕਲੀਅਰ ਹੋਈ ਬੱਚੇ ਗੱਲ? ਇਹ ਬਿਲਕੁਲ ਠੀਕ ਹੈ ਰਾਜੇ, ਪਊਗੀ, ਗੁੱਡ ਪਊਗੀ ਰਾਜੇ। I2 ਡੈਸ਼ ਪੈ ਕਿ ਪ੍ਰਾਇਮਰੀ ਸਾਈਡ ਪਹਿਲੇ ਨਾ, ਪ੍ਰਾਇਮਰੀ ਸਾਈਡ ਦੇ ਵਿੱਚ ਕਰੰਟ ਸਾਡਾ I2 ਡੈਸ਼ ਹੀ ਸੀਗਾ ਨਾ, I2 ਤਾਂ ਇੱਧਰ ਸੀਗਾ। ਹਾਂਜੀ ਪਊਗੀ ਰਾਜੇ, ਠੀਕ ਹੈ। ਦੇਖੋ ਰਾਜੇ ਸਮਝ ਆ ਗਈਆਂ ਇਹ ਚੀਜ਼ਾਂ। ਇਹੀ ਉਹ ਟੌਪਿਕ ਆ ਜਿਹੜਾ ਰਾਜੇ ਨਹੀਂ ਨਾਰਮਲੀ ਕਿਸੇ ਨੇ ਕੀਤਾ ਹੁੰਦਾ, ਕੀਤਾ ਹੋਇਆ ਸੀਗਾ। ਕਿਹਨੇ ਕੀਤਾ ਸੀ ਰਾਜੇ ਏਦਾਂ, ਕਦੀ ਕਿਹਨੇ ਪੜਿਆ ਸੀਗਾ ਇਹ ਟੌਪਿਕ? ਐਨੀ ਡੀਪਲੀ ਤਾਂ ਨਹੀਂ ਪੜ੍ਹੀ ਕਦੇ। ਠੀਕ ਹੈ ਰਾਜੇ, ਹੁਣ ਪਤਾ ਲੱਗ ਗਿਆ ਫਲਕਸ ਕਿਉਂ ਸਾਡੀ ਕਾਂਸਟੈਂਟ ਰਹਿੰਦੀ ਹੈਗੀ। ਹਾਂਜੀ ਸਰ। ਫਲਕਸ ਨੂੰ ਕਾਂਸਟੈਂਟ ਰੱਖਿਆ ਜਾਂਦਾ, ਉਹ ਰਹਿਣ ਦੀ ਕੋਸ਼ਿਸ਼ ਤਾਂ ਨਹੀਂ ਕਰਦੀ ਹੈਗੀ, ਉਹ ਤਾਂ ਵੱਧਦੀ ਘਟਦੀ ਹੈਗੀ। ਅਗਲਾ ਜਿਹੜਾ ਟੌਪਿਕ ਹੈ ਰਾਜੇ ਬੜਾ ਇੰਪੋਰਟੈਂਟ ਟੌਪਿਕ ਹੈਗਾ, ਮਿਊਟ ਕਰ ਲਓ ਇੱਕ ਵਾਰੀ ਫੇਰ ਤੋਂ ਮਾਈਕਸ ਨੂੰ। ਅਗਲਾ ਟੌਪਿਕ ਹੈ ਰਾਜੇ ਇਕੁਇਵਲੈਂਟ ਡਾਇਆਗ੍ਰਾਮ ਆਫ ਏ ਟਰਾਂਸਫਾਰਮਰ। ਜੇ ਅਸੀਂ ਆਪਣੇ ਡਾਇਗ੍ਰਾਮ, ਇਹ ਆਪਣਾ ਜਿਹੜਾ ਟਰਾਂਸਫਾਰਮਰ ਹੈਗਾ ਉਹਨੂੰ ਅਸੀਂ ਰੀਪ੍ਰਜੈਂਟ ਕਰਨਾ ਗਾ ਬੱਚੇ ਇਲੈਕਟ੍ਰੀਕਲ ਕੰਪੋਨੈਂਟਸ ਦੇ ਵਿੱਚ, ਤਾਂ ਇਲੈਕਟ੍ਰੀਕਲ ਰੀਪ੍ਰਜੈਂਟੇਸ਼ਨ ਸਾਨੂੰ ਪਤਾ ਸਾਡੇ ਟਰਾਂਸਫਾਰਮਰ ਦੇ ਵਿੱਚ ਰਾਜੇ ਦੋ ਵਾਈਂਡਿੰਗਸ ਹੁੰਦੀਆਂ ਨੇਗੀਆਂ, ਦੋ ਵਾਈਂਡਿੰਗਸ ਹੁੰਦੀਆਂ ਨੇਗੀਆਂ ਜਿਨ੍ਹਾਂ ਦੇ ਵਿੱਚ ਕਿਹੜੀ ਸਪਲਾਈ ਹੁੰਦੀ ਹੈ ਰਾਜੇ? AC ਸਪਲਾਈ ਹੁੰਦੀ ਹੈ, ਹਨਾ। ਦੋ ਵਾਈਂਡਿੰਗਸ ਹੁੰਦੀਆਂ ਨੇਗੀਆਂ। ਹੋਰ ਕੀ ਹੁੰਦਾ ਟਰਾਂਸਫਾਰਮਰ ਦੇ ਅੰਦਰ ਬੱਚੇ? ਇੱਕ ਕੋਰ ਹੁੰਦੀ ਹੈ, ਇੱਕ ਕੋਰ ਹੁੰਦੀ ਹੈ ਨਾ। ਕੋਰ ਦੀ ਕੀ ਹੁੰਦੀ ਹੈ? ਇੱਕ ਪਰਮੀਏਬਿਲਿਟੀ ਹੁੰਦੀ ਹੈ ਨਾ,
ਹੋਰ ਕੀ ਹੁੰਦਾ ਜੀ ਟਰਾਂਸਫਾਰਮਰ 'ਚ? ਮੇਨ ਇਹ ਦੋ ਚੀਜ਼ਾਂ ਨੇਗੀਆਂ। ਤਾਂ ਜੇ ਕਿਸੇ ਵੀ ਵਾਇਰ ਦੇ ਵਿੱਚੋਂ ਬੱਚੇ, ਕੋਈ ਵੀ ਇੱਕ ਵਾਇਰ ਆ, ਜਦੋਂ ਇਸ ਵਾਇਰ ਦੇ ਵਿੱਚ ਅਸੀਂ AC ਸਪਲਾਈ ਦਿੰਦੇ ਹੁੰਦੇ ਆ, ਤਾਂ ਇਹ ਵਾਇਰ ਦੇ ਵਿੱਚ ਕੀ ਕੁਝ ਹੁੰਦਾ ਬੱਚੇ? ਵਾਇਰ ਕੀ ਅਪੋਜ਼ ਕਰਦੀ ਹੈ, ਕਾਹਦੇ ਨਾਲ ਅਪੋਜ਼ ਕਰਦੀ ਹੈ ਰਾਜੇ AC ਸਪਲਾਈ ਨੂੰ? ਹਾਂਜੀ ਦੱਸੋ। ਹਾਂਜੀ, ਰੈਜ਼ਿਸਟੈਂਸ ਨਾਲ ਜੀ। ਕੱਲੀ ਰੈਜ਼ਿਸਟੈਂਸ ਨਾਲ ਰਾਜੇ? ਸਰ ਹਾਂਜੀ, ਇੰਪੀਡੈਂਸ ਇੱਕ ਨਹੀਂ ਰਾਜੇ, ਇੱਕ ਰਿਐਕਟੈਂਸ ਨਾਲ, ਇੱਕ ਰੈਜ਼ਿਸਟੈਂਸ ਦੇ ਨਾਲ, ਜਿਹੜਾ ਕੁੱਲ ਮਿਲਾ ਕੇ ਬਣਦੀ ਹੁੰਦੀ ਹੈ, ਜਿਹਦੀ ਇੰਪੀਡੈਂਸ ਬਣਦੀ ਹੁੰਦੀ ਹੈ। ਇਹਦਾ ਮਤਲਬ ਜੇ ਦੋ ਵਾਇੰਡਿੰਗਾਂ ਨੇਗੀਆਂ, ਤਾਂ ਇਹਦਾ ਮਤਲਬ ਪ੍ਰਾਇਮਰੀ ਵਾਇੰਡਿੰਗ ਦੇ ਵਿੱਚ ਵੀ ਇੱਕ ਰੈਜ਼ਿਸਟੈਂਸ ਹੋਏਗੀ ਜਿਹਦਾ ਨਾਂ R1 ਲਿਖਾਂਗੇ ਆਪਾਂ, ਇੱਕ ਸੈਕੰਡਰੀ ਵਾਇੰਡਿੰਗ ਦੀ ਰੈਜ਼ਿਸਟੈਂਸ ਹੋਵੇਗੀ ਜਿਹਦਾ ਨਾਂ ਹੋਏਗਾ R2। ਪ੍ਰਾਇਮਰੀ ਵਾਇੰਡਿੰਗ ਵਾਲੀ ਜਿਹੜੀ ਰਿਐਕਟੈਂਸ ਆ ਉਹ ਅਲੱਗ ਹੋਏਗੀ ਜਿਹਦਾ ਨਾਂ X1 ਹੈਗਾ, ਸੈਕੰਡਰੀ ਸਾਈਡ ਵਾਲੀ X2 ਹੋਏਗੀ। ਇਹਨਾਂ ਦੋਨਾਂ ਨੂੰ ਮਿਲਾ ਕੇ ਸਾਡੇ ਕੋਲੇ ਟੋਟਲ ਜਿਹੜੀ ਬਣੂਗੀ ਰਾਜੇ ਉਹ Z1 ਪ੍ਰਾਇਮਰੀ ਦੀ ਇੰਪੀਡੈਂਸ ਹੋਊਗੀ, ਇਹਨਾਂ ਦੋਨਾਂ ਨੂੰ ਮਿਲਾ ਕੇ ਸੈਕੰਡਰੀ ਦੀ ਇੰਪੀਡੈਂਸ ਬਣੇਗੀ। ਓਕੇ ਜੀ, ਇਹ ਗੱਲ ਕਲੀਅਰ ਹੋ ਗਈ ਮੇਰੇ ਹਿਸਾਬ ਨਾਲ। ਠੀਕ ਆ, ਤਾਂ ਹੁਣ ਇਹਨੂੰ ਆਪਾਂ ਰੀਪ੍ਰਜੈਂਟ ਕਰਦੇ ਹਾਂ ਰਾਜੇ। ਇਹਨੂੰ ਆਹ ਵਾਈਂਡਿੰਗ ਆ ਬੱਚੇ ਸਾਡੀ ਪ੍ਰਾਇਮਰੀ ਦੀ, ਇਹਦੀ ਆ ਰੈਜ਼ਿਸਟੈਂਸ ਹੈਗੀ, ਇੱਕ ਆਹ ਕੋਰ ਹੈਗੀ, ਇੱਕ ਕੋਰ ਦੇ ਉੱਪਰ ਲਿਪਟੀ ਹੋਈ ਹੈ ਏਦਾਂ। ਆਹ ਸੈਕੰਡਰੀ ਦੀ ਰੈਜ਼ਿਸਟੈਂਸ ਹੈਗੀ ਜਿਹਦਾ ਨਾਂ ਹੈਗਾ ਰਾਜੇ R2। ਆਹ ਸੈਕੰਡਰੀ ਦੀ ਰਿਐਕਟੈਂਸ ਆ ਜਿਹਦਾ ਨਾਂ ਹੈਗਾ X1 ਆਹ R1 ਸੀ, ਆਹ X1 ਸੀਗੇ। ਇਹਨਾਂ ਦੋਨਾਂ ਦੇ ਜਿਹੜਾ ਇਕੁਇਵਲੈਂਟ ਹੋਏਗੀ ਬੱਚੇ, ਉਹਦਾ ਨਾਂ ਹੋਏਗਾ ਸਾਡਾ Z1 ਪ੍ਰਾਇਮਰੀ ਦੀ 1। ਜਿੱਥੇ ਰਾਜੇ 1 ਲਿਖਾਂਗੇ ਨਾ ਆਪਾਂ, ਇਹ ਸਾਰੀ ਚੀਜ਼ਾਂ ਪ੍ਰਾਇਮਰੀ ਦੀਆਂ ਨੇ। ਜਿੱਥੇ 2 ਲਿਖਾਂਗੇ ਸਾਰੀ ਚੀਜ਼ਾਂ ਸਾਡੀਆਂ ਕਾਹਦੀਆਂ ਨੇ? ਸੈਕੰਡਰੀ ਦੀਆਂ ਨੇਗੀਆਂ। ਇਹਦੀ ਟੋਟਲ ਇੰਪੀਡੈਂਸ ਉਹ ਹੈਗੀ ਸਾਡੀ Z2। ਤਾਂ ਪ੍ਰਾਇਮਰੀ ਦੀ ਜਿਹੜੀ ਇੰਪੀਡੈਂਸ ਹੁੰਦੀ ਹੈ ਉਹਦਾ ਫਾਰਮੂਲਾ ਕਿਵੇਂ ਨਿਕਲੂਗੀ? ਕਿਵੇਂ? ਜੇ ਆਪਾਂ ਰੈਜ਼ਿਸਟੈਂਸ ਦਿੱਤੀ ਹੋਵੇ R1 ਦਾ ਸਕੁਅਰ ਪਲੱਸ X1 ਦਾ ਸਕੁਅਰ ਦਾ ਹੋਲ ਸਕੁਅਰ। ਤੇ ਸੈਕੰਡਰੀ ਦੀ ਇੰਪੀਡੈਂਸ ਕਿਵੇਂ ਨਿਕਲੂਗੀ? R2 ਦਾ ਸਕੁਅਰ ਪਲੱਸ X2 ਦਾ ਸਕੁਅਰ ਦਾ ਹੋਲ ਸਕੁਅਰ। ਏਦਾਂ ਇਸ ਤਰੀਕੇ ਨਾਲ ਸਾਡੇ ਕੋਲੇ Z1 ਤੇ Z2 ਨਿਕਲਣਗੀਆਂ। ਹੁਣ ਅਸੀਂ ਕੋਰ ਦੇ ਵਿੱਚ ਵੀ ਇਹਦੇ ਅੰਦਰਲੇ ਪਾਸੇ ਵੀ ਕੁਛ ਨਾ ਕੁਛ ਹੁੰਦਾ ਹੈਗਾ, ਤੇ ਦੋਨਾਂ ਵਾਸਤੇ ਕੀ ਆ ਰਾਜੇ? ਇਹ ਕਾਮਨ ਹੈਗੀ ਹੈ ਨਾ ਕੋਰ। ਤਾਂ ਜਿਹਨੂੰ ਵੀ ਰੀਪ੍ਰਜੈਂਟ ਕਰਨਾ ਰਾਜੇ, ਕੋਰ ਨੂੰ ਵੀ, ਤਾਂ ਕੋਰ ਨੂੰ ਰੀਪ੍ਰਜੈਂਟ ਅਸੀਂ ਕਿਵੇਂ ਕਰਾਂਗੇ? ਆ ਲਓ, ਤਾਂ ਕੋਰ ਨੂੰ ਅਸੀਂ ਰੀਪ੍ਰਜੈਂਟ ਕਿਵੇਂ ਕਰਾਂਗੇ? ਆ ਲਓ, ਆ ਹੈਗੀ ਆ R2, ਆ ਹੈਗੀ X2, ਆ R2 ਆ X2 ਆ R1 ਆ X1 ਆ। ਤਾਂ ਇੱਥੇ ਕੋਰ ਆ ਜਿਹੜੀ ਉਹ ਦੋਨਾਂ ਦੇ ਪੈਰਲਲ ਦੇ ਵਿੱਚ ਰਾਜੇ ਉਹ ਇੱਥੇ ਏਦਾਂ ਰੱਖੀ ਜਾਏਗੀ। ਆਹ ਕੋਰ ਆ ਗਈ ਰਾਜੇ, ਆਹ ਇਹ ਦੋਨਾਂ ਵਾਸਤੇ ਕਾਮਨ ਆ ਗਈ। ਤਾਂ ਕੋਰ ਦੇ ਵਿੱਚ ਜਿਹੜਾ ਕਰੰਟ ਜਾਂਦਾ ਹੁੰਦਾ ਰਾਜੇ, ਕੋਰ ਦੇ ਅੰਦਰ ਜਾਣ ਵਾਲਾ ਕਰੰਟ ਜਿਹੜਾ, ਅੱਛਾ ਕੋਰ ਦੀ ਵੀ ਦੋ ਹੁੰਦੀ। ਕੋਰ ਦੀ ਇੱਕ ਤਾਂ ਇਹਦੇ ਹੁੰਦੀ ਆ ਰੈਜ਼ਿਸਟੈਂਸ, ਜਿਹਨੂੰ ਲਿਖਾਂਗੇ ਨੋਟ ਜਿਹੜਾ ਹੁੰਦਾ ਹੈਗਾ, ਨੋਟ ਅਸੀਂ ਡਿਨੋਟ ਕਰਦੇ ਹਾਂ ਰਾਜੇ ਰੈਜ਼ਿਸਟੈਂਸ ਵਾਸਤੇ। ਇਧਰਲੇ ਸਾਈਡ ਹੋਏਗਾ X0। ਪੇਪਰ ਦੇ ਵਿੱਚ 100 ਵਾਰੀ ਇਹ ਕੁਐਸਚਨ ਆ ਚੁੱਕਿਆ ਡਿਫਰੈਂਟ ਤੁਹਾਡੇ SSC JEE ਦੇ ਪੇਪਰਾਂ ਦੇ ਵਿੱਚ, ਵੀ X0 ਜਿਹੜੀ ਹੁੰਦੀ ਹੈਗੀ ਉਹ ਕਿਹਨੂੰ ਰੀਪ੍ਰਜੈਂਟ ਕਰਦੀ ਹੈਗੀ? ਕੋਰ ਦੀ X0 ਕੀ ਦੱਸਦੀ ਹੈ ਰਾਜੇ? ਦੱਸਦੀ ਆ ਪਰਮੀਏਬਿਲਿਟੀ ਆਫ ਕੋਰ। ਪਰਮੀਏਬਿਲਿਟੀ ਆਫ ਕੋਰ। ਕਿਉਂਕਿ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਜੇ ਕਿਸੇ ਕੋਰ ਦੀ ਪਰਮੀਏਬਿਲਿਟੀ ਗੁੱਡ ਹੋਏਗੀ ਤਾਂ ਉਹਦੇ ਵਿੱਚ IM ਕਰੰਟ ਕੀ ਹੋਏਗਾ? ਹਾਂਜੀ ਦੱਸੋ ਰਾਜੇ, ਵੱਧ ਕੇ ਘੱਟ? ਪਰਮੀਏਬਿਲਿਟੀ ਵਧੀਆ ਰਾਜੇ, ਤਾਂ ਮੈਗਨੇਟਾਈਜ਼ਿੰਗ ਕਰੰਟ ਕੀ ਹੋਏਗਾ? ਜ਼ਿਆਦਾ ਹੋਏਗਾ ਜੀ। ਨਹੀਂ ਰਾਜੇ, ਫਿਰ ਕੀ ਫਾਇਦਾ? ਜੇ ਜ਼ਿਆਦਾ ਹੋਊਗਾ ਫਿਰ ਤਾਂ ਫਾਇਦਾ ਹੀ ਨਹੀਂ ਹੋਇਆ ਕੋਈ। ਮੈਗਨੇਟਾਈਜ਼ਿੰਗ ਕਰੰਟ ਵੱਧ ਦਾ ਮਤਲਬ ਤਾਂ ਇਹ ਹੋ ਗਿਆ ਬਹੁਤ ਮੈਗਨੇਟਾਈਜ਼ਿੰਗ ਕਰੰਟ ਨੇ ਥੋੜਾ ਜਿਹਾ ਫਲਕਸ ਪੈਦਾ ਕੀਤੀ ਹੈਗੀ। ਘੱਟ ਹੋਏਗਾ ਬੱਚੇ, ਗੱਲ ਸਮਝਾਇਆ ਨਹੀਂ ਤੁਹਾਨੂੰ? ਵੀ ਪਰਮੀਏਬਿਲਿਟੀ ਵਧੀਆ ਹੋਣ ਦਾ ਕੀ ਮਤਲਬ ਆ? ਰਿਲੈਕਟੈਂਸ ਦਾ ਘੱਟ ਹੋਣਾ। ਰਿਲੈਕਟੈਂਸ ਦਾ ਘੱਟ ਹੋਣ ਦਾ ਕੀ ਮਤਲਬ ਆ ਰਾਜੇ? ਔਖਾਪਣਾ ਜਿਹੜਾ ਸਾਡਾ, ਜਿਹੜੀ ਸਾਡੀ ਰੈਜ਼ਿਸਟੈਂਸ ਹੈਗੀ ਜਿਹੜੀ ਸਾਡੀ ਉਹ ਘੱਟ ਹੈਗੀ। ਤੇਰਾ ਮਤਲਬ ਬਹੁਤ ਥੋੜਾ ਜਿਹਾ ਕਰੰਟ ਹੀ ਸਾਡੀ ਫਲਕਸ ਵੱਧ ਤੋਂ ਵੱਧ ਪੈਦਾ ਕਰ ਦੂਗਾ। ਤਾਂ ਰਾਜੇ ਪਰਮੀਏਬਿਲਿਟੀ ਵਧੀਆ ਹੋਣ ਦਾ ਮਤਲਬ ਕੀ ਹੁੰਦਾ? ਕਰੰਟ ਦਾ ਘੱਟ ਹੋਣਾ, ਮੈਗਨੇਟਾਈਜ਼ਿੰਗ ਕਰੰਟ ਘੱਟ ਹੋਊਗਾ। ਤਾਂ ਕੋਰ ਦੀ ਪਰਮੀਏਬਿਲਿਟੀ ਵਧੀਆ, ਕੋਰ ਦੀ ਪਰਮੀਏਬਿਲਿਟੀ ਕਾਹਦੇ ਨਾਲ ਡਿਨੋਟ ਕਰਦੇ ਸੀ? X0 ਨਾਲ।
ਜਿਹੜਾ x0 ਇਹਦਾ ਮਤਲਬ x0 ਜਿੰਨਾ ਵੱਡਾ ਹੁੰਦਾ ਉਹਦੀ ਪਰਮੇਬਿਲਿਟੀ ਉਨੀ ਜ਼ਿਆਦਾ ਹੁੰਦੀ ਆ। ਤੇ ਜੇ x0 ਵੱਡਾ ਤਾਂ ਹੀ ਤਰ੍ਹਾਂ ਜੇ ਇੱਧਰਲੇ ਪਾਸੇ ਮੈਗਨੇਟਾਈਜ਼ਿੰਗ ਕਰੰਟ ਘੱਟ ਹੋਊਗਾ। ਚਲੋ ਇਹਨੂੰ ਦੁਬਾਰੇ ਵੀ ਦੇਖ ਲਾਂਗੇ, ਜੇ ਨਹੀਂ ਪਤਾ ਲੱਗਿਆ ਤਾਂ ਸਿਰਫ ਇਹ ਚੀਜ਼ ਦੇਖੋ ਰਾਜੇ, ਆਹ ਕੋਰ ਨੂੰ ਧਿਆਨ ਨਾਲ ਦੇਖੋ, ਇੰਨੀ ਚੀਜ਼ ਨੂੰ ਦੇਖੋ, ਧਿਆਨ ਨਾਲ ਪੜੋ। ਆਹ ਚੀਜ਼ ਯਾਦ ਰੱਖਣੀ ਵੀ x0 ਕੀ ਹੁੰਦੀ ਹੈਗੀ, x0 ਇਜ਼ ਯੂਅਰ ਪਰਮੇਬਿਲਿਟੀ ਆਫ ਕੋਰ। ਓਕੇ, ਹੁਣ ਗੱਲ ਆ ਗਈ R0 ਦੀ। R0 ਹੁੰਦੀ ਹੈ ਰਾਜੇ ਰੈਜ਼ਿਸਟੈਂਸ ਆਫ ਕੋਰ। ਉਹ ਬਣੀ ਕਾਹਤੋਂ ਜਾਂ ਪੱਤੀਆਂ ਤੋਂ ਬਣੀ ਹੋਈ ਹੈ ਨਾ, ਸਿਲੀਕਨ ਸਟੀਲ ਦੀਆਂ ਤੋਂ। ਤੇ ਰੈਜ਼ਿਸਟੈਂਸ ਜਿਹੜੀ ਹੈਗੀ ਸਾਡੀ ਹਰੇਕ ਮਟੀਰੀਅਲ ਦੀ ਆਪਣੀ ਕੋਈ ਨਾ ਕੋਈ ਰੈਜ਼ਿਸਟੈਂਸ ਤਾਂ ਹੁੰਦੀ ਹੈਗੀ। ਤਾਂ ਰੈਜ਼ਿਸਟੈਂਸ ਆਫ ਮਟੀਰੀਅਲ ਆ ਜਿਹੜੀ ਸਾਡਾ ਕੋਰ ਦਾ ਮਟੀਰੀਅਲ ਹੈਗਾ, ਉਹ ਕਾਹਦੇ ਨਾਲ ਡਿਨੋਟ ਕੀਤਾ ਜਾਂਦਾ ਹੈ ਜੀ, R0 ਨਾਲ। ਓਕੇ ਜੀ, ਹੁਣ ਦੇਖੋ ਸਾਡੇ ਕੋਲੇ ਜਿਹੜਾ ਇੱਧਰਲੇ ਪਾਸੇ ਟੋਟਲ ਕਰੰਟ ਜਾਂਦਾ ਹੁੰਦਾ, ਇੱਧਰਲੇ ਪਾਸੇ ਟੋਟਲ ਕਰੰਟ I1 ਜਾਂਦਾ। ਤੁਹਾਨੂੰ ਪਤਾ ਕੋਰ ਦੇ ਵਿੱਚ ਕਰੰਟ ਜਿਹੜਾ ਜਾਂਦਾ, ਕੋਰ ਨੂੰ ਕਰੰਟ ਕਿਹੜਾ ਚਾਹੀਦਾ ਹੁੰਦਾ, ਦੱਸ ਸਕਦੇ ਉਹਦਾ ਨਾਂ ਕੀ ਹੋ ਸਕਦਾ? ਇਹਨੇ ਟਰਾਂਸਫਾਰਮਰ ਦੇ ਲੈਕਚਰ ਲਾਇਆ ਕੱਲ ਤੋਂ ਸਾਰੇ ਵੀ ਜਿਹੜਾ ਕੋਰ ਦੇ ਵਿੱਚ ਕਰੰਟ ਜਾਂਦਾ, ਉਸ ਕੋਰ ਦੇ ਵਿੱਚ ਜਾਣ ਵਾਲੇ ਕਰੰਟ ਦਾ ਕੀ ਨਾਂ ਹੁੰਦਾ ਹੋਊਗਾ? I0 ਹੁੰਦਾ ਰਾਜੇ। ਕਿਉਂ ਹੁੰਦਾ? ਕਿਉਂਕਿ ਨੋ ਲੋਡ ਵੇਲੀ ਕੋਰ ਦੇ ਵਿੱਚ ਤਾਂ ਚਲਾ ਜਾਂਦਾ ਨਾ ਕਰੰਟ ਜਿਹੜੇ ਜਾਣਾ ਹੁੰਦਾ ਹੈਗਾ। ਅੱਛਾ, ਤਾਂ ਇਧਰਲੇ ਪਾਸੇ ਜਿਹੜਾ ਕਰੰਟ ਜਾਏਗਾ ਰਾਜੇ, ਸੈਕੰਡਰੀ ਸਾਈਡ ਵੱਲ ਜਿਹੜਾ ਕਰੰਟ ਫਲੋ ਹੋ ਰਿਹਾ ਸਾਡਾ, ਉਹ ਕਿਹੜਾ ਕਰੰਟ ਫਲੋ ਹੋ ਰਿਹਾ? I2। ਤਾਂ ਆਹ ਸਾਡੇ ਕੋਲ ਡਾਇਗਰਾਮ ਹੈ। ਇਧਰਲੇ ਪਾਸੇ ਅਸੀਂ V1 ਵੋਲਟੇਜ ਦਿੱਤੀ ਹੋਈ ਹੈਗੀ, ਤੇ ਇਧਰਲੇ ਪਾਸੇ ਸਾਡੇ ਕੋਲ ਜਿਹੜੀ ਵੋਲਟੇਜ ਪੈਦਾ ਹੋਈ ਆ ਉਹ V2 ਪੈਦਾ ਹੋਈ ਹੈ। ਹੁਣ ਜਿਹੜਾ I0 ਹੁੰਦਾ, I0 ਦੇ ਦੋ ਕੰਪੋਨੈਂਟ ਹੁੰਦੇ ਆ ਬੱਚੇ। I0 ਦੇ ਦੋ ਕੰਪੋਨੈਂਟ ਹੁੰਦੇ, ਇੱਕ ਤਾਂ ਹੁੰਦਾ ਵਾਟ ਲੈਸ ਕੰਪੋਨੈਂਟ ਜਿਹੜਾ ਕੀ ਪੈਦਾ ਕਰਦਾ, ਸਿਰਫ ਫਲਕਸ ਪੈਦਾ ਕਰਦਾ। ਇੱਕ IW ਹੁੰਦਾ, ਇਹ ਕੀ ਕਰਦਾ ਸੀਗਾ? ਹਾਂਜੀ, ਕੱਲ ਵਾਲਾ ਲੈਕਚਰ ਦੇਖਣਾ ਪਊਗਾ ਤੁਹਾਨੂੰ ਜਿਹੜੇ ਪਹਿਲੇ ਦਿਨ ਆਏ ਹੋਗੇ। ਹਾਂਜੀ ਰਾਜੇ, IW ਕੀ ਕਰਦਾ ਹੈਗਾ? ਲੋਸ ਸਰ, ਕੋਰ ਦੇ ਵਿੱਚ ਲਾਸ ਪੈਦਾ ਕਰਦਾ। ਇਹਦਾ ਮਤਲਬ ਇਹ ਕੀ ਹੀਟ ਪੈਦਾ ਕਰਦਾ ਨਾ ਇਹ, ਤੇ ਹੀਟ ਪੈਦਾ ਕਾਹਦੇ ਵਿੱਚ ਹੁੰਦੀ ਹੈ ਰਾਜੇ? ਰੈਜ਼ਿਸਟੈਂਸ ਦੇ ਵਿੱਚ ਕਿ ਰਿਐਕਟੈਂਸ ਦੇ ਵਿੱਚ? ਰੈਜ਼ਿਸਟੈਂਸ ਦੇ ਵਿੱਚ। ਇਹਦਾ ਮਤਲਬ ਜਿਹੜਾ I0 ਦਾ ਇੱਕ ਹਿੱਸਾ ਹੈਗਾ ਜਿਹੜਾ, ਜਿਹਦਾ ਨਾਂ ਹੈਗਾ IW, ਉਹ ਤਾਂ R0 ਦੇ ਵਿੱਚ ਫਲੋ ਹੋ ਰਿਹਾ। ਤੇ ਜਿਹੜਾ ਇੱਕ ਹਿੱਸਾ ਹੈਗਾ ਸਾਡਾ IM, ਉਹ ਸਾਡਾ XM ਦੇ X0 ਦੇ ਵਿੱਚ ਫਲੋ ਹੋ ਰਿਹਾ। ਤਾਂ I0 ਦੇ ਦੋ ਹਿੱਸੇ ਹੈਗੇ। I0 ਇਜ਼ ਇਕੁਅਲ ਟੂ ਕਿਹਦੇ ਬਰਾਬਰ ਹੁੰਦਾ ਰਾਜੇ? IM ਪਲੱਸ IW। ਪੇਪਰ ਦੇ ਵਿੱਚ ਆਉਣ ਵਾਲਾ ਕੁਐਸਚਨ ਹੈਗਾ, ਇੱਥੋਂ ਦੇਖ ਲਓ। ਉਹ ਇਹ ਹੈਗਾ ਬੱਚੇ ਵੀ ਜਿਹੜੇ ਸਾਡੇ ਵਾਈਂਡਿੰਗ ਦੇ ਕੰਪੋਨੈਂਟਸ ਨੇਗੇ, ਵਾਈਂਡਿੰਗ ਦੇ ਕੰਪੋਨੈਂਟ ਨੇਗੇ ਜਿਹੜੇ ਸਾਡੇ ਵਾਈਂਡਿੰਗ ਦੇ ਕੰਪੋਨੈਂਟ ਕਿਹੜੇ ਨੇਗੇ? ਰੈਜ਼ਿਸਟੈਂਸਾਂ ਹੋ ਗਈਆਂ ਦੋਨਾਂ ਦੀ, R1 ਤੇ R2। ਰਿਐਕਟੈਂਸਾਂ ਹੋ ਗਈਆਂ X1 ਤੇ X2। ਇਹ ਦੋਨੇ ਜਿਹੜੀਆਂ ਚੀਜ਼ਾਂ ਨੇ ਸਾਡੀਆਂ ਰਾਜੇ ਸੀਰੀਜ਼ 'ਚ ਲੱਗੀਆਂ ਹੋਈਆਂ ਕਿ ਪੈਰਲਲ 'ਚ ਲੱਗੀਆਂ ਹੋਈਆਂ ਨੇ? ਇਹਨਾਂ ਨੂੰ ਅਸੀਂ ਕਹਾਂਗੇ ਸੀਰੀਜ਼ ਕੰਪੋਨੈਂਟਸ ਬੱਚੇ, ਸੀਰੀਜ਼ ਕੰਪੋਨੈਂਟਸ ਕਹਾਂਗੇ ਇਹਨਾਂ ਨੂੰ। ਰੈਜ਼ਿਸਟੈਂਸਾਂ ਜਿਹੜੀਆਂ ਸਾਡੀਆਂ ਵਾਈਂਡਿੰਗ ਦੇ ਕੰਪੋਨੈਂਟ ਆ ਸਾਡੇ, ਸੀਰੀਜ਼ ਕੰਪੋਨੈਂਟਸ ਹੁੰਦੇ ਆ। ਤੇ ਜਿਹੜੇ ਸਾਡੇ ਕੋਰ ਦੇ ਕੰਪੋਨੈਂਟ ਹੈਗੇ, ਕੋਰ ਦੇ ਕੰਪੋਨੈਂਟ, ਇਹਨਾਂ ਨੂੰ ਅਸੀਂ ਸ਼ੰਟ ਪੈਰਾਮੀਟਰ ਕਹਿੰਦੇ ਆਂਗੇ। ਸ਼ੰਟ ਪੈਰਾਮੀਟਰ ਜਾਂ ਕੰਪੋਨੈਂਟਸ, ਇਹ ਯਾਦ ਰੱਖਣਾ। ਸ਼ੰਟ ਦਾ ਮਤਲਬ ਹੁੰਦਾ ਬੱਚੇ ਪੈਰਲਲ ਦੇ ਵਿੱਚ, ਇਹਦਾ ਮਤਲਬ ਹੁੰਦਾ ਗਾ ਪੈਰਲਲ ਦੇ ਵਿੱਚ ਲੱਗੇ ਹੋਏ ਆ। ਤੁਹਾਡੇ ਸਾਹਮਣੇ ਆ ਰਾਜੇ, ਆ ਦੇਖੋ, ਆਹ ਜਿਹੜੇ ਕੋਰ ਵਾਲੇ ਦੋ ਚੀਜ਼ਾਂ ਨੇਗੀਆਂ, ਕਿਵੇਂ ਲਾਈਆਂ ਹੋਈਆਂ ਨੇ? ਅਸੀਂ ਪੈਰਲਲ ਦੇ ਵਿੱਚ ਜੋੜੀਆਂ ਹੋਈਆਂ ਨੇ। ਤੇ ਜਿਹੜੀਆਂ ਰੈਜ਼ਿਸਟੈਂਸ ਵਾਲੀਆਂ ਜਿਹੜੀਆਂ ਹੁੰਦੀਆਂ ਨੇ, ਜਿਹੜੇ ਸਾਡੇ ਵਾਈਂਡਿੰਗ ਵਾਲੀਆਂ ਹੁੰਦੀਆਂ, ਅਸੀਂ ਸੀਰੀਜ਼ 'ਚ ਜੋੜੀਆਂ ਹੋਈਆਂ ਨੇ। ਤਾਂ ਇਹ ਦੇਖ ਲਓ, ਇਹ ਤੁਹਾਡੇ ਸਾਹਮਣੇ ਆ ਇੱਥੇ ਸਾਰਾ ਕੁਝ। ਓਕੇ ਜੀ, ਇਹਦੇ ਵਿੱਚੋਂ ਕੁਝ ਪੁੱਛਣਾ ਪੁੱਛ ਲਓ, ਕਿਉਂਕਿ ਅਗਲਾ ਟੌਪਿਕ ਇਹਦੇ ਨਾਲ ਹੀ ਰਿਲੇਟਡ ਹੈਗਾ, ਫਿਰ ਉਹ ਸਮਝ ਨਹੀਂ ਆਉਣਾ ਹੈਗਾ। ਸਰ IM ਤੇ IW ਬਾਰੇ ਦੱਸੋਗੇ ਸਰ ਮਾੜਾ ਜਿਹਾ, ਕਿਹੜੇ ਹੀਟ ਕਿਹੜਾ ਹੁੰਦਾ ਜੀ? ਦੇਖੋ ਬੱਚੇ, ਇਹ ਕੀ ਹੈਗਾ, ਜਦੋਂ ਸਾਡੇ ਕੋਲੇ ਟਰਾਂਸਫਾਰਮਰ ਸਿਰਫ ਨੋ ਲੋਡ ਦੇ ਉੱਪਰ ਚਲਾਇਆ ਹੋਇਆ ਹੈਗਾ, ਟਰਾਂਸਫਾਰਮਰ ਦੇ ਉੱਪਰ ਲੋਡ ਨਹੀਂ ਪਾਇਆ, ਤਾਂ ਟਰਾਂਸਫਾਰਮਰ ਦੇ ਵਿੱਚ ਜਿੰਨਾ ਵੀ ਕਰੰਟ ਹੁੰਦਾ ਹੈਗਾ, ਉਹ ਕਿੱਧਰ ਜਾਂਦਾ ਹੁੰਦਾ? ਸਾਡੀ ਕੋਰ ਲਾਸ ਦੀ ਪੂਰਤੀ ਕਰਨ ਵਾਸਤੇ ਜਾਂਦਾ ਹੁੰਦਾ। ਤਾਂ ਕੋਰ ਦੇ ਵਿੱਚ ਦੋ ਤਰ੍ਹਾਂ ਦੇ ਕਰੰਟ ਜਾਂਦੇ ਹੁੰਦੇ। ਇੱਕ ਕਰੰਟ ਉਹ ਜਾਂਦਾ, ਤੁਸੀਂ ਲੋਡ ਪਾਓ ਚਾਹੇ ਨਾ ਪਾਓ, ਕੋਰ ਦੇ ਅੰਦਰਲੇ ਪਾਸੇ ਤਾਂ ਫਲਕਸ ਸੈਟਅਪ ਹੋਏਗੀ ਹੀ ਹੋਏਗੀ। ਤੁਸੀਂ ਸੈਕੰਡਰੀ ਸਾਈਡ ਨੂੰ ਕਨੈਕਟ ਕਰ ਦੋਗੇ ਕਿਸੇ ਪਾਸੇ, ਇੱਥੇ ਇਹਨੂੰ ਜੇ ਕਨੈਕਟ ਕਰਕੇ ਇੱਥੇ ਰੈਜ਼ਿਸਟੈਂਸ ਲਗਾ ਦੋਗੇ ਤਾਂ I2 ਕਰੰਟ ਫਲੋ ਹੋਣ ਲੱਗ ਜਾਊਗਾ। ਨਹੀਂ ਲਗਾਓਗੇ ਤਾਂ I2 ਕਰੰਟ ਇੱਥੇ ਨਹੀਂ ਹੋਊਗਾ ਇੱਥੇ, ਪਰ ਫਲਕਸ ਤਾਂ ਹੋਏਗੀ ਹੀ ਹੋਏਗੀ।
ਤਾਂ ਨੋ ਲੋਡ ਵੇਲੇ ਵੀ ਸਾਡੇ ਕੋਲੇ ਆਈ ਨੋਟ ਕਰੰਟ ਦਾ ਫਲੋ ਹੁੰਦਾ ਹੀ ਹੁੰਦਾ ਹੈਗਾ। ਇੱਥੇ ਜਿਹੜਾ ਟੋਟਲ ਕਰੰਟ ਜਾਂਦਾ ਆਈ ਨੋਟ ਨਹੀਂ ਜਾਂਦਾ ਹੈਗਾ, ਇੱਥੇ ਜਿਹੜਾ ਟੋਟਲ ਕਰੰਟ ਜਾਂਦਾ ਉਹ ਆਈ ਨੋਟ ਬਸ ਇਹਦੇ ਅੰਦਰ ਕੋਰ ਦੇ ਅੰਦਰ ਚਲਾ ਜਾਂਦਾ। ਤਾਂ ਉਹਦੇ ਦੋ ਕੰਪੋਨੈਂਟ ਹੁੰਦਾ ਰਾਜੇ, ਇੱਕ ਕੰਪੋਨੈਂਟ ਦਾ ਫਲਕਸ ਬਣਾਉਣੀ ਹੁੰਦੀ ਹੈ, ਇੱਕ ਨੇ ਹੀਟ ਲਾਸ ਪੈਦਾ ਕਰਨੇ ਹੁੰਦੇ ਆ। ਹੁਣ ਸਾਨੂੰ ਪਤਾ ਹੈਗਾ ਵੀ ਜੇ ਸਾਡੇ ਕੋਲੇ V1 ਸਾਡੀ ਇੱਥੇ ਹੈਗੀ ਤੇ IM ਤਾਂ ਸਾਡਾ ਹੁੰਦਾ 90 ਡਿਗਰੀ ਤੇ, ਤਾਂ ਕੀ ਕੋਈ 90 ਡਿਗਰੀ ਵਾਲਾ ਕਰੰਟ ਹੀਟ ਪੈਦਾ ਕਰ ਸਕਦਾ ਜਿਹੜਾ ਵੋਲਟੇਜ ਤੋਂ 90 ਡਿਗਰੀ ਦੇ ਉੱਪਰ ਹੋਵੇ? ਐਕਟਿਵ ਕੰਪੋਨੈਂਟ ਕੀ ਹੋਏਗਾ ਰਾਜੇ? ਦਾ ਐਕਟਿਵ ਕੰਪੋਨੈਂਟ ਤੇ ਤਾਂ 0 ਹੈਗਾ, ਐਕਟਿਵ ਕੰਪੋਨੈਂਟ ਤਾਂ ਹੈ ਨਹੀਂਗਾ ਨਾ ਇਹਦੇ ਵਿੱਚ, ਐਕਟਿਵ ਤਾਂ 0 ਹੈਗਾ, ਇਹ ਐਕਟਿਵ ਕੰਪੋਨੈਂਟ ਤਾਂ ਹੈ ਹੀ ਨਹੀਂ ਇਹਦੇ ਵਿੱਚ। ਤਾਂ ਐਕਟਿਵ ਕੰਪੋਨੈਂਟ ਜੇ ਇਹਦਾ 0 ਆ, IM ਜੇ ਸਾਡਾ 0 ਹੈਗਾ, ਇਹ ਜਿਹੜਾ ਇਹਦਾ ਆਪਸ ਦੇ ਵਿੱਚ 90 ਡਿਗਰੀ ਆ, ਤਾਂ ਕੋਈ ਕਰੰਟ ਇਹੋ ਜਿਹਾ ਹੋਣਾ ਚਾਹੀਦਾ ਰਾਜੇ। ਹੀਟ ਤਾਂ ਹੀ ਪੈਦਾ ਹੁੰਦੀ ਹੈ ਜੇ ਕਰੰਟ ਵੋਲਟੇਜ ਦੇ ਇਨ ਫੇਜ਼ ਦੇ ਵਿੱਚ ਹੋਵੇ। ਤਾਂ ਜੇ ਸਾਡਾ ਇੱਥੇ ਕੋਈ ਨਾ ਕੋਈ ਕਰੰਟ ਹੋ, ਉਸ ਕਰੰਟ ਦਾ ਨਾਂ ਕੀ ਹੈ ਬੱਚੇ? IW। ਇਹ ਹੀਟ ਪੈਦਾ ਕਰਦਾ ਹੁੰਦਾ। ਹੀਟ ਕਿਹੜੀ? ਐਡੀ ਕਰੰਟ, ਐਡੀ ਕਰੰਟ ਲਾਸਿਸ ਵਾਲੀ। ਐਡੀ ਕਰੰਟ ਜਿਹੜੇ ਲਾਸ ਨਹੀਂ ਹੁੰਦੇ ਸਾਡੇ, ਜਿਹੜੇ ਐਡੀ ਕਰੰਟ ਲਾਸ ਹੁੰਦੇ ਹੈਗੇ, ਉਹਨਾਂ ਦੀ ਪੂਰਤੀ ਕੌਣ ਕਰਦਾ ਰਾਜੇ? ਆਹ ਕਰਦਾ। ਐਡੀ ਕਰੰਟ ਲਾਸ ਕਹਿ ਲਓ ਚਾਹੇ ਹਿਸਟੈਰਿਸਿਸ ਲਾਸ ਕਹਿ ਲਓ। ਓਕੇ ਜੀ। ਓਕੇ। ਤਾਂ ਸਾਡੇ ਕੋਲੇ ਕੀ ਆ ਬੱਚੇ, ਹਜੇ ਇਸ ਨੂੰ ਅਸੀਂ ਹੋਰ ਸਿੰਪਲ ਬਣਾਉਣਾਗਾ। ਹੋਰ ਸਿੰਪਲ ਇਹ ਕਿਵੇਂ ਬਣੂਗਾ? ਜਿਹੜੀ ਡਾਇਗਰਾਮ ਤੁਹਾਡੀ ਬਣੀ ਹੋਈ ਹੈਗੀ, ਦੇਖੋ, ਕੁਝ ਪੁੱਛਣਾ ਪੁੱਛੋ, ਉਹਨੇ ਮੈਂ ਆਪਣਾ ਕੰਮ ਕਰ ਦਾਂਗਾ। ਪੁੱਛਣਾ ਕੁਝ ਪੁੱਛੋ ਰਾਜੇ। ਸਰ ਜਿਹੜੀ X0 ਹੈ ਸਰ, ਉਹ ਰਿਐਕਟੈਂਸ ਨਹੀਂ ਹੋਊਗੀ ਕੋਰ ਦੀ ਜੀ? ਰਿਐਕਟੈਂਸ ਤਾਂ ਹੈਗੀ ਆ ਰਾਜੇ, ਪਰ ਉਹਨੂੰ ਪਰਮੇਬਿਲਿਟੀ ਆਫ ਕੋਰ ਕਹਿੰਦੇ ਹੈਗੇ। ਹੁਣ ਰਿਐਕਟੈਂਸ ਤਾਂ ਹੁੰਦੀ ਹੈ ਸਾਡੀ ਵਾਈਂਡਿੰਗ ਦੀ। ਹੁਣ ਵਾਈਂਡਿੰਗ ਤਾਂ ਉੱਥੇ ਕੋਈ ਹੈ ਨਹੀਂ ਗੀ ਨਾ, ਕੋਰ ਦੇ ਅੰਦਰ ਤਾਂ ਕੋਈ ਵਾਈਂਡਿੰਗ ਨਹੀਂ ਹੈ। ਕੋਰ ਦੇ ਅੰਦਰ ਤਾਂ ਮਟੀਰੀਅਲ ਹੈਗਾ, ਤਾਂ ਮਟੀਰੀਅਲ ਦੀ ਜਿਹੜੀ ਸਾਡੀ ਰਿਐਕਟੈਂਸ ਹੈਗੀ ਉਹਨੂੰ ਅਸੀਂ ਪਰਮੇਬਿਲਿਟੀ ਕਹਿੰਦੇ ਹੈਗੇ। ਹਾਂਜੀ ਸਰ। ਇਹੀ ਤਰ੍ਹਾਂ ਜੇ ਉਹ ਕੁਐਸਚਨ ਬਣਾਉਂਦਾ ਹੈਗਾ ਫਿਰ ਇੱਥੋਂ ਹੀ, ਤਾਂ ਵੀ ਪ੍ਰੈਕਟੀਕਲੀ ਉਹ ਰਿਐਕਟੈਂਸ ਨਹੀਂ ਹੁੰਦੀ ਹੈਗੀ ਰਾਜੇ। ਪ੍ਰੈਕਟੀਕਲੀ ਉਹਦਾ ਨਾਂ ਜਿਹੜਾ ਹੁੰਦਾ ਹੈਗਾ ਉਹ ਪਰਮੇਬਿਲਿਟੀ ਹੁੰਦਾ ਹੈਗਾ। ਓਕੇ। ਸਾਡੇ ਕੋਲੇ ਜੇ ਅਸੀਂ ਇੱਥੇ ਇੱਕ ਲਾਈਨ ਖਿੱਚ ਲਈਏ, ਦੇਖਿਓ ਇੱਥੇ ਲਾਈਨ ਜੇ ਮੈਂ ਖਿੱਚਾਂ, ਇੱਥੇ ਲਾਈਨ ਖਿੱਚਾਂ, ਤਾਂ ਇੱਧਰਲੇ ਪਾਸੇ ਸਾਡੇ ਕੋਲੇ ਪ੍ਰਾਇਮਰੀ, ਇੱਧਰਲੇ ਪਾਸੇ ਸਾਡੇ ਕੋਲੇ ਸੈਕੰਡਰੀ ਹੈ ਨਾ, ਇੱਕ ਤਰੀਕੇ ਦੀ ਜਿਹੜੀ ਕੋਰ ਹੈ, ਇਹ ਤਾਂ ਚੱਲ ਵਿਚਾਲੇ ਪਈ ਹੈਗੀ। ਮੰਨ ਲਓ ਤੁਹਾਨੂੰ ਪੁੱਛੇ ਜਾਣ ਰਾਜੇ ਕੋਰ, ਇਹਦੇ ਵਿੱਚ ਦੱਸੋ ਜੀ ਕਾਪਰ ਲਾਸ, ਵੀ ਟਰਾਂਸਫਾਰਮਰ ਦੇ ਕਾਪਰ ਲਾਸ ਕੱਢੋ। ਤਾਂ ਤੁਸੀਂ ਕਿਵੇਂ ਕੱਢੋਗੇ ਰਾਜੇ ਕਾਪਰ ਲਾਸ? ਤੁਹਾਨੂੰ ਕਾਪਰ ਲਾਸ ਹੁੰਦੇ ਆ ਰਾਜੇ I²R, ਹਨਾ। ਤੁਹਾਨੂੰ ਕੀ ਕਰਨਾ ਪਏਗਾ? ਤੁਹਾਨੂੰ ਪ੍ਰਾਇਮਰੀ ਦਾ I1 ਕਰੰਟ ਕੱਢਣਾ ਪਊਗਾ, ਉਹਦਾ ਸਕੇਅਰ ਕਰਕੇ ਪ੍ਰਾਇਮਰੀ ਦੀ ਰੈਜ਼ਿਸਟੈਂਸ ਦੇ ਨਾਲ ਮਲਟੀਪਲਾਈ ਕਰਨਾ ਪਊਗਾ। I1 ਦਾ ਸਕੇਅਰ ਇਨਟੂ R1 ਕਰਨਾ ਪਊਗਾ। ਇਹਦੇ ਵਿੱਚ ਜੋੜਨਾ ਪਊਗਾ I2 ਦਾ ਸਕੇਅਰ ਪਲੱਸ R2। ਫਿਰ ਤੁਹਾਡੇ ਕੋਲੇ ਜਾ ਕੇ ਕਿਤੇ ਟੋਟਲ ਕਾਪਰ ਲਾਸ ਆਉਣਗੇ, ਹਨਾ। ਓਕੇ ਜੀ। ਤਾਂ ਇੰਨਾ ਕੁਝ ਕਰਨ ਦੀ ਬਜਾਏ ਅਸੀਂ ਚਾਹੁੰਦੇ ਹਾਂ ਕਿ ਸਿਰਫ ਇੱਕੋ ਹੀ ਕਰੰਟ ਹੋਵੇ, ਉਹਦਾ ਸਕੇਅਰ ਕਰੀਏ ਤੇ ਇੱਕੋ ਹੀ ਰੈਜ਼ਿਸਟੈਂਸ ਹੋਵੇ, ਉੱਥੋਂ ਸਾਡੇ ਟੋਟਲ ਕਾਪਰ ਲਾਸ ਨਿਕਲ ਜਾਣ। ਤਾਂ ਇਹਦੇ ਵਾਸਤੇ ਅਸੀਂ ਬਣਾਉਣੇ ਹੁੰਦੇ ਆਂਗੇ ਇਕੁਇਵਲੈਂਟ ਸਰਕਟ। ਇਕੁਇਵਲੈਂਟ ਸਰਕਟ ਔਨ ਸਿੰਗਲ ਸਾਈਡ। ਸਿੰਗਲ ਸਾਈਡ ਦੇ ਵਿੱਚ ਅਸੀਂ ਵੈਲਿਊਜ਼ ਨੂੰ ਰੈਫਰ ਕਰ ਦਿੰਦੇ ਆ, ਇੱਕ ਸਿੰਗਲ ਸਰਕਟ ਦੇ ਵਿੱਚ ਬਣਾ ਦਿੰਦੇ ਆਂਗੇ। ਸਿੰਗਲ ਸਰਕਟ ਬਣਾਵਾਂਗੇ, ਉਹ ਸਿੰਗਲ ਸਰਕਟ ਦੇ ਵਿੱਚ ਰੈਜ਼ਿਸਟੈਂਸ ਤੇ ਰਿਐਕਟੈਂਸ ਨੂੰ ਇਕੱਠੀ ਕਰਾਂਗੇ ਅਸੀਂ। ਇੱਕ ਚੀਜ਼ ਇਹਦੇ ਵਿੱਚ ਇਸ ਤੋਂ ਪਹਿਲਾਂ ਹੋਰ ਦੇਖੋ, ਸੱਚ ਦੇਖੋ ਬੱਚੇ, ਅਸੀਂ ਤੁਹਾਨੂੰ ਇਹ ਗੱਲ ਪਤਾ ਸਾਰਿਆਂ ਨੂੰ ਵੀ ਜੇ ਸਪੋਜ਼ ਕਰੋ ਜਦੋਂ ਕਦੇ ਇੱਥੇ ਕੋਈ ਨਾ ਕੋਈ ਵੋਲਟੇਜ ਹੈਗੀ, ਇੱਥੇ ਵੋਲਟੇਜ ਹੈਗੀ 10 ਵੋਲਟ ਤੇ ਇੱਥੇ ਕਰੰਟ ਜਾ ਰਿਹਾ 2 ਐਂਪੀਅਰ ਕਰੰਟ, ਤੇ ਰੈਜ਼ਿਸਟੈਂਸ ਹੈਗੀ 2 ਓਮ। ਤਾਂ ਜੇ ਮੈਂ ਇਸ ਟਰਮੀਨਲਾਂ ਦੇ ਉੱਪਰ ਵੋਲਟੇਜ ਪੁੱਛਾਂ ਬੱਚੇ, ਤਾਂ ਇੱਥੇ ਵੋਲਟੇਜ ਕਿੰਨੀ ਹੋਊਗੀ ਦੱਸ ਸਕਦੇ ਹੋ ਤੁਸੀਂ? ਸਾਰੇ ਜਾਣੇ ਦੱਸਿਓ ਬੱਚੇ ਮੈਨੂੰ। 6 ਵੋਲਟ ਹੋਊਗੀ ਰਾਜੇ, ਇਹ ਗੱਲ ਪਤਾ ਨਾ? 6 ਵੋਲਟ ਹੋ, ਕਿਉਂਕਿ ਆਹ ਜਿਹੜੀ ਵੋਲਟੇਜ ਦਿੱਤੀ ਸੀ ਅਸੀਂ, ਉਸ ਵੋਲਟੇਜ ਦੇ ਵਿੱਚੋਂ ਇੱਥੇ IR ਡ੍ਰੌਪ ਹੋ ਗਏ, 1 2 2 ਨਹੀਂ 4 ਦੇ 4 ਵੋਲਟ ਦੇ ਡ੍ਰੌਪ ਹੋ ਗਏ।
ਤਾਂ 10 ਦੇ ਵਿੱਚੋਂ 4 ਮਾਈਨਸ ਕੀਤਾ, ਸਾਡੇ ਕੋਲੇ ਕਿੰਨਾ ਰਹਿ ਗਿਆ? 6 ਰਹਿ ਗਿਆ। ਇਹਦਾ ਮਤਲਬ ਕੀ ਹੈ? ਜੇ ਵਾਈਂਡਿੰਗ ਦੇ ਅੰਦਰ ਕੋਈ ਰੈਜ਼ਿਸਟੈਂਸ ਜਾਂ ਰਿਐਕਟੈਂਸ ਹੋਏਗੀ, ਉੱਥੇ ਇੱਕ ਡ੍ਰੌਪ ਹੋਣਗੇ ਨਾ, ਤਾਂ ਉਹ ਦੇਖੋ ਕੀ ਆ। ਮੰਨ ਲਓ ਸਪੋਜ਼ ਕਰੋ ਇੱਥੇ ਮੈਂ ਪ੍ਰਾਇਮਰੀ ਵੋਲਟੇਜ ਦਿੱਤੀ ਸੀਗੀ V1, ਜਿਹੜੀ ਇਹਦੇ ਅੰਦਰ ਵੋਲਟੇਜ ਇੰਡਿਊਸਡ ਹੋਏਗੀ, ਇਹਨਾਂ ਦੋਨਾਂ ਦੇ ਅੰਦਰ ਲਾਸ ਹੋਣ ਤੋਂ ਬਾਅਦ ਉਸ ਵੋਲਟੇਜ ਦਾ ਨਾਂ ਹੋਏਗਾ EMF ਇੰਡਿਊਸਡ E1। ਤੇ ਪ੍ਰਾਇਮਰੀ ਸਾਈਡ ਦੇ ਵਿੱਚ ਰਾਜੇ V1 ਜਿਹੜੀ ਹੋਏਗੀ ਸਾਡੀ, ਇਹ ਵੱਡੀ ਹੋਏਗੀ, ਤੇ E1 ਸਾਡੀ ਕੀ ਹੋਏਗੀ? ਛੋਟੀ ਹੋਏਗੀ। ਆਹ ਡ੍ਰੌਪ ਜਿਹੜੇ ਹੋਣਗੇ, ਜੇ ਮੈਂ V1 ਦੇ ਵਿੱਚੋਂ ਡ੍ਰੌਪ ਮਾਈਨਸ ਕਰਦਾ I1 ਤੇ Z1 ਵਾਲੇ, ਫਿਰ ਸਾਡੇ ਕੋਲੇ ਜਾ ਕੇ E1 ਬਣੂਗਾ। ਐਮ ਆਈ ਕਲੀਅਰ? ਠੀਕ ਹੈ ਜੀ। ਤੇ ਉਸੇ ਤਰੀਕੇ ਨਾਲ ਜਿਹੜਾ E1 ਬਣਿਆਗਾ, ਇਹ ਸੈਕੰਡਰੀ ਸਾਈਡ E2 ਬਣੇਗਾ, ਹਨਾ। ਹੁਣ E2 ਵੋਲਟੇਜ ਜਿਹੜੀ EMF ਇੰਡਿਊਸਡ ਹੋਈ ਆ ਪੂਰੀ, ਉਸ ਵੋਲਟੇਜ ਤੋਂ ਜਦੋਂ ਕੋਈ ਕਰੰਟ ਬਾਹਰ ਨੂੰ ਨਿਕਲੇਗਾ ਤਾਂ ਉਹ ਵੋਲਟੇਜ ਸਾਡੀ ਵੱਧ ਹੋਏਗੀ। ਜਦੋਂ ਇਹਦੇ ਵਿੱਚ ਡ੍ਰੌਪ ਹੋਣਗੇ, ਕਿਹੜੇ ਡ੍ਰੌਪ? I2 into Z2 ਵਾਲੇ, ਤਾਂ ਸਾਡੇ ਕੋਲੇ ਬਾਹਰਲੇ ਪਾਸੇ ਜਿਹੜੀ ਵੋਲਟੇਜ ਪਹੁੰਚੇਗੀ, ਇਸ ਵੋਲਟੇਜ ਦਾ ਨਾਮ ਹੋਏਗਾ V2। ਤਾਂ ਸੈਕੰਡਰੀ ਸਾਈਡ ਦੇ ਵਿੱਚ ਅਸੀਂ ਕਹਿ ਸਕਦੇ ਹਾਂਗੇ ਵੀ E2 ਦੇ ਵਿੱਚੋਂ ਜਦੋਂ ਅਸੀਂ ਮਾਈਨਸ ਕਰਾਂਗੇ I2 Z2, ਤਾਂ ਮੇਰੇ ਕੋਲੇ ਜਿਹੜੀ ਟੋਟਲ ਵੋਲਟੇਜ ਬਣ ਜੂਗੀ, ਉਹ ਮੇਰੀ V2 ਬਣ ਜੂਗੀ। ਤਾਂ ਹੁਣ ਮੇਰੀ ਇੱਥੇ ਕੀ ਹੈਗੀ? E2 ਵੱਡੀ ਹੈਗੀ ਰਾਜੇ ਤੇ V2 ਛੋਟੀ ਹੈਗੀ। ਪਹਿਲਾਂ ਅਸੀਂ ਬਾਹਰੋਂ ਅੰਦਰ ਜਾ ਰਹੇ ਸੀਗੇ ਤਾਂ ਬਾਹਰਲੀ ਵੋਲਟੇਜ ਵੱਡੀ ਸੀਗੀ, ਅੰਦਰਲੀ ਛੋਟੀ ਸੀ। ਹੁਣ ਅਸੀਂ ਅੰਦਰੋਂ ਬਾਹਰ ਨਿਕਲ ਰਹੇ ਹਾਂ ਤਾਂ ਅੰਦਰਲੀ ਵੋਲਟੇਜ ਵੱਡੀ ਆ, ਬਾਹਰਲੀ ਵੋਲਟੇਜ ਛੋਟੀ ਆ। ਤਾਂ ਇਹ ਗੱਲ ਕਲੀਅਰ ਹੋ ਗਈ ਰਾਜੇ? ਇੱਕ ਆਹ ਚੀਜ਼ ਮੇਨ ਇੰਪੋਰਟੈਂਟ ਹੈਗੀ, ਇੱਕ ਆਹ ਇੰਪੋਰਟੈਂਟ ਹੈ ਬੱਚੇ। ਆਹ ਵੀ E2 ਦੇ ਵਿੱਚ ਜਦੋਂ ਆਪਾਂ ਇਹਨੂੰ ਮਾਈਨਸ ਕਰਾਂਗੇ ਤਾਂ ਸਾਡਾ V2 ਬਣ ਜਾਂਦਾ। ਇਹ ਹਜੇ ਦੀ ਕੋਈ ਬਹੁਤੀ ਲੋੜ ਨਹੀਂ ਹੈਗੀ, ਜਸਟ ਕਿ ਤੁਹਾਨੂੰ ਨਾ ਹਿੰਟ ਦੇ ਰਿਹਾ ਹਾਂ ਮੈਂ। ਇਹਦਾ ਕੋਈ ਮੈਡੀਕਲ ਇੱਥੇ ਕੋਈ ਨਹੀਂ ਆ ਰਿਹਾ ਹੈਗਾ। ਜਦੋਂ ਆਊਗਾ ਮੈਂ ਦੱਸੂਗਾ, ਕੋਈ ਗੱਲ ਨਹੀਂ। ਕੀ ਲੋੜ ਪਊ? ਵੋਲਟੇਜ ਰੈਗੂਲੇਸ਼ਨ ਵਾਸਤੇ ਲੋੜ ਪਊਗੀ, ਉਦੋਂ ਮੈਂ ਦੱਸ ਦੂੰ, ਕੋਈ ਗੱਲ ਨਹੀਂ, ਟੈਨਸ਼ਨ ਨਾ ਲਓ ਤੁਸੀਂ ਇਹਦੇ ਬਾਰੇ। ਹਜੇ ਸਿਰਫ ਹਿੰਟ ਪਤਾ ਹੋਣਾ ਚਾਹੀਦਾ ਵੀ ਹਾਂ E2 ਵੱਡੀ ਕਿਉਂ ਆ ਗਈ, V2 ਦਾ E2 ਚ ਕੀ ਰਿਲੇਸ਼ਨ ਹੁੰਦਾ ਹੈਗਾ। ਠੀਕ ਹੈ ਜੀ। ਅੱਛਾ, ਇੱਕ ਗੱਲ ਹੋਰ ਹੈਗੀ, ਜੇ ਕੋਈ ਸੈਕੰਡਰੀ ਸਾਈਡ ਦੇ ਉੱਪਰ ਲੋਡ ਨਾ ਫਲੋ ਹੋ ਰਿਹਾ ਹੋਵੇ ਤੇ ਜਿਹੜਾ ਸਾਡਾ ਕਰੰਟ ਹੈਗਾ I2 ਆ ਜਿਹੜਾ ਸਾਡਾ, ਉਹ 0 ਹੋਵੇ, ਤਾਂ I2 ਨੂੰ ਜਦੋਂ ਆਪਾਂ Z2 ਨਾਲ ਮਲਟੀਪਲਾਈ ਕਰਾਂਗੇ, ਇਹ ਵੀ 0 ਹੋਊਗਾ ਨਾ। ਤਾਂ ਜੇ ਵੋਲਟੇਜ ਡ੍ਰੌਪ 0 ਹੁੰਦਾ, ਉਸ ਕੇਸ ਦੇ ਵਿੱਚ ਜਿੰਨੀ E2 ਅੰਦਰ ਪੈਦਾ ਹੁੰਦੀ ਆ, ਉਨੀ ਸਾਡੇ ਬਾਹਰਲੇ ਪਾਸੇ ਵੋਲਟੇਜ ਆ ਜਾਂਦੀ ਹੁੰਦੀ, ਜਿਹਦਾ ਨਾਮ ਹੁੰਦਾ ਹੈਗਾ V2। ਓਕੇ ਜੀ। ਠੀਕ ਹੈ ਬੱਚੇ, ਤਾਂ ਹੁਣ ਚਲੋ ਅੱਗੇ। ਦੁਬਾਰਾ ਦੱਸੋ ਸਰ। ਹਾਂ ਰਾਜੇ, ਜੇ ਬਾਈ ਚਾਂਸ ਸੈਕੰਡਰੀ ਸਾਈਡ ਦੇ ਉੱਪਰ ਸਾਡੇ ਕੋਲੇ ਕੋਈ ਵੀ ਕਰੰਟ ਨਾ ਹੋਵੇ, ਜਿਸ ਵਾਈਂਡਿੰਗ ਦੇ ਵਿੱਚੋਂ ਕਰੰਟ ਨਹੀਂ ਲੰਘ ਰਿਹਾ ਹੁੰਦਾ, ਉਸ ਵਾਈਂਡਿੰਗ ਦੇ ਅੰਦਰ ਸਾਡੇ ਕੋਲੇ ਕੋਈ ਵੋਲਟੇਜ ਦਾ ਡ੍ਰੌਪ ਵੀ ਨਹੀਂ ਹੁੰਦਾ। ਤਾਂ I ਨੂੰ ਜਦੋਂ I2 ਜਿਹੜਾ ਕਰੰਟ 0 ਹੋ ਗਿਆ, ਤਾਂ Z2 ਨਾਲ ਜਦੋਂ ਅਸੀਂ ਗੁਣਾ ਕਰਾਂਗੇ ਤਾਂ ਟੋਟਲ ਸਾਡੇ ਕੋਲੇ ਆ ਸਾਰਾ ਕੁਝ 0 ਹੋ ਗਿਆ ਨਾ। ਤਾਂ ਇੰਨੀ ਥਾਂ ਦੇ ਵਿੱਚ ਅਸੀਂ 0 ਭਰਾਂਗੇ ਤਾਂ E2 ਦੇ ਵਿੱਚੋਂ -0 ਕੀਤੀ, ਸਾਡੇ ਕੋਲੇ ਕਿੰਨਾ V2 ਹੀ ਆ ਗਿਆ ਨਾ। ਤਾਂ E2 ਇਕੁਅਲ ਟੂ, ਆ ਦੇਖੋ E2 ਦੀ ਵੈਲਿਊ ਮੰਨ ਲਈਏ 10 ਵੋਲਟ, ਇਹਦੇ ਵਿੱਚੋਂ -0 ਕਰਾਂਗੇ ਸਾਡੇ ਕੋਲੇ 10 ਆ ਜਾਊਗਾ ਨਾ। ਤਾਂ E2 ਸਾਡਾ ਜੇ ਮੰਨ ਲਓ 10 ਸੀਗਾ ਤਾਂ V2 ਵੀ ਸਾਡਾ 10 ਆ ਗਿਆ। ਤਾਂ ਆਪਾਂ ਨੋ ਲੋਡ ਵੇਲੇ ਕਹਿ ਸਕਦੇ ਹਾਂ ਵੀ V2 = E2 ਹੁੰਦਾ ਹੈਗਾ, ਕਿਉਂਕਿ ਉਸ ਵੇਲੇ ਕੋਈ ਵੋਲਟੇਜ ਡ੍ਰੌਪ ਨਹੀਂ ਹੁੰਦਾ। ਮੰਨ ਲਓ ਇੱਕ ਸੈੱਲ ਆ ਗਈ, ਬੈਟਰੀ ਹੈਗੀ ਇੱਕ ਬੈਟਰੀ, ਮੰਨ ਲਓ ਉਹਦੀ ਜਿਹੜੀ EMF ਇੰਡਿਊਸਡ ਆ ਉਹ 12 ਵੋਲਟ ਆ। ਜਦੋਂ ਕੋਈ ਇੱਥੇ ਤੁਸੀਂ ਰੈਜ਼ਿਸਟੈਂਸ ਲਗਾਉਣੇ ਆ, ਤੁਹਾਡੇ ਕੋਲੇ ਵੋਲਟੇਜ 11 ਵੋਲਟ ਹੀ ਪਹੁੰਚਦੀ ਹੁੰਦੀ ਹੈਗੀ, 11 ਵੋਲਟ, ਕਿਉਂਕਿ ਉਹਦੇ ਅੰਦਰ ਡ੍ਰੌਪ ਹੋ ਰਿਹਾ ਹੁੰਦਾ, ਜਿਹੜੀਆਂ ਪਲੇਟਾਂ ਹੁੰਦੀਆਂ ਨੇ, ਕਿਉਂਕਿ ਜਿਹੜਾ ਕਰੰਟ ਲੰਘ ਕੇ ਆਉਂਦਾ ਨਾ ਪਲੇਟ ਵਿੱਚ ਦੀ, ਤਾਂ ਉਹ ਕਰੰਟ ਦੀ ਗੁਣਾ ਹੁੰਦੀ ਹੈ ਰੈਜ਼ਿਸਟੈਂਸ ਨਾਲ। ਪਰ ਜੇ ਕਿਸੇ ਬੈਟਰੀ ਨੂੰ ਤੁਸੀਂ ਓਪਨਲੀ ਚੈੱਕ ਕਰੋਗੇ, ਹਮੇਸ਼ਾ ਤੁਹਾਡੀ ਇੱਥੇ ਵੋਲਟਮੀਟਰ ਲਗਾ ਕੇ ਚੈੱਕ ਕਰੋਗੇ, ਹਮੇਸ਼ਾ ਵੋਲਟੇਜ ਵੱਧ ਆਊਗੀ ਤੁਹਾਡੀ ਜਦੋਂ ਕੋਈ ਕਰੰਟ ਫਲੋ ਨਹੀਂ ਹੋ ਰਿਹਾ ਹੋਊਗਾ, ਕਿਉਂਕਿ ਜਿਹੜੀ E2 ਹੁੰਦੀ ਆ ਉਸ ਵੇਲੇ ਉਹੀ ਤੁਹਾਡੀ ਬਾਹਰਲੇ ਪਾਸੇ ਵੋਲਟੇਜ ਆਉਂਦੀ ਹੁੰਦੀ ਹੈ। ਠੀਕ ਹੈ ਰਾਜੇ। ਤਾਂ ਅਗਲਾ ਸਾਡਾ ਹੈਗਾ ਰਾਜੇ ਰੈਫਰਡ ਵੈਲਿਊਜ਼। ਜਿਹੜਾ ਅਗਲਾ ਟੌਪਿਕ ਹੈਗਾ, ਇਸ ਟੌਪਿਕ ਦਾ ਨਾਮ ਹੈ ਰੈਫਰਡ ਵੈਲਿਊਜ਼। ਰੈਫਰਡ ਵੈਲਿਊਜ਼ ਕੀ ਨੇਗੀਆਂ ਵੀ ਪ੍ਰਾਇਮਰੀ ਦੇ ਉੱਪਰ ਜਿਹੜੀ ਸਾਡੀ ਆਹ ਰੈਜ਼ਿਸਟੈਂਸ ਪਈ ਆ, ਆਹ ਰੈਜ਼ਿਸਟੈਂਸ ਜੇ ਇਸ ਨੂੰ ਚੱਕ ਕੇ ਇੱਧਰਲੇ ਪਾਸੇ ਰੱਖਣਾ ਹੋਵੇ, ਸਰਕਟ ਦੇ ਵਿੱਚ ਇੱਥੇ ਲਿਆ ਕੇ ਲਾਉਣਾ ਹੋਵੇ, ਇਹਦਾ ਨਾਂ ਅਸੀਂ R1 ਕਰ ਦਿੰਦੇ ਹੁੰਦੇ ਆ ਕਿ ਇਹਦੀ ਵੈਲਿਊ ਕਿੰਨੀ ਹੋਊ, ਅਸੀਂ ਇਹ ਦੇਖਣੀ ਆ। ਠੀਕ ਹੈ ਜੀ।
ਜਾਂ ਫਿਰ ਜੇ ਅਸੀਂ x1 ਨੂੰ ਚੱਕ ਕੇ ਪ੍ਰਾਇਮਰੀ ਨੂੰ ਚੱਕ ਕੇ ਸੈਕੰਡਰੀ ਸਾਡੇ ਵੱਲ ਲੈ ਕੇ ਇੱਥੇ ਲਿਖਣਾ ਹੋਵੇ ਤਾਂ ਇਹ ਸਿੱਧਾ x1 ਜੇ ਲਿਖਾਂਗੇ ਗਲਤ ਹੋ ਜਾਊਗਾ। ਸਿੱਧਾ x1 ਨਹੀਂ ਲਿਖ ਸਕਦੇ ਅਸੀਂ, ਇਹਦਾ ਨਾਂ ਜਿਹੜਾ ਲਿਖਾਂਗੇ ਉਹ ਲਿਖਾਂਗੇ ਰਾਜੇ x1 ਦੇ ਉੱਪਰ ਡੈਸ਼। ਵੀ ਹੈਗੀ ਇਹ x1 ਪਰ ਡੈਸ਼ ਕਿਉਂ ਆ? ਕਿਉਂਕਿ ਇਹਨੂੰ ਪੁੱਠੇ ਪਾਸੇ ਲਿਆਂਦਾ ਗਿਆ ਹੈਗਾ ਧੱਕੇ ਨਾਲ। ਤਾਂ ਸੇਮ ਉਸੇ ਤਰੀਕੇ ਨਾਲ ਜੇ ਸਾਡੇ ਕੋਲੇ ਅਸੀਂ ਇਸ ਬਾਈਂਡਿੰਗ ਦੇ ਵਿੱਚ ਆ ਲਓ, ਆਹ ਬਾਈਂਡਿੰਗ ਆ ਸਾਡੀ, ਆਹ ਹੈਗਾ R1, ਆਹ ਹੈਗੀ ਆ ਬੱਚੇ X1, ਆਹ ਹੈਗਾ ਬੱਚੇ R2, ਆਹ ਹੈਗਾ ਸਾਡਾ X2। ਤਾਂ ਜੇ ਕਿਸੇ ਪਾਸੇ ਮੰਨ ਲਓ R2 ਆ ਰਾਜੇ, ਇਹ ਸੈਕੰਡਰੀ ਬਾਈਂਡਿੰਗ ਹੈ ਇੱਧਰ ਸਾਰੀ ਨਾ, ਤੇ ਜਿਹੜੀ R2 ਆ, ਜੇ R2 ਆਪਦੇ ਘਰ ਚ ਪਈ ਹੈ ਮਤਲਬ ਆਪਦੀ ਬਾਈਂਡਿੰਗ ਜਿਹੜੀ ਆਪਦਾ ਘਰ, ਇਹਦਾ ਕੀ ਹੈ ਸੈਕੰਡਰੀ ਬਾਈਂਡਿੰਗ। ਜੇ ਸੈਕੰਡਰੀ ਬਾਈਂਡਿੰਗ ਹੈ ਤੇ ਇਹਦਾ ਨਾਮ ਵੀ R2 ਹੀ ਹੋਏਗਾ। ਪਰ ਜੇ ਇਹਨੂੰ ਚੱਕ ਕੇ ਅਸੀਂ ਰਾਜੇ ਇੱਧਰ ਲੈ ਕੇ ਆ ਰਹੇ ਹਾਂ ਪ੍ਰਾਇਮਰੀ ਵਾਲੇ ਪਾਸੇ, ਤਾਂ ਇਹ ਇਦਾਂ ਨਹੀਂ ਆਊਗੀ। ਇਹ ਕਿਵੇਂ ਆਊਗੀ ਰਾਜੇ? R2 ਦੇ ਉੱਪਰ ਡੈਸ਼ ਪੈ ਜੂਗੀ। ਜਾਂ ਫਿਰ ਜਿਹੜੀ X2 ਆ ਗਈ, X2 ਕਿੱਦਾਂ ਆਏਗੀ? ਇੱਧਰ ਆਉਣ ਵਾਸਤੇ ਕੀ ਹੋਏਗੀ ਰਾਜੇ? X2 ਦੇ ਉੱਪਰ ਡੈਸ਼ ਪੈ ਜਾਏਗੀ। ਤੁਹਾਨੂੰ ਸਮਝਾਉਣ ਵਾਸਤੇ ਦੱਸ ਰਿਹਾ ਹੈਗਾ ਮੈਂ ਤੁਹਾਨੂੰ ਇੱਕ ਗੱਲ। ਆਪਣੀ ਜਰਨਲ ਪ੍ਰੈਕਟੀਕਲ ਲਾਈਫ ਦੇ ਵਿੱਚ ਇੱਕ ਚੀਜ਼ ਦੇਖੀ ਹੋਏਗੀ, ਇੱਕ ਘਰ ਆਹਾਗਾ, ਇੱਕ ਘਰ ਆਹਾਗਾ। ਜਦੋਂ ਮੈਰਿਜ ਹੁੰਦੀ ਹੈਗੀ, ਆਹ ਲੜਕੇ ਦਾ ਘਰ ਹੈਗਾ ਬੱਚੇ, ਹਨਾ, ਆਹ ਸਾਡੀ ਕਿਸੇ ਗਰਲ ਦਾ ਘਰ ਹੈਗਾ। ਜਦੋਂ ਵਿਆਹ ਕੇ ਲੜਕੀ ਨੂੰ ਲੈ ਕੇ ਜਾਇਆ ਜਾਂਦਾ ਕਿਸੇ ਦੂਜੇ ਘਰ, ਤਾਂ ਉਹਦਾ ਘੁੰਡ ਕੱਢਿਆ ਜਾਂਦਾ ਨਾ, ਤਾਂ ਉਹ ਘੁੰਡ ਕੱਢਿਆ ਹੋਇਆ ਦੇਖੋ ਰਾਜੇ ਇਹਦੇ ਉੱਪਰ, R2 ਦੇ ਉੱਪਰ ਘੁੰਡ ਕੱਢਣ ਦਾ ਮਤਲਬ ਕੀ ਆ? ਵੀ ਆਪਦੇ ਘਰੇ ਨਹੀਂ ਹੈਗੀ। ਜਿਹੜੀ ਇਹ ਵੈਲਿਊ ਆ ਸਾਡੀ, ਇਹਨੂੰ ਕਿਸੇ ਪਾਸੇ ਹੋਰ ਲਿਆਂਦਾ ਗਿਆ ਹੈਗਾ। ਆਹ ਦੇਖੋ ਇੱਥੇ ਆਹ ਆਪਦੇ ਘਰੇ ਹੈਗੀ ਆ, ਇਹਦੇ ਉੱਪਰ ਕੋਈ R1 ਡੈਸ਼ ਨਹੀਂ ਲਗਾਇਆ ਹੋਇਆ ਹੈਗਾ। ਠੀਕ ਹੈ ਜੀ। ਤਾਂ ਜਦੋਂ ਆਪਦੇ ਘਰ ਦੇ ਵਿੱਚੋਂ ਕਿਸੇ ਕੁਆਂਟੀਟੀ ਨੂੰ ਅਸੀਂ ਮੂਵ ਕਰਾਂਗੇ, ਉਹਦੇ ਸਿਰ ਦੇ ਉੱਪਰ ਅਸੀਂ ਡੈਸ਼ ਲਗਾ ਦਾਂਗੇ। ਇੰਨੀ ਗੱਲ ਕਲੀਅਰ ਹੋ ਗਈ ਜੀ? ਯੈਸ। ਚਲੋ, ਤਾਂ ਹੁਣ ਦੇਖੋ ਰਾਜੀ, ਜਦੋਂ ਕਦੇ ਵੀ ਇਹਨੂੰ ਇੱਕ ਤਰੀਕਾ ਇਹਨੂੰ ਕਰਨ ਦਾ, ਉਹ ਤਰੀਕਾ ਕੀ ਹੈਗਾ? ਪਹਿਲਾ ਜਿਹੜਾ ਸਾਡਾ ਟੌਪਿਕ ਹੈਗਾ ਉਹ ਹੈਗਾ ਪ੍ਰਾਇਮਰੀ ਰੈਫਰਡ ਟੂ ਸੈਕੰਡਰੀ, ਰੈਫਰਡ ਟੂ ਸੈਕੰਡਰੀ ਸਾਈਡ। ਸੈਕੰਡਰੀ ਸਾਈਡ ਮਤਲਬ ਪ੍ਰਾਇਮਰੀ ਵਾਲੀਆਂ ਜਿਹੜੀਆਂ ਚੀਜ਼ਾਂ ਨੇਗੀਆਂ ਉਹਨਾਂ ਨੂੰ ਚੱਕ ਕੇ ਕਿੱਧਰ ਰੱਖਣਾਗਾ? ਸੈਕੰਡਰੀ ਸਾਈਡ ਰੱਖਣਾ। ਮਤਲਬ ਸੈਕੰਡਰੀ ਵਾਲੀਆਂ ਚੀਜ਼ਾਂ ਸੈਕੰਡਰੀ ਸਾਈਡ ਰਹਿਣਗੀਆਂ, R2 ਤੇ X2 ਤਾਂ ਉਦਾਂ ਹੀ ਰਹਿਣਗੀਆਂ, ਪਰ ਪ੍ਰਾਇਮਰੀ ਵਾਲੀ ਇਹ ਇੱਧਰ ਪ੍ਰਾਇਮਰੀ ਪਈ ਸੀ, ਉਧਰੋਂ ਚੱਕ ਕੇ ਇੱਧਰ ਲਿਆਂਦੀਆਂ ਨੇਗੀਆਂ। ਇਹਦਾ ਨਾਂ ਹੋ ਜਾਏਗਾ ਰਾਜੇ R1 ਡੈਸ਼, ਇਹਦਾ ਨਾਂ ਹੋ ਜਾਏਗਾ X1 ਡੈਸ਼। ਓਕੇ ਜੀ। ਇਹ ਸੈਕੰਡਰੀ ਸਾਈਡ ਬਣਾਈ ਆ ਅਸੀਂ ਸਾਰੀ, ਆਹ ਇੱਥੇ ਸਾਡੀ E2 ਲੱਗੀ ਹੋਈ ਆ। ਅਸੀਂ ਪ੍ਰਾਇਮਰੀ ਇੱਧਰ ਸੀਗੀ ਸਾਡੀ ਪ੍ਰਾਇਮਰੀ, ਇੱਧਰੋਂ ਚੱਕ ਕੇ ਇਹਨੂੰ ਇੱਧਰ ਸੈਕੰਡਰੀ ਵੱਲ ਲੈ ਕੇ ਆਏਗੇ। ਤਾਂ ਪ੍ਰਾਇਮਰੀ ਨੂੰ ਰੈਫਰ ਕੀਤਾ ਰਾਜੇ ਸੈਕੰਡਰੀ ਸਾਈਡ ਦੇ ਉੱਪਰ। ਤਾਂ ਜਦੋਂ ਪ੍ਰਾਇਮਰੀ ਨੂੰ ਸੈਕੰਡਰੀ ਸਾਈਡ ਵੱਲ ਰੈਫਰ ਕਰਨਾ, ਇੱਕ ਚੀਜ਼ ਯਾਦ ਰੱਖਣੀ ਹੈ ਜੇ, ਮਲਟੀਪਲਾਈ ਕਰਨਾਗਾ ਕੇ ਸਕੁਅਰ ਦੇ ਨਾਲ। ਮਲਟੀਪਲਾਈ ਕਰਨਾ ਕੇ ਸਕੁਅਰ ਨਾਲ ਵੈਲਿਊ ਨੂੰ। ਮਤਲਬ ਆਹ ਜਿਹੜੀ ਵੈਲਿਊ ਆ ਸਾਡੀ, ਇਹ ਸੈਕੰਡਰੀ ਸਾਈਡ ਵੱਲ ਆਈ ਆ ਨਾ, ਤਾਂ ਪ੍ਰਾਇਮਰੀ ਸਾਈਡ ਵੱਲ ਇਹ ਕੀ ਸੀ? ਇਕੱਲੀ R1। ਪਰ ਜਦੋਂ ਇੱਧਰ ਆਈ ਇਹਨੂੰ ਮਲਟੀਪਲਾਈ ਕੀਤਾ ਰਾਜੇ ਕੇ ਸਕੁਅਰ ਦੇ ਨਾਲ, ਤਾਂ ਫਿਰ ਸਾਡੀ ਇਹ R1 ਡੈਸ਼ ਵੈਲਿਊ ਬਣੀ ਆ। ਤੇ X1 ਦੀ ਵੈਲਿਊ ਮੰਨ ਲਓ ਇੱਧਰ 2 ਓਮ ਸੀਗੀ, ਤਾਂ ਸਕੁਅਰ ਕਰਕੇ ਇੱਧਰਲੇ ਪਾਸੇ। ਅੱਛਾ, K ਕੀ ਹੁੰਦੀ ਆ ਬੱਚੇ ਸਾਡੀ? K ਹੁੰਦੀ ਹੈ V2/V1। ਅਸੀਂ ਕੱਢੇ ਹੋਇਆ ਟਰਨ ਰੇਸ਼ੋ ਤੋਂ ਪਹਿਲੇ ਲੈਕਚਰ 'ਚ ਦੇਖਿਆ ਸੀਗਾ। ਤਾਂ X1 ਡੈਸ਼ ਸਾਡੀ ਕੀ ਹੋਏਗੀ? X1 ਜਿਹੜੀ ਹੋਏਗੀ ਇਹਨੂੰ ਮਲਟੀਪਲਾਈ ਕਰਾਂਗੇ ਕਾਹਦੇ ਨਾਲ ਬੱਚੇ? K ਸਕੁਅਰ ਨਾਲ। ਤਾਂ ਜਿਹੜੀ ਹੁਣ ਟੋਟਲ ਇੰਪੀਡੈਂਸ ਬਣ ਜਾਏਗੀ ਰਾਜੇ ਸਾਡੀ ਪ੍ਰਾਇਮਰੀ ਸਾਈਡ ਦੀ ਸੈਕੰਡਰੀ ਸਾਈਡ ਵੱਲ ਆ ਕੇ, ਉਹ ਹੈਗੀ R1 ਡੈਸ਼ ਦਾ ਸਕੁਅਰ ਪਲੱਸ X1 ਡੈਸ਼ ਦਾ ਸਕੁਅਰ। ਤੇ ਜੇ ਟੋਟਲ ਇੰਪੀਡੈਂਸ ਕੱਢਣੀ ਹੋਵੇ ਵੀ ਸੈਕੰਡਰੀ ਸਾਈਡ ਦੇ ਵੱਲ ਟੋਟਲ ਇੰਪੀਡੈਂਸ Z20 ਦਾ Z02, ਇਹ ਹੁੰਦੀ ਹੈਗੀ ਵੀ ਪ੍ਰਾਇਮਰੀ ਦੀ ਰੈਜ਼ਿਸਟੈਂਸ ਜਿਹੜੀ ਇੱਧਰ ਆਈ ਹੋਈ ਆ ਤੇ ਸੈਕੰਡਰੀ ਦੀ ਰੈਜ਼ਿਸਟੈਂਸ ਇਹ ਸਿੱਧੀਆਂ ਜੁੜ ਜਾਣਗੀਆਂ, ਤੇ ਸੈਕੰਡਰੀ ਦੀ ਰਿਐਕਟੈਂਸ ਜਿਹੜੀ ਹੈਗੀ ਤੇ ਪਲੱਸ ਪ੍ਰਾਇਮਰੀ ਸਾਈਡ ਵੱਲੋਂ ਆਈ ਹੋਈ ਹੈ ਜਿਹੜੀ, ਇਹ ਸਿੱਧੀਆਂ ਜੁੜ ਜਾਣਗੀਆਂ, ਉਹਨਾਂ ਦਾ ਸਕੁਅਰ ਪੈ ਜਾਊਗਾ ਤੇ ਅੰਡਰ ਰੂਟ ਹੋ ਜਾਊਗਾ। ਆ ਸਾਡੇ ਕੋਲ ਟੋਟਲ ਰਿਐਕਟੈਂਸ, ਟੋਟਲ ਇੰਪੀਡੈਂਸ ਹੋ ਗਈ ਰਾਜੇ ਸੈਕੰਡਰੀ ਸਾਈਡ ਦੇ ਵਿੱਚ।
ਇਹਦੇ ਵਿੱਚੋਂ ਕੁਝ ਪੁੱਛੋ ਜੇ ਨਹੀਂ ਪਤਾ। ਜਦੋਂ ਆਪਾਂ ਪ੍ਰਾਇਮਰੀ ਨੂੰ ਸੈਕੰਡਰੀ ਵੱਲ ਰੈਫਰ ਕਰਨਾ ਤਾਂ ਕੱਲੀ ਕੱਲੀ ਵੈਲਿਊ ਨੂੰ ਅਸੀਂ ਕੇ ਸਕੁਅਰ ਦੇ ਨਾਲ ਮਲਟੀਪਲਾਈ ਕਰਨਾ। ਓਕੇ ਜੀ। ਲਾਸਟ ਵਾਲਾ ਦੁਬਾਰਾ ਦੇਖੋ ਰਾਜੇ, ਮੰਨ ਜਿਹੜੀ ਸਾਡੀ ਅਸੀਂ ਪੂਰਾ ਸਰਕਟ ਆ ਜਿਹੜਾ ਸਾਡਾ ਆਹ, ਇਸ ਪੂਰੇ ਸਰਕਟ ਦੀ ਅਸੀਂ ਇੰਪੀਡੈਂਸ ਕੱਢਣੀ ਹੈਗੀ ਤਾਂ ਰੈਜ਼ਿਸਟੈਂਸ ਨੂੰ ਰੈਜ਼ਿਸਟਰ ਦੇ ਸਿੱਧਾ ਜੋੜ ਦਾਂਗੇ। ਆ ਦੇਖੋ ਜੋੜ ਲਿਆ, ਤੇ ਰਿਐਕਟੈਂਸ ਨੂੰ ਰਿਐਕਟੈਂਸ ਦੇ ਵਿੱਚ ਸਿੱਧਾ ਜੋੜ ਲਾਂਗੇ, ਜੋੜ ਲਿਆ। ਪਰ ਸਿੱਧਾ ਜੋੜ ਤੋਂ ਬਾਅਦ ਜੁੜਨਗੀਆਂ ਉਸ ਤਰੀਕੇ ਨਾਲ ਜਿਵੇਂ ਆਪਾਂ ਨਾਰਮਲੀ ਆਪਾਂ ਜੋੜਦੇ ਹੁੰਦੇ ਆ, ਵੀ ਦੋਨਾਂ ਸਕੁਅਰ ਪਾਉਣਾਗਾ, ਵਿਚਾਲੇ ਪਲੱਸ ਪਾਉਣਾਗਾ ਤੇ ਅੰਡਰ ਰੂਟ ਕਰਨਾ। ਮੇਨ ਇਹਦੇ ਵਿੱਚ ਕੁਐਸਚਨ ਇਹੀ ਆ ਵੀ ਜਦੋਂ ਪ੍ਰਾਇਮਰੀ ਨੂੰ ਸੈਕੰਡਰੀ ਵੱਲ ਰੈਫਰ ਕਰਨਾਗਾ ਮਲਟੀਪਲਾਈ ਬਾਏ ਕੇ ਸਕੁਅਰ ਕਰਨਾਗਾ, ਤੇ ਕੇ ਹੁੰਦੀ ਹੈ ਸਾਡੀ V2 ਬਟਾ V1। ਕਈ ਵਾਰੀ ਨਾ ਬੁੱਕਸ ਨੇ ਜੈਡ ਦੇ ਪੈਰ 'ਚ ਕੀ ਲਿਖਿਆ ਹੋਇਆ ਸਰ? ਹਾਂਜੀ, ਜੈਡ ਦੇ ਪੈਰ 'ਚ ਜੀ। ਜੈਡ ਦੇ ਪੈਰ ਦੇ ਵਿੱਚ ਰਾਜੇ ਇੱਥੇ ਕੀ ਹੇਠਾਂ ਹਾਂਜੀ ਹੇਠਾਂ ਲਿਖਿਆ ਹੋਇਆ Z2। Z2 ਦਾ ਮਤਲਬ ਹੈ 2 ਸਾਰੀਆਂ ਗੱਲਾਂ ਹੁੰਦੀਆਂ ਸੈਕੰਡਰੀ ਨਾਲ। ਉਹਦੇ ਪਿੱਛੇ ਲਾਇਆ ਸੀ ਨੋਟ। ਇਹਦਾ ਮਤਲਬ ਕੀ ਹੈਗਾ ਵੀ ਇਹ ਸਾਡੀ ਰੈਫਰਡ ਵੈਲਿਊ ਆ, ਵੀ ਸਾਰਾ ਕੁਝ ਸੈਕੰਡਰੀ ਦੀ ਕੱਲੀ ਸੈਕੰਡਰੀ ਦੀ ਜਿਹੜੀ ਕੱਲੀ ਸੈਕੰਡਰੀ ਦਾ ਆਹਾਗਾ ਆਹ R2 ਦਾ ਸਕੁਅਰ ਪਲੱਸ X2 ਦਾ ਸਕੁਅਰ, ਇਹ ਤਾਂ ਹੈਗਾ ਸਾਡਾ Z2। ਪਰ ਜਿਹੜਾ ਆਹ ਸਾਰਾ ਕੁਝ Z2 ਦਾ ਸਕੁਅਰ ਤੇ Z1 ਇਹ ਦੋਨਾਂ ਦਾ ਜਿਹੜਾ ਮਿਲਾ ਕੇ ਕੰਬੀਨੇਸ਼ਨ ਬਣਿਆ ਸਾਡਾ, ਉਹਦਾ ਨਾਮ Z2 ਤੇ ਪੈਰ 'ਚ ਅਸੀਂ 0 ਪਤਾ ਵੀ ਇਕੁਇਵਲੈਂਟ ਡਾਇਗਰਾਮ ਆ ਜੀ ਸਾਡੀ ਸੈਕੰਡਰੀ ਸਾਈਡ ਵੱਲ ਬਣਾਈ ਹੋਈ। ਓਕੇ ਜੀ। ਓਕੇ ਸਰ ਜੇ ਕਰੰਟ ਨੂੰ ਰੈਫਰ ਕਰਨਾ ਸਰ ਉਹਦੇ ਲਈ ਕਿਹਨੂੰ ਰੈਫਰ ਕਰਨਾ? ਸਰ ਕਰੰਟ ਨੂੰ ਵੀ ਪ੍ਰਾਇਮਰੀ ਕਰੰਟ ਨੂੰ ਸੈਕੰਡਰੀ ਤੇ ਰਾਜੇ ਅਸੀਂ ਰੈਫਰ ਨਹੀਂ ਕਰਦੇ ਉਹਨੂੰ, ਤਾਂ ਸਿੱਧੀ ਜੀ ਗੱਲ ਹੁੰਦੀ। ਉਹਦਾ ਅਸੀਂ ਪਹਿਲੇ ਦੇ ਲੈਕਚਰ ਦੇ ਵਿੱਚ ਕੀਤਾ ਸੀਗਾ V2 ਬਟੇ V1 I1 ਬਟੇ I2 ਇਜ਼ ਇਕੁਅਲ ਟੂ K। ਸੈਕੰਡਰੀ ਨੂੰ ਸੈਕੰਡਰੀ ਕਰੰਟ ਜੇ ਅਸੀਂ ਕੱਢਣਾਗਾ ਤਾਂ ਕੀ ਆਊਗਾ ਰਾਜੇ, ਸਾਡਾ I2 ਜਿਹੜਾ ਹੋਊਗਾ ਸਾਡਾ ਉਹ K ਡਿਵਾਈਡ ਬਾਈ I1 ਹੋਏਗਾ, ਤੇ ਜੇ ਅਸੀਂ I1 ਕੱਢਣਾਗਾ I1 ਸਾਡਾ ਕੀ ਹੋਊਗਾ K ਇੰਟੂ I2 ਹੋਏਗਾ। ਇਹ ਤਾਂ ਇੱਥੋਂ ਨਿਕਲਦਾ ਹੁੰਦਾ ਰਾਜੇ ਟਰਾਂਸਫਾਰਮੇਸ਼ਨ ਰੇਸ਼ੋ ਦੇ ਵਿੱਚੋਂ। ਰੈਫਰਡ ਵੈਲਿਊ ਸਿਰਫ ਰੈਜ਼ਿਸਟੈਂਸ ਤੇ ਰਿਐਕਟੈਂਸ ਹੀ ਹੋ ਸਕਦੀ ਹੈ, ਹੋਰ ਨਹੀਂ ਰੈਫਰ ਕਰ ਸਕਦੇ। ਠੀਕ ਹੈ ਸਰ। ਤਾਂ ਉਸ ਤਰੀਕੇ ਨਾਲ ਜੇ ਅਸੀਂ ਇਹਦੇ ਵਿੱਚ ਪਹਿਲਾ ਟੌਪਿਕ ਸਾਡਾ ਕੀ ਸੀ, ਪ੍ਰਾਇਮਰੀ ਵੈਲਿਊਜ਼ ਰੈਫਰ ਟੂ ਸੈਕੰਡਰੀ। ਪ੍ਰਾਇਮਰੀ ਨੂੰ ਅਸੀਂ ਸੈਕੰਡਰੀ ਵੱਲ ਲੈ ਗਏ ਸੀਗੇ ਤਾਂ ਮਲਟੀਪਲਾਈ ਕੀਤਾ ਸੀਗਾ, ਅੱਗੇ ਵਧ ਰਹੇ ਸੀਗੇ। ਹੁਣ ਕੀ ਕਰਨਾ ਹੈ, ਸੈਕੰਡਰੀ ਨੂੰ ਪ੍ਰਾਇਮਰੀ ਵੱਲ ਲੈ ਕੇ ਆਉਣਾ। ਸੈਕੰਡਰੀ ਵੈਲਿਊਜ਼ ਰੈਫਰਡ ਟੂ ਪ੍ਰਾਇਮਰੀ। ਮੋਸਟ ਪ੍ਰੋਬਬਲੀ ਇਹਦਾ ਸਵਾਲ ਨਹੀਂ ਆਊਗਾ, ਸਾਨੂੰ ਨੂਮੈਰੀਕਲ ਨਹੀਂ ਆਊਗਾ, ਬਟ K ਨਾਲ ਮਲਟੀਪਲਾਈ ਹੁੰਦਾ ਕਿ ਡਿਵਾਈਡ ਹੁੰਦਾ, ਇਹ ਥਿਊਰੀ ਦੇ ਵਿੱਚ ਲਿਖਿਆ ਹੋਇਆ ਬਹੁਤ ਵਾਰੀ ਆਇਆ ਪੇਪਰ 'ਚ। ਤਾਂ ਹੁਣ ਸੈਕੰਡਰੀ ਵਾਲੀਆਂ ਵੈਲਿਊਜ਼ ਨੂੰ ਪ੍ਰਾਇਮਰੀ ਵੱਲ ਲੈ ਕੇ ਆਉਣਾ। ਜੋ ਸੈਕੰਡਰੀ ਨੂੰ ਪ੍ਰਾਇਮਰੀ ਵੱਲ ਲੈ ਕੇ ਆਉਣਾ, ਆਹ ਪੁੱਠੇ ਪਾਸੇ ਜਦੋਂ ਤੀਰ ਲਾਉਣਾਗਾ, ਜਿਵੇਂ ਉਰਦੂ ਦੇ ਵਿੱਚ ਸੀ ਉਰਦੂ ਹੋ ਗਿਆ ਵੀ ਸੈਕੰਡਰੀ ਨੂੰ ਪ੍ਰਾਇਮਰੀ ਵੱਲ ਲੈ ਕੇ ਆਉਣਾ, ਤਾਂ ਉਰਦੂ ਨੂੰ ਪੁੱਠੀ ਲੈਂਗੁਏਜ ਨਹੀਂ ਕਹਿੰਦੇ ਹੈਗੇ। ਤਾਂ ਪੁੱਠੇ ਦਾ ਮਤਲਬ 1 ਬਾਈ K ਸਕੁਅਰ ਨਾਲ ਮਲਟੀਪਲਾਈ ਕਰਨਾ, ਜਾਂ ਫਿਰ ਐਂ ਕਹ ਲਓ K ਸਕੁਅਰ ਨਾਲ ਡਿਵਾਈਡ ਕਰਨਾ। ਫਿਰ ਮਤਲਬ ਕੀ ਹੈਗਾ, ਸੈਕੰਡਰੀ ਵਾਲੀ ਵੈਲਿਊ ਪ੍ਰਾਇਮਰੀ ਦੇ ਵਿੱਚ, ਪ੍ਰਾਇਮਰੀ ਵਾਲੇ ਤਾਂ ਪ੍ਰਾਇਮਰੀ ਦੇ ਵਿੱਚ ਨਹੀਂ ਨਾ, ਇਹਦਾ ਨਾਂ ਹੈਗਾ R1। ਸੈਕੰਡਰੀ ਵੱਲੋਂ ਰੈਜ਼ਿਸਟੈਂਸ ਲਾਈ ਹੈ ਇੱਥੇ, ਉਹਦਾ ਨਾਂ ਕੀ ਹੋਊਗਾ ਰਾਜੇ, R2 ਆ ਗਈ, ਪਰ ਇਹਦੇ ਉੱਪਰ ਘੁੰਡ ਕੱਢਿਆ ਹੋਏਗਾ। ਪ੍ਰਾਇਮਰੀ ਵਾਲੀ ਰਿਐਕਟੈਂਸ ਦਾ ਆਹੀ X1, ਸੈਕੰਡਰੀ ਵਾਲੇ ਪਾਸੇ ਜਿਹੜੀ ਆਈ ਹੈਗੀ ਉਹਦਾ ਨਾਂ X2 ਡੈਸ਼ ਆ। ਆਹ ਸਾਡੇ ਕੋਲ ਇੱਧਰ ਟੋਟਲ ਹੈਗੀ E1, ਟੋਟਲ ਜਿਹੜਾ ਕਰੰਟ ਇਹਦੇ ਵਿੱਚ ਫਲੋ ਹੋ ਰਿਹਾ I1। ਤਾਂ ਹੁਣ ਵੈਲਿਊਜ਼ ਕੱਢਣੀਆਂ ਨੇਗੀਆਂ ਸਾਡੀਆਂ R2 ਡੈਸ਼ ਕਿਵੇਂ ਬਣੀ ਹੋਊਗੀ। ਸੈਕੰਡਰੀ ਵਾਲੀ ਪ੍ਰਾਇਮਰੀ ਵੱਲ ਆਈ ਆ ਨਾ, ਸੈਕੰਡਰੀ ਵਾਲੀ ਪ੍ਰਾਇਮਰੀ ਵੱਲ ਆਈ ਆ ਤਾਂ K ਸਕੁਅਰ ਨਾਲ ਡਿਵਾਈਡ, ਮਤਲਬ ਜਿਹੜੀ ਸਾਡੀ ਸੈਕੰਡਰੀ ਸਾਈਡ ਵੈਲਿਊ ਸੀਗੀ ਉਹਨੂੰ ਡਿਵਾਈਡ ਕਰਾਂਗੇ ਅਸੀਂ K ਸਕੁਅਰ ਨਾਲ, ਫਿਰ ਸਾਡੇ ਕੋਲੇ R2 ਡੈਸ਼ ਬਣੂ। X2 ਡੈਸ਼ ਕਿਵੇਂ ਬਣੂਗੀ, ਜਿਹੜੀ ਵੀ ਸਾਡੀ X2 ਵੈਲਿਊ ਸੀ ਉਹਨੂੰ ਡਿਵਾਈਡ ਕਰਾਂਗੇ ਅਸੀਂ K ਸਕੁਅਰ ਦੇ ਨਾਲ, ਫਿਰ ਸਾਡੇ ਕੋਲ X2 ਡੈਸ਼ ਬਣੂ। ਤਾਂ ਟੋਟਲ ਜਿਹੜਾ Z1 ਹੈਗਾ, ਹੁਣ ਜਿਹੜਾ ਸਾਡਾ Z1 ਹੈਗਾ, Z1 ਦੇ ਪਿੱਛੇ ਪੈਰ 'ਚ ਲਿਖਿਆ ਸੀ 0, ਤਾਂ ਜਿਹੜਾ Z1 0 ਹੈਗਾ ਉਹ ਕੀ ਹੁੰਦਾ ਰਾਜੇ, ਪ੍ਰਾਇਮਰੀ ਵਾਲੇ ਪਾਸੇ ਜਦੋਂ ਅਸੀਂ ਕੱਢ ਰਹੇ ਹਾਂ ਪ੍ਰਾਇਮਰੀ ਵੈਲਿਊ ਤਾਂ ਉਹੀ ਨੇਗੀਆਂ। R1 ਵੀ ਸਿੱਧਾ ਜੁੜੂਗਾ ਰਾਜੇ R2 ਡੈਸ਼ ਦਾ ਸਕੁਅਰ ਪਲੱਸ R1 ਦੀ ਪ੍ਰਾਇਮਰੀ ਰਿਐਕਟੈਂਸ ਦੇ ਵਿੱਚ ਜੁੜੂਗਾ ਸੈਕੰਡਰੀ ਵੱਲੋਂ ਆਈ ਹੋਈ ਰਿਐਕਟੈਂਸ ਦਾ ਸਕੁਅਰ, ਇਹਨਾਂ ਦਾ ਹੋਲ ਸਕੁਅਰ।
ਇਹ ਆ ਬੱਚੇ ਫਾਰਮੂਲਾ, ਇਹ ਸਾਡੀ ਰੈਫਰਡ ਵੈਲਿਊਜ਼ ਨੇਗੀਆਂ ਸਾਡੀਆਂ। ਓਕੇ ਜੀ। ਸਰ ਇੱਕ ਪਿਛਲਾ ਦੇਖਣਾ ਪ੍ਰਾਇਮਰੀ ਸਾਈਡ ਟੂ ਸੈਕੰਡਰੀ ਟੋਟਲ ਇੰਪੀਡੈਂਸ ਆ, ਉਹ ਰਹਿ ਗਏ ਸਰ ਆਧਾਰ ਨਾਲ। ਲਓ ਜੀ ਸਰ ਕਰਦੇ ਕਿਉਂ ਹੈ ਅਸੀਂ ਰੈਫਰ ਮਤਲਬ ਇੱਧਰ ਤੋਂ ਉੱਧਰ? ਕੁਐਸਚਨ ਹੀ ਸ਼ੁਰੂ ਕੀਤਾ ਸੀ, ਕਿੱਥੋਂ ਕੀਤਾ ਸੀਗਾ ਅਸੀਂ, ਕਿੱਥੋਂ? ਆ ਸਾਡੇ ਕੋਲ ਹਜੇ ਵੀ ਆ ਪ੍ਰਾਇਮਰੀ ਬਣੀ ਪਈ ਹੈਗੀ, ਆਹ ਇੱਧਰ ਸੈਕੰਡਰੀ ਆ, ਹਜੇ ਵੀ ਸਰਹੱਦ ਵਿਚਾਲੇ ਆ ਇਹਨਾਂ ਦੇ। ਆਹ ਇੱਥੇ ਸਾਡੇ ਕੋਲ ਇੱਕੋ ਹੀ ਸਰਕਟ ਹੈ, ਅਸੀਂ ਇੱਕ ਸਰਕਟ ਨੂੰ ਇੱਕ ਬਣਾਉਣ ਵਾਸਤੇ ਤਾਂ ਕਿ ਸਾਡੀਆਂ ਕੈਲਕੂਲੇਸ਼ਨਾਂ ਨੇ ਜਿਹੜੀਆਂ ਸਾਡੀਆਂ ਸੌਖੀਆਂ ਹੋ ਜਾਣ, ਉਹਦੇ ਵਾਸਤੇ ਕਰਦੇ ਆ ਰਾਜੇ। ਸਾਡੀਆਂ ਕੈਲਕੂਲੇਸ਼ਨਾਂ ਦੇਖਣ ਨੂੰ ਸਾਨੂੰ ਸੌਖੀਆਂ ਦੇਖਣ। ਹੁਣ ਇਹਦੇ ਵਿੱਚ ਕੋਈ ਵੀ ਦੇਖੋ, ਇਹਦੇ ਵਿੱਚ ਜੇ ਤੁਸੀਂ ਕੱਢਣਾ ਨਾ, ਦੇਖਿਓ ਮੰਨ ਲਓ ਤੁਹਾਡਾ ਇੱਕ ਵੈਲਿਊ ਇੱਕ ਬਣਿਆ ਹੋਇਆ, ਇੱਕ ਆ ਰਜਿਸਟਰ, ਇੱਕ ਆ ਅਸੀਂ ਸਰਕਟ ਬਣਾਤਾ। ਆਹ ਰਜਿਸਟੈਂਸ ਹੈਗੀ ਹੈ, ਇੱਥੇ ਹੈਗੀ ਆ 2 Ω, ਇੱਥੇ ਹੈਗੀ ਜਿਹੜੀ ਆ ਹੈਗੀ ਸੀ R1 ਰਜਿਸਟੈਂਸ, ਆ ਹੈਗੀ ਸੀ R2 ਡੈਸ਼, ਇੱਥੇ ਹੈਗੀ ਸਾਡੀ 3 Ω, ਆਏਗੀ ਸਾਡੀ 4 Ω। ਮੰਨ ਲਓ ਇੱਥੇ ਜਿਹੜਾ ਕਰੰਟ ਆ ਸਾਡਾ, ਇਹ ਵੈਲਿਊ ਹੈ ਜੀ ਪ੍ਰਾਇਮਰੀ ਟੂ ਸੈਕੰਡਰੀ ਰੈਫਰ ਕੀਤੀ ਹੈ ਕਿ ਸੈਕੰਡਰੀ ਟੂ ਪ੍ਰਾਇਮਰੀ ਕੀਤਾ ਹੋਇਆ, ਦੱਸੋ। ਚਲੋ R1 ਆਪਦੇ ਘਰ ਚ ਆ ਆਇਆ ਹੋਇਆ ਉਧਰੋਂ, ਇਹਦਾ ਮਤਲਬ ਸੈਕੰਡਰੀ ਨੂੰ ਰੈਫਰ ਕੀਤਾ ਹੋਇਆ ਪ੍ਰਾਇਮਰੀ ਵੱਲ। ਇਹਦਾ ਮਤਲਬ ਕੀ ਆ ਜੀ, ਕਰੰਟ ਜੇ ਮੰਨ ਲਓ 2 A ਕਰੰਟ ਫਲੋ ਕਰਦਾ ਤਾਂ ਟੋਟਲ ਕਾਪਰ ਲਾਸ ਕਿੰਨੇ ਹੋਣਗੇ ਪਤਾ? ਟੋਟਲ ਕਾਪਰ ਲਾਸ I²R ਹੁੰਦੇ ਨੇ ਨਾ, ਤਾਂ I ਕਿੰਨਾ ਸਾਡਾ 2, ਰਜਿਸਟੈਂਸ ਸਾਡੀ ਕਿੰਨੀ ਹੈ 3 ਦੇ ਵਿੱਚ 2 ਨੂੰ ਜੋੜ ਦੋ ਰਾਜੇ, ਕਿੰਨੀ ਹੈ 5, ਤਾਂ 2 ਦਾ ਸਕੁਅਰ ਇੰਟੂ 5, 4 5 20 ਵਾਟ ਹੋ ਗਏ। ਇੱਕ ਲਗਾਇਆ ਤੇ ਆਂਸਰ ਕੱਢ ਲਿਆ। ਜੇ ਇਹ ਅੱਡ ਹੁੰਦੇ, ਜੇ ਇਹ ਅੱਡ ਇੱਕ ਟਰਾਂਸਫਾਰਮਰ ਪਿਆ ਗਾ, ਆਹ ਇਹਦੇ ਵਿੱਚ ਪਹਿਲਾਂ ਇੱਕ ਵੋਲਟੇਜ ਪ੍ਰਾਇਮਰੀ ਦਿੱਤੀ ਹੋਈ ਹੈਗੀ, ਇੱਕ ਵੋਲਟੇਜ ਜਿਹੜੀ ਸਾਡੀ ਉਹ ਸੈਕੰਡਰੀ V2 ਦਿੱਤੀ ਹੋਈ ਆ। ਪਹਿਲਾਂ ਤੁਸੀਂ ਪ੍ਰਾਇਮਰੀ ਵੋਲਟੇਜ ਤੋਂ ਪ੍ਰਾਇਮਰੀ ਕਰੰਟ ਕੱਢਦੇ, ਫਿਰ ਪ੍ਰਾਇਮਰੀ ਕਰੰਟ ਨੂੰ ਸਕੁਅਰ ਕਰਦੇ R1 ਨਾਲ, ਉੱਥੋਂ ਪਲੱਸ ਫਿਰ ਅਸੀਂ ਸੈਕੰਡਰੀ ਕਰੰਟ ਕੱਢਦੇ I2 ਕਿੰਨਾ ਗਾ, ਫਿਰ ਉਹਦਾ ਸਕੁਅਰ ਕਰਦੇ R2 ਨਾਲ, ਫਿਰ ਦੋਨਾਂ ਨੂੰ ਜੋੜ ਕਰਦੇ, ਫਿਰ ਸਾਡੇ ਕੋਲੇ ਜਾ ਕੇ ਕਿਤੇ 20 ਵਾਟ ਆਉਣੇ ਸੀਗੇ। ਪਰ ਹੁਣ 20 ਵਾਟ ਕਿਵੇਂ ਆ ਗਏ? ਅਸੀਂ ਸਿੰਪਲ ਕਰੰਟ ਜਿਹੜਾ ਸੀਗਾ ਸੈਕੰਡਰੀ ਸਾਈਡ ਵਾਲਾ, ਉਹਨੂੰ ਉਹਦਾ ਸਕੁਅਰ ਕਰਤਾ ਤੇ ਗੁਣਾ ਕਰਤੀ ਰਹੇ ਰੈਜ਼ਿਸਟੈਂਸਾਂ ਨਾਲ, ਦੋਨੇ ਜਿਹੜੀਆਂ ਰੈਜ਼ਿਸਟੈਂਸਾਂ ਨੇਗੀਆਂ। ਸਰ ਉੱਪਰ ਦਿਖਾਇਆ ਜੀ ਟੋਟਲ ਇੰਪੀਡੈਂਸ, ਸਰ ਦੇਖ ਰਹੇ ਸਰ ZI ਨੋਟ। ਇੱਕ ਮਿੰਟ ਜੀ ਸਰ ਬੋਲੋ ਜੀ ਬੋਲੋ। ਸਰ ਦੇਖੋ ਜੀ, ਜਿਹੜਾ ਪ੍ਰਾਇਮਰੀ ਰੈਫਰ ਟੂ ਸੈਕੰਡਰੀ ਦੇ ਵਿੱਚ ਚਾਹੇ ਰੈਜ਼ਿਸਟੈਂਸ ਹੈ, ਚਾਹੇ ਇੰਪੀਡੈਂਸ, ਚਾਹੇ ਰਿਐਕਟੈਂਸ, ਜੇ ਹਨਾ ਉਹਦੇ ਵਿੱਚ ਕੇ ਸਕੁਅਰ ਆਊਗਾ ਹਨਾ, ਜੇ ਵੋਲਟੇਜ ਆਵੇ ਫਿਰ ਕੱਲਾ ਕੇ ਆਊਗਾ ਰਾਜੇ। ਹਾਂ ਇਹ ਆ ਅਸਲ ਰੈਫਰਡ ਵੈਲਿਊ ਸਾਡੀਆਂ ਰੈਜ਼ਿਸਟੈਂਸ ਤੇ ਰਿਐਕਟੈਂਸ ਵਾਲੀਆਂ, ਜਿਹਦੇ ਵਿੱਚ ਕੇ ਸਕੁਅਰ ਮਲਟੀਪਲਾਈ ਜਾਂ ਡਿਵਾਈਡ ਹੁੰਦਾ। ਉਹ ਜਿਹੜਾ ਵੋਲਟੇਜ ਤੇ ਕਰੰਟ ਹੈਗਾ ਉਹਦੇ ਵਾਸਤੇ ਰੈਫਰਡ ਵੈਲਿਊਜ਼ ਨਹੀਂ ਕੱਢਣ ਦੀ ਲੋੜ, ਉਹਦੇ ਵਾਸਤੇ ਸਿੰਪਲ ਸਾਡੇ ਕੋਲ ਟਰਾਂਸਫਾਰਮੇਸ਼ਨ ਰੇਸ਼ੋ ਜਿਹੜੀ ਹੁੰਦੀ ਆ ਉਹਦੇ ਨਾਲ ਮਲਟੀਪਲਾਈ ਕਰਕੇ ਆਂਸਰ ਆ ਜਾਂਦਾ। ਓਕੇ ਠੀਕ ਹੈ। ਅੱਛਾ, ਦੂਜੀ ਗੱਲ ਇਹ ਹੈਗੀ ਜਿਹੜੀ ਧਿਆਨ ਰੱਖਣ ਵਾਲੀ ਹੈਗੀ ਵੀ ਜਦੋਂ ਕਦੇ ਵੀ ਇਹ ਗੱਲ ਇਹਦੇ ਵਿੱਚ ਹੋਰ ਯਾਦ ਕਰਨੀ ਹੈ ਯਾਰ ਆਪਾਂ, ਹਾਂ ਜਦੋਂ ਮੈਂ ਤੈਨੂੰ ਕਹਿ ਰਿਹਾਗਾ ਵੀ ਅਸੀਂ ਪ੍ਰਾਇਮਰੀ ਤੋਂ ਜਦੋਂ ਸੈਕੰਡਰੀ ਚੱਲ ਰਹੇ ਆਂਗੇ, ਸਿੱਧੇ ਚੱਲ ਰਹੇ ਹਾਂ ਨਾ, ਤਾਂ ਉਦੋਂ ਕੇ ਸਕੁਅਰ ਮਲਟੀਪਲਾਈ ਹੁੰਦਾ ਨਾ, ਤਾਂ ਜਦੋਂ ਅਸੀਂ ਸੈਕੰਡਰੀ ਤੋਂ ਪ੍ਰਾਇਮਰੀ ਵੱਲ ਅਸੀਂ ਪੁੱਠੇ ਚੱਲ ਰਹੇ ਹਾਂ ਉਦੋਂ ਕੇ ਸਕੁਅਰ ਕੀ ਹੁੰਦਾ ਹੈਗਾ? ਡਿਵਾਈਡ ਹੁੰਦਾ। ਇਹ ਸਿਰਫ ਉਸ ਵੇਲੇ ਵੈਲਿਡ ਹੈਗਾ ਰਾਜੇ ਜਦੋਂ ਅਸੀਂ ਕੇ ਦੀ ਵੈਲਿਊ ਕੀ ਮੰਨਦੇ ਆਂਗੇ? ਟਰਾਂਸਫਾਰਮੇਸ਼ਨ ਰੇਸ਼ੋ V2/V1 ਮੰਨਦੇ ਆ। ਤੇ ਜੇ ਕਦੇ ਉਹਨੇ ਟਰਨ ਰੇਸ਼ੋ ਦੇਤੀ, ਜਿਹੜੀ ਕੀ ਹੁੰਦੀ ਹੈਗੀ ਸਾਡੀ, ਕੀ ਹੁੰਦੀ ਹੈ ਟਰਨ ਰੇਸ਼ੋ? V1/V2। ਤਾਂ ਇਹਨੂੰ ਪਹਿਲਾਂ ਤੁਸੀਂ ਆਹ ਬਣਾਓਗੇ ਰਾਜੇ, ਫਿਰ ਏਦਾਂ ਵੈਲਿਊ ਸੋਲਵ ਹੋਣਗੀਆਂ। ਅਦਰਵਾਈਜ਼ ਤੁਹਾਨੂੰ ਕੀ ਕਰਨਾ ਪਊਗਾ? ਇੱਧਰ ਜਾਣ ਵੇਲੇ ਡਿਵਾਈਡ ਕਰਨਾ ਪਊਗਾ, ਇੱਧਰ ਆਉਣ ਵੇਲੇ ਤੁਹਾਨੂੰ ਮਲਟੀਪਲਾਈ ਕਰਨਾ ਪਊਗਾ। ਤਾਂ ਅਸੀਂ ਸਿਰਫ ਇੱਕ ਚੀਜ਼ ਨੂੰ ਰੈਫਰੈਂਸ ਮੰਨ ਕੇ ਚੱਲੋ, ਅਸੀਂ ਇਹਨੂੰ ਬਣਾ ਕੇ ਚੱਲੋ ਰੈਫਰੈਂਸ, ਵੀ ਟਰਾਂਸਫਾਰਮੇਸ਼ਨ ਰੇਸ਼ੋ ਜਿਹੜੀ ਹੁੰਦੀ ਆ ਉਹਦੇ ਹਿਸਾਬ ਨਾਲ ਸਾਡਾ ਸੈਕੰਡਰੀ ਵੱਲ ਜਾਣ ਵੇਲੇ ਕੇ ਸਕੁਅਰ, ਪ੍ਰਾਇਮਰੀ ਵੱਲ ਆਉਣ ਵੇਲੇ ਕੇ ਸਕੁਅਰ ਨਾਲ ਡਿਵਾਈਡ। ਓਕੇ ਜੀ। ਇੱਕ ਮੈਂ ਤੁਹਾਨੂੰ ਕਲਾਸ ਹੋਣ ਦੇ ਨਾਲ ਹੁਣੇ ਇੱਕ ਫੋਟੋ ਖਿੱਚ ਕੇ ਭੇਜ ਦਾਂਗਾ। ਇੱਕ ਟਰਾਂਸਫਾਰਮਰ ਦਿੱਤਾ ਹੋਇਆ ਹੈਗਾ ਜੀ, 25 kVA ਦਾ ਇੱਕ ਟਰਾਂਸਫਾਰਮਰ ਹੈਗਾ, 25 kVA ਦਾ। ਉਹਦੀਆਂ ਸਾਰੀਆਂ ਵੈਲਿਊਜ਼ ਦਿੱਤੀਆਂ ਹੋਈਆਂ ਨੇਗੀਆਂ। 2200/11 110 ਵੋਲਟ ਦਿੱਤਾ ਹੋਈ ਹੈਗੀ। R1 ਦੀ ਵੈਲਿਊ ਦਿੱਤੀ ਆ, R2 ਦੀ ਵੈਲਿਊ, X1 ਦੀ ਵੈਲਿਊ, X2 ਦੀ ਵੈਲਿਊ, ਸਾਰੇ ਵੈਲਿਊ ਦਿੱਤੀਆਂ ਹੋਈਆਂ ਨੇ।
ਉਹਨੇ ਪੁੱਛਿਆ ਰੈਫਰ ਟੂ ਪ੍ਰਾਇਮਰੀ ਸਾਈਡ ਕੀ ਵੋਲਟੇਜ ਹੋਏਗੀ, ਰੈਫਰ ਟੂ ਸੈਕੰਡਰੀ ਸਾਈਡ ਕੀ ਕਰੰਟ ਹੋਏਗਾ, ਰੈਜ਼ਿਸਟੈਂਸ ਸਾਰਾ ਕੁਝ ਕੱਢਿਆ ਹੋਇਆ ਹੈਗਾ। ਉਹ ਸੋਲਵਡ ਕੁਐਸਚਨ ਦੇਖ ਕੇ ਤੁਹਾਨੂੰ ਆਹ ਕੁਐਸਚਨ ਸਾਰਾ ਪਤਾ ਲੱਗ ਜੂਗਾ ਰਾਜੇ ਵੀ ਆਹ ਕੀਤਾ ਕੀ ਆ ਅਸੀਂ। ਮੈਂ ਫੇਰ ਕਹਿਣਾ ਪੇਪਰ ਦੇ ਵਿੱਚ ਇਦਾਂ ਦਾ ਬਣਿਆ ਬਣਾਇਆ ਵੱਡਾ ਕੁਐਸਚਨ ਨਹੀਂ ਆਊਗਾ, ਕਿਉਂਕਿ ਕੈਲਕੂਲੇਟਰ ਤੋਂ ਬਿਨਾਂ ਇਹ ਕੁਐਸਚਨ ਨਿਕਲਦੇ ਨਹੀਂ ਹੁੰਦੇ ਹੈਗੇ। ਬਣਿਆ ਬਣਾਇਆ ਕੁਐਸਚਨ ਨਹੀਂ ਆਊਗਾ, ਪਰ ਹਾਂ ਕਈ ਵਾਰੀ ਕੀ ਹੁੰਦਾ ਹੈਗਾ ਵੀ ਸੌਖੀਆਂ ਵੈਲਿਊ ਦੇ ਦਿੰਦਾ ਵੀ ਕੇ ਦੀ ਵੈਲਿਊ ਸਿੱਧੀ ਦੇ ਦੂਗਾ 2, ਰੈਜ਼ਿਸਟੈਂਸ ਦੇ ਦੂ R1 ਦੇ ਦੂਗਾ ਉਹ ਤੁਹਾਨੂੰ 4 ਓਮ। ਉਹ ਕਹੂਗਾ ਦੱਸੋ ਸੈਕੰਡਰੀ ਸਾਈਡ ਦੇ ਵਿੱਚ R1 ਡੈਸ਼ ਦੀ ਵੈਲਿਊ ਕਿੰਨੀ ਹੋਊਗੀ, ਦੱਸੋ ਰਾਜੇ ਕਿੰਨੀ ਹੋਊ ਜੇ ਤੁਸੀਂ ਆਹ ਪ੍ਰਾਇਮਰੀ ਵਾਲੀ ਰੈਜ਼ਿਸਟੈਂਸ ਨੂੰ ਸੈਕੰਡਰੀ ਵੱਲ ਲੈ ਕੇ ਜਾਵਾਂਗੇ। ਕੀ ਕਰਾਂਗੇ ਰਾਜੇ, K² × R1 ਕਰਾਂਗੇ ਨਾ, ਤਾਂ K² ਕਿੰਨਾ, K ਦੀ ਵੈਲਿਊ 2 ਆ ਤਾਂ 2 ਦੂਣੀ 4 ਗੁਣਾ 4, ਤਾਂ ਸੈਕੰਡਰੀ ਸਾਈਡ ਵੱਲ ਜਾ ਕੇ ਰੈਜ਼ਿਸਟੈਂਸ ਕਿੰਨੀ ਹੋ ਜਾਊਗੀ 16 ਓਮ ਹੋ ਜਾਊਗੀ। ਓਕੇ ਜੀ, ਏਦਾਂ ਹੁੰਦੇ ਹੁੰਦੇ ਆ ਜਿਹੇ ਕੁਐਸਚਨ। ਸਰ ਇੱਕ ਗੱਲ ਪੁੱਛਣੀ ਸੀ। ਪੁੱਛੋ ਜੀ ਪੁੱਛੋ। ਸਰ ਇੱਕ ਹਨਾ ਜੀ ਆਪਾਂ ਆਰ ਲਾਸ ਜਿਹੜੇ ਕਾਪਰ ਲਾਸ ਨੇ, ਹਾਂ ਤੁਹਾਡੀ ਇੱਕ ਪੁਰਾਣੀ ਵੀਡੀਓ ਹੋਈ, ਕਾਫੀ ਪੁਰਾਣੀ ਆ, ਹਾਂ ਤੇ ਉਹਦੇ ਵਿੱਚ ਤੁਸੀਂ ਡਿਸਕਸ ਕਰਿਆ ਹੋਇਆ ਕਾਂਸਟੈਂਟ ਲਾਸ ਤੇ ਵੇਰੀਏਬਲ ਲਾਸ। ਉਹਦੇ ਵਿੱਚ ਤੁਸੀਂ ਇਹ ਗੱਲ ਕਹੀ ਹੈ ਵੀ I² R ਕਾਪਰ ਲਾਸ ਹਰਗਿਜ਼ ਨਹੀਂ ਹੁੰਦੇ ਹੈਗੇ। I² R ਲਾਸ ਵੀ I² R ਕਾਪਰ ਲਾਸ ਕਦੇ ਨਹੀਂ ਹੁੰਦੇ ਹੈਗੇ। ਮੈਂ ਇਹ ਨਹੀਂ ਕਿਹਾ ਰਾਜੇ, ਮੈਂ ਇਹ ਕਿਹਾ ਵੀ I² R ਜਿਹੜੇ ਲਾਸ ਹੁੰਦੇ ਆ ਉਹਨੂੰ ਆਪਾਂ ਹਰ ਵੇਲੇ ਕਾਪਰ ਲਾਸ ਨਹੀਂ ਕਹਿੰਦੇ ਹੈਗੇ। ਅੱਛਾ ਜੀ, ਵੀ ਜ਼ਰੂਰੀ ਨਹੀਂ ਹੈਗਾ ਵੀ ਕੱਲਾ ਕਾਪਰ ਲਾਸ ਦਾ ਜਿਹੜਾ ਫਾਰਮੂਲਾ I² R ਜੇ ਤੁਸੀਂ ਕਿਤੇ ਕਰ ਰਹੇ ਹੋ ਉਹਦਾ ਮਤਲਬ ਕਾਪਰ ਲਾਸ ਇਹ ਹੋਊਗਾ, ਇਹ ਨਹੀਂ ਹੁੰਦਾ। ਜੇ ਵਾਈਂਡਿੰਗ ਦੇ ਵਿੱਚ ਇੱਕ ਕਰੰਟ ਫਲੋ ਹੋ ਰਿਹਾ, ਕਾਪਰ ਲਾਸ ਦਾ ਮਤਲਬ ਹੁੰਦਾ ਹੈ ਜੇ, ਕਿਉਂਕਿ ਸਾਡੀ ਇਲੈਕਟ੍ਰੀਕਲ ਮਸ਼ੀਨਾਂ ਨੇ ਨਾ ਜਿਹੜੀਆਂ ਸਾਡੀਆਂ ਉਹ ਜ਼ਿਆਦਾਤਰ ਵਾਈਂਡਿੰਗ ਉਹਦੇ ਵਿੱਚ ਕਾਪਰ ਦੀ ਹੁੰਦੀ ਹੈਗੀ। ਤੇ ਕਾਪਰ ਦੀ ਵਾਈਂਡਿੰਗ ਹੋਣ ਕਰਕੇ ਜਦੋਂ ਉਸ ਕਾਪਰ ਦੀ ਵਾਈਂਡਿੰਗ ਦੇ ਵਿੱਚੋਂ ਕਰੰਟ ਲੰਘਦਾ ਗਾ ਤਾਂ ਉਸ ਕਰੰਟ ਦਾ ਸਕੁਅਰ ਨੂੰ ਆਪਾਂ ਜਦੋਂ ਰੈਜ਼ਿਸਟੈਂਸ ਦੇ ਨਾਲ ਮਲਟੀਪਲਾਈ ਕਰਦੇ ਆ ਉਹ ਆਉਂਦੇ ਆ ਸਾਡੇ ਕਾਪਰ ਲਾਸ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜੇ ਵਾਈਂਡਿੰਗ ਸਾਡੀ ਐਲੂਮੀਨੀਅਮ ਦੀ ਪਈ ਹੋਈ ਆ ਤਾਂ I² R ਜਿਹੜੇ ਲਾਸ ਹੋਣਗੇ ਉਹ ਸਾਡੇ ਹੁਣ ਐਲੂਮੀਨੀਅਮ ਲਾਸ ਹੋ ਜਾਣਗੇ। ਕਹਾਂਗੇ ਤਾਂ ਉਹਨੂੰ ਵੀ ਅਸੀਂ ਐਲੂਮੀਨੀਅਮ ਦੀ ਵਾਈਂਡਿੰਗ ਦੇ ਵਿੱਚ ਵੀ ਇਹਨੂੰ ਕੀ ਕਹਾਂਗੇ, ਕਾਪਰ ਲਾਸ ਹੀ ਕਹਾਂਗੇ ਆਪਾਂ ਇਹਨੂੰ ਵੀ। ਤੇ ਜੇ ਵਾਈਂਡਿੰਗ ਸਾਡੀ ਪਾਈ ਹੋਈ ਆ ਮੰਨ ਲਓ ਉਹ ਲੋਹੇ ਦੀ ਪਾ ਦਈਏ ਗੈਲਵਨਾਈਜ਼ਡ ਆਇਰਨ ਦੀ, ਫਿਰ ਵੀ ਇਹਨੂੰ ਕਾਪਰ ਲਾਸ ਹੀ ਕਵਾਂਗੇ। ਓਕੇ ਜੀ, ਤਾਂ ਕਾਪਰ। ਅੱਛਾ ਦੂਜੀ ਗੱਲ ਰਾਜੇ, ਇੱਕ ਗੱਲ ਹੋਰ ਸੁਣੋ। ਹੁਣ ਮੰਨ ਲਓ ਆਹ ਤੁਹਾਡੇ ਕੋਲ ਇੱਕ ਵੋਲਟੇਜ ਆ, ਤੁਹਾਨੂੰ ਇੱਕ ਵਧੀਆ ਗੱਲ ਸੁਣੋ ਮੇਰੀ, ਆਹ 10 ਵੋਲਟ ਆ ਰਾਜੇ, ਇਹ 10 ਵੋਲਟ ਲਗਾਈ ਹੋਈ ਹੈ, ਇੱਥੇ ਇੱਕ ਬਲਬ ਲੱਗਿਆ ਹੋਇਆ, ਇਹ ਬਲਬ ਦੀ ਜਿਹੜੀ ਰੈਜ਼ਿਸਟੈਂਸ ਹੈਗੀ ਉਹ ਹੈਗੀ ਆ 2 ਓਮ, ਹਨਾ। ਤਾਂ ਮੈਨੂੰ ਦੱਸ ਸਕਦੇ ਹੋ ਇਹ ਜਿਹੜਾ ਬਲਬ ਆ 2 ਓਮ ਦਾ, ਇਹਦੀ ਪਾਵਰ ਕਿੰਨੀ ਹੈਗੀ, ਦੱਸੋ ਬੱਚੇ। ਪਹਿਲਾਂ ਕਰੰਟ ਕੱਢੋਗੇ ਨਾ, ਵੋਲਟੇਜ ਡਿਵਾਈਡ ਬਾਈ ਰੈਜ਼ਿਸਟੈਂਸ ਕਰਕੇ, ਵੋਲਟੇਜ ਕਿੰਨੀ ਹੈ 10, ਰੈਜ਼ਿਸਟੈਂਸ ਕਿੰਨੀ ਹੈ 2, ਕਿੰਨਾ ਆ ਗਿਆ 5 ਆ ਗਿਆ। 25 ਦੂਣਾ 50 I² R 5 ਦਾ ਸਕੁਅਰ ਇੰਟੂ 50 ਵਾਟ, ਤਾਂ 50 ਵਾਟ ਕਾਪਰ ਲਾਸ ਨੇਗੇ ਜਿਹੜੇ ਆ ਬਲਬ ਦੇ ਵਿੱਚ 50 ਵਾਟ ਆ, ਤਾਂ 50 ਵਾਟ ਨੂੰ ਅਸੀਂ ਕਾਪਰ ਲਾਸ ਕਵਾਂਗੇ। ਇਹ ਕਾਪਰ ਲਾਸ ਨੇਗੇ, ਇਹ ਦੱਸੋ। ਇਹ ਤਾਂ ਪਾਵਰ ਆਈ ਨਹੀਂ, ਇਹ ਤਾਂ ਪਾਵਰ ਆ ਰਾਜੇ। ਤਾਂ I² R ਜ਼ਰੂਰੀ ਨਹੀਂ ਹੁੰਦਾ ਹੈਗਾ ਵੀ ਕਾਪਰ ਲਾਸ ਇਹ ਹੋਣਗੇ। ਆਪਾਂ ਹਮੇਸ਼ਾ ਜਦੋਂ ਲਾਸ ਦੀ ਗੱਲ ਕੋਈ ਕਰਦਾ ਆਪਾਂ ਝੱਟ ਕਹਿ ਦਿੰਦੇ I² R ਲਾਸ, I²। ਜ਼ਰੂਰੀ ਨਹੀਂ ਹੁੰਦਾ ਰਾਜੇ I² R ਲਾਸ ਹੀ ਹੁੰਦੇ ਆ। ਮੈਂ ਇਹ ਗੱਲ ਕਹੀ ਸੀ ਵੀ ਜ਼ਰੂਰੀ ਨਹੀਂ ਹੈਗਾ I² R ਲਾਸ ਹੀ ਹੁੰਦੇ ਆ। I² R ਤਾਂ ਸਾਡਾ ਪਾਵਰ ਦਾ ਫਾਰਮੂਲਾ ਹੈਗਾ, ਲਾਸ ਦਾ ਫਾਰਮੂਲਾ ਨਹੀਂ ਹੈਗਾ। ਹਾਂ ਜੇ ਆਹ ਵਾਈਂਡਿੰਗ ਆ ਜਿਹੜੀ ਸਾਡੀ ਇੱਥੋਂ ਲੈ ਕੇ ਇੱਥੇ ਤੱਕ, ਜਿਹੜੀ ਆਹ ਵਾਈਂਡਿੰਗ ਆ, ਇਸ ਵਾਈਂਡਿੰਗ ਦੀ ਕੋਈ ਨਾ ਕੋਈ ਰੈਜ਼ਿਸਟੈਂਸ ਦਿੱਤੀ ਹੁੰਦੀ, ਤੇ ਇਸ ਵਾਈਂਡਿੰਗ ਦੀ ਰੈਜ਼ਿਸਟੈਂਸ ਦੇ ਵਿੱਚ ਕਿੰਨਾ ਡ੍ਰੌਪ ਹੋਇਆ ਜੇ ਇਹ ਪੁੱਛਿਆ ਹੁੰਦਾ, ਉਹ ਵਾਈਂਡਿੰਗ ਦਾ ਜਿਹੜਾ ਡ੍ਰੌਪ ਆ ਉਹਨੂੰ ਅਸੀਂ ਕਹਿ ਦਿੰਦੇ ਹਾਂ, ਵਾਈਂਡਿੰਗ ਦਾ ਜਿਹੜਾ ਲਾਸ ਆ ਉਹਨੂੰ ਕਹਿ ਦਿੰਦੇ ਆ ਕਾਪਰ ਲਾਸ ਇੱਥੇ। ਪਰ ਪਾਵਰ I² R ਕਾਹਦਾ ਫਾਰਮੂਲਾ ਬੱਚੇ, ਇਹ ਕਾਹਦਾ ਫਾਰਮੂਲਾ, ਇਹਦਾ ਪਾਵਰ ਦਾ ਫਾਰਮੂਲਾ ਹੈਗਾ। ਉਹ ਵੱਖਰੀ ਗੱਲ ਹੈਗੀ ਵੀ ਅਸੀਂ ਪਾਵਰ ਲੋਸਟ ਕੱਢ ਰਹੇ ਹਾਂਗੇ ਕਿ ਪਾਵਰ ਜਿਹੜੀ ਅਸੀਂ ਯੂਜ਼ ਕੀਤੀ ਆ ਉਹ ਕੱਢ ਰਹੇ ਹਾਂ। ਪਾਵਰ ਜਿਹੜੀ ਅਸੀਂ ਯੂਜ਼ ਕੀਤੀ ਆ ਅਸੀਂ ਉਹ ਕੱਢ ਰਹੇ ਹਾਂਗੇ। ਤੁਹਾਨੂੰ ਪਤਾ ਹੈਗਾ ਜਿਹੜਾ ਸਾਡਾ ਹੀਟਰ ਹੈਗਾ, ਹੁਣ ਹੀਟਰ ਨੂੰ ਸਮਝਦੇ ਹੋ, ਹੀਟਰ ਨਹੀਂ ਹੁੰਦਾ ਜਿਹੜੀ ਸਾਡੀ ਕੋਇਲ ਹੁੰਦੀ ਹੈਗੀ ਆਹ, ਹੁਣ ਹੀਟਰ ਦੇ ਵਿੱਚ ਜਿੰਨਾ ਵੀ I² RT ਹੀਟ ਪੈਦਾ ਹੁੰਦੀ ਹੈਗੀ ਉਹ ਸਾਡੇ ਕੰਮ ਦੀ ਹੁੰਦੀ ਹੈ ਕਿ ਬੇਕਾਰ ਹੁੰਦੀ ਹੈਗੀ, ਉਹ ਵੇਸਟਫੁਲ ਹੁੰਦੀ ਹੈਗੀ।
ਹਾਂਜੀ ਯੂਜ਼ਫੁਲ ਹੈ ਇਹ ਤਾਂ ਜੀ। ਯੂਜ਼ਫੁਲ ਆ ਨਾ, ਇਹ ਯੂਜ਼ਫੁਲ ਆ ਨਾ, ਤਾਂ ਯੂਜ਼ਫੁਲ ਪਾਵਰ ਕਾਹਦੇ ਨਾਲ ਕੱਢ ਰਹੇ ਹਾਂ ਅਸੀਂ? I ਸਕੁਏਅਰ R ਨਾਲ। ਤਾਂ ਕੀ ਇਹਨਾਂ ਨੂੰ ਆਪਾਂ ਲਾਸ ਕਹਿ ਸਕਦੇ ਹੈਗੇ? ਨਹੀਂ ਕਹਿ ਸਕਦੇ ਹੈਗੇ, ਲਾਸ ਨਹੀਂ ਹੈਗੇ, ਇਹ ਤਾਂ ਪਾਵਰ ਹੈਗੀ, ਇਹ ਤਾਂ ਹੀਟ ਜਿਹੜੀ ਪੈਦਾ ਹੋਈ ਆ, ਕਿਉਂਕਿ ਅਸੀਂ ਜਿਹੜੀ ਉਹ ਹੀਟ ਪੈਦਾ ਹੋਈ ਉਹਨੂੰ ਯੂਟਿਲਾਈਜ਼ ਕੀਤਾ ਕਿਸੇ ਕੰਮ ਵਾਸਤੇ। ਹਾਂ ਜਿਹੜੀ ਆਹ 1 ਕਿਲੋਮੀਟਰ ਜਿਹੜੀ ਤਾਰ ਆ ਰਹੀ ਸੀ, ਇਹਦੇ ਵਿੱਚ ਜਿਹੜੀ ਹੀਟ ਪੈਦਾ ਹੋਈ ਆ, ਇਹ ਸਾਡੀ ਯੂਜ਼ ਨਹੀਂ ਹੋ ਸਕੀ ਹੈਗੀ, ਪਰ ਇਹਦੀ ਯੂਜ਼ ਨਹੀਂ ਹੋ ਸਕੀ ਤਾਂ ਕਰਕੇ ਇਹਨੂੰ ਅਸੀਂ ਲਾਸ ਕਹਿਤਾ। ਪਰ ਹੁਣ ਫਾਰਮੂਲਾ ਤਾਂ ਪਾਵਰ ਦਾ, ਪਾਵਰ ਵਾਲਾ ਤਾਂ ਫਾਰਮੂਲਾ I ਸਕੁਏਅਰ R ਹੀ ਹੋਏਗਾ ਨਾ। ਇਹਦਾ ਮਤਲਬ ਇਹ ਥੋੜਾ ਜਿਹਾ ਆਪਾਂ I ਸਕੁਏਅਰ R ਇੱਥੇ ਕਹਿੰਦਾ ਵੀ ਆਹ ਵੀ ਅਸੀਂ ਯੂਜ਼ ਕਰ ਲਈ, ਇਹ ਯੂਜ਼ ਨਹੀਂ ਕੀਤੀ। ਤਾਂ ਇੱਥੇ ਇਸ ਵਾਈਂਡਿੰਗ ਦੀ ਰੈਜ਼ਿਸਟੈਂਸ ਹੈਗੀ, ਇਹਦੇ ਵਾਸਤੇ ਜਿਹੜਾ I ਸਕੁਏਅਰ R ਕੀਤਾ ਇਹਨੂੰ ਅਸੀਂ ਲਾਸ ਕਹਿ ਲਿਆ ਬੱਚੇ, ਤੇ ਜਿਹੜਾ ਇੱਥੇ ਕੀਤਾ ਇਹਨੂੰ ਅਸੀਂ ਪਾਵਰ ਕਹਿ ਲਿਆ। ਫਾਰਮੂਲਾ ਤਾਂ ਦੋਨੇ ਥਾਵੇਂ ਉਹੀ ਲੱਗਿਆ I ਸਕੁਏਅਰ R। ਕਲੀਅਰ ਹੋ ਗਈ ਰਾਜੇ ਗੱਲ ਇਹ? ਮਤਲਬ ਇਹ ਕੋਪਰ ਦਾ ਸਿਰਫ ਨਾਮ ਦਿੱਤਾ ਹੈ ਕਾਪਰ ਦਾ ਨਾਮ, ਕਾਪਰ ਲਾਸ ਅਸੀਂ ਉਦੋਂ ਕਹਾਂਗੇ ਰਾਜੇ ਜਦੋਂ ਕੋਈ ਜਿਹੜੀ ਸਾਡੀ ਪਾਵਰ ਹੈਗੀ ਉਹ ਸਾਡੀ ਕਿਤੇ ਯੂਜ਼ ਨਹੀਂ ਹੋ ਰਹੀ ਹੈਗੀ। ਹੁਣ ਜਿਹੜੀ ਸਾਡੀ ਇੱਥੇ ਸਾਡੇ ਕੋਲ ਆ ਕੋਰ ਦੇ ਵਿੱਚ, ਤੁਹਾਨੂੰ ਯਾਦ ਆ ਕੋਰ ਦੇ ਵਿੱਚ ਮੈਂ ਕਿਹਾ ਸੀ ਵੀ ਇੱਕ ਕਰੰਟ ਘੁੰਮੂਗਾ, ਉਹ ਕਰੰਟ ਜਿਹੜਾ ਹੋਊਗਾ ਉਹੋ ਜਿਹਾ ਆਪਾਂ I ਸਕੁਏਅਰ R ਕਰ ਦਈਏ। ਇਹ ਕਿਹੜਾ ਕਰੰਟ ਸੀਗਾ? ਐਡੀ ਕਰੰਟ ਨਹੀਂ ਸੀਗਾ ਇਹ ਜਿਹੜਾ ਕੋਰ ਦੇ ਵਿੱਚ ਘੁੰਮ ਰਿਹਾ। ਉਹ ਅਸੀਂ ਉਹਨੂੰ ਇੱਥੇ ਲੋਡ ਦੇ ਵਿੱਚ ਯੂਜ਼ ਕਰ ਪਾਏਗੇ ਆ ਪਾਵਰ ਨੂੰ, ਜਿਹੜਾ ਕੋਰ ਦੇ ਵਿੱਚ ਪਾਵਰ ਘੁੰਮ ਰਹੀ ਹੈਗੀ ਉਹਨੂੰ ਕਰ ਨਹੀਂ ਪਾਏ ਹੈਗੇ, ਤਾਂ ਕਰਕੇ ਉਹਨੂੰ ਅਸੀਂ ਲਾਸ ਦਾ ਨਾਂ ਦੇਤਾ ਵੀ ਸਾਡੇ ਤਾਂ ਉਹ ਕਿਸੇ ਕੰਮ ਨਾ ਆਇਆ ਨਾ, ਤਾਂ ਕਰਕੇ ਉਹਨੂੰ। ਅਦਰਵਾਈਜ਼ ਤਾਂ ਉਹ ਵੀ ਕਰੰਟ ਹੀ ਹੈਗਾ, ਜੇ ਕਿਸੇ ਹਿਸਾਬ ਨਾਲ ਉਹ ਅੰਦਰੋਂ ਅਸੀਂ ਕਰੰਟ ਕੱਢ ਲਈਏ ਤਾਂ ਉਹ ਵੀ ਯੂਜ਼ ਹੋ ਜਾਊਗਾ। ਠੀਕ ਹੈ ਬੱਚੇ? ਕਲੀਅਰ ਹੋਈ ਰਾਜੀ ਮੇਰੀ ਗੱਲ? ਤਾਂ ਮੇਨ ਸਾਡੀ ਜਿਹੜੀ ਗੱਲ ਹੁੰਦੀ ਹੈ ਉਹ ਸਾਰੀ ਐਪਲੀਕੇਸ਼ਨ ਦੀ ਹੁੰਦੀ ਹੈਗੀ ਵੀ ਸਾਡੀ ਅਸੀਂ ਐਪਲੀਕੇਸ਼ਨ ਸਾਡੀ ਕੀ ਹੈਗੀ। ਓਕੇ ਜੀ, ਇਹ ਸਾਡੇ ਕੋਲ ਇੱਕ ਨਾਈਫ ਹੈਗਾ ਹਨਾ, ਜੇ ਨਾਈਫ ਹੈਗਾ ਤਾਂ ਜੇ ਤਾਂ ਇਹ ਰਾਜੇ ਸਬਜ਼ੀ ਕੱਟ ਰਿਹਾ ਹੈਗਾ ਹਨਾ, ਤੇ ਫਲ ਕੱਟ ਕੇ, ਫਲਾਂ ਨੂੰ ਕੱਟ ਕੇ ਹਨਾ, ਇਹ ਜੇ ਤਾਂ ਮਾਤਾ ਦੇ ਪੈਰਾਂ ਦੇ ਵਿੱਚ ਚੜਾਉਂਦਾ ਹੈਗਾ ਫਿਰ ਤਾਂ ਇਹ ਕੀ ਕਰ ਰਿਹਾ? ਪੁੰਨ ਕਰ ਰਿਹਾ ਹੈਗਾ ਹਨਾ, ਜੇ ਕੱਟ ਕੇ ਚੜਾ ਰਿਹਾ ਫਲ। ਤੇ ਜੇ ਹੀ ਕਿਸੇ ਦੇ ਢਿੱਡ ਦੇ ਵਿੱਚ ਛੁਰਾ ਬਣ ਕੇ ਵੱਜ ਰਿਹਾ ਫਿਰ ਇਹ ਕੀ ਕਰ ਰਿਹਾ ਹੈਗਾ? ਫਿਰ ਇਹ ਪਾਪ ਕਰ ਰਿਹਾ ਹੈਗਾ। ਤਾਂ ਹੁਣ ਇਹਨੂੰ ਕੀ ਡਿਫਾਈਨ ਕਰੀਏ ਵੀ ਇਹ ਪਾਵਰ ਹੈਗੀ ਜਿਹੜੀ ਸਾਡੀ, ਇਹ ਪੁੰਨ ਆ ਕਿ ਪਾਪ ਆ? ਇਹ ਤਾਂ ਰਾਜੇ ਨਾ ਪੁੰਨ ਆਗਾ ਚਾਕੂ, ਨਾ ਤਾਂ ਪੁੰਨ ਚਾਹੁੰਦਾ ਨਾ ਪਾਪ ਚਾਹੁੰਦਾ, ਇਹ ਤਾਂ ਡਿਪੈਂਡ ਕਰਦਾ ਵੀ ਤੁਸੀਂ ਇਹਨੂੰ ਯੂਜ਼ ਕਿੱਥੇ ਕਰ ਰਹੇ ਹੋ। ਤਾਂ I ਸਕੁਏਅਰ R ਫਾਰਮੂਲਾ ਰਾਜੇ ਲਾਸ ਹੈਗਾ ਕਿ ਪਾਵਰ ਹੈਗੀ? ਨਾ ਲਾਸ ਆ ਰਾਜੇ ਨਾ ਪਾਵਰ, ਇਹ ਤਾਂ ਡਿਪੈਂਡ ਕਰਦਾ ਵੀ ਤੁਸੀਂ ਇਹਨੂੰ ਯੂਜ਼ ਕੀ ਕੱਢਣ ਵਾਸਤੇ ਕਰ ਰਹੇ ਹੋ। ਜਿਹੜੀ ਪਾਵਰ ਤੁਹਾਡੀ ਲਾਸ ਹੋਈ ਹੈਗੀ ਉਹ ਕੱਢਣ ਵਾਸਤੇ ਕਰ ਰਹੇ ਹੋ ਕਿ ਜਿਹੜੀ ਪਾਵਰ ਤੁਸੀਂ ਯੂਜ਼ ਕਰ ਰਹੇ ਹੋ ਉਹ ਕੱਢਣ ਵਾਸਤੇ ਕਰ ਰਹੇ ਹੋ। ਓਕੇ ਜੀ, ਠੀਕ ਹੈ ਅੱਜ ਆਈ ਇਹ ਗੱਲ ਸਮਝ ਪਹਿਲੀ ਵਾਰ ਮੇਰੇ ਹਿਸਾਬ ਨਾਲ ਪਤਾ ਲੱਗ ਗਿਆ ਹੋਵੇਗਾ। ਹਾਂ ਸਰ, ਇੱਕੋ ਬਾਈਂਡਿੰਗ ਕੰਪੋਨੈਂਟ ਵਾਲਾ ਪੇਜ ਕੱਢਿਓ ਜੀ, ਉੱਤੇ ਮੈਂ 1-2 ਪੁਆਇੰਟ ਰਹਿ ਗਏ ਲਿਖਣੇ। ਲਓ ਆਹਾ ਮੇਰੇ ਹਿਸਾਬ ਨਾਲ ਹਾਂਜੀ ਸਰ। ਕੰਪੋਨੈਂਟ ਦੀ ਥਾਂ ਤੇ ਜਿਹੜਾ ਸੀਰੀਜ਼ ਕੰਪੋਨੈਂਟ ਲਿਖਿਆ ਨਾ, ਕੰਪੋਨੈਂਟ ਜਿੱਥੇ ਲਿਖਿਆ ਸੀ ਇਹਦੀ ਥਾਂ ਤੇ ਜੇ ਕਰਨਾ ਲਿਖਿਆ ਤਾਂ ਕੰਪੋਨੈਂਟ ਵੀ ਆ ਸਕਦਾ, ਇਹ ਥਾਂ ਤੇ ਤੁਸੀਂ ਸੀਰੀਜ਼ ਪੈਰਾਮੀਟਰ ਕਰ ਲਿਓ, ਇਹਦਾ ਨਾਂ ਸੀਰੀਜ਼ ਪੈਰਾਮੀਟਰ ਕਹਿ ਲਿਓ। ਵਾਈਂਡਿੰਗ ਪੈਰਾਮੀਟਰ ਜਾਂ ਸੀਰੀਜ਼ ਪੈਰਾਮੀਟਰ, ਸ਼ੰਟ ਪੈਰਾਮੀਟਰ। ਸ਼ੰਟ ਪੈਰਾਮੀਟਰ ਕਿਹੜੇ ਹੁੰਦੇ ਹੈਗੇ? X0 ਹੋ ਗਿਆ, R0 ਹੋ ਗਿਆ, IM ਹੋ ਗਿਆ, IW ਹੋ ਗਿਆ। ਸੀਰੀਜ਼ ਕੰਪੋਨੈਂਟ ਕਿਹੜੇ ਆ? R1, R2, X1, X2। ਓਕੇ,